ਬਣਾ ਰਹੇ। ਸੋ ਉਹਨੂੰ ਹੀ ਅੱਗੇ ਹੋਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਬਿਫੋਰ ਵੀ ਸਟਾਰਟ, ਰੂਹਾਨੀ ਕੌਰ ਜੀ ਆਪ ਜੀ ਨਾਲ ਇੱਕ ਛੋਟੀ ਸ਼ਬਦ ਦੀ ਦੋ ਪੰਕਤੀਆਂ ਗਾਇਨ ਕਰਕੇ ਫਿਰ ਉਹਦਾ ਵਿਚਾਰ ਕਰਾਂਗੇ, ਫਿਰ ਅਸੀਂ ਇਸ ਟੌਪਿਕ ਬਾਰੇ ਅੱਗੇ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੱਠ ਬੋਲ ਰਾਜੀ, ਮਿੱਠ ਬੋਲ ਰਾਜੀ, ਹਰ ਸਜਨ स्वामी मोरा, हो संबल थकी जी, ओ करे ना बोले कौरा, मिठ बोल राजी, मिठ बोल राजी, हर सजन स्वामी मोरा। ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਸਾਨੂੰ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ, ਕਦੀ ਵੀ ਕੌੜਾ ਨਹੀਂ ਬੋਲਣਾ ਚਾਹੀਦਾ। ਜਿਵੇਂ ਰੱਬ ਜੀ ਮਿੱਠਾ ਬੋਲਦੇ ਹੈ, ਉਵੇਂ ਸਾਨੂੰ ਵੀ ਮਿੱਠਾ ਬੋਲਣਾ ਚਾਹੀਦਾ ਹੈ। ਕਿਸੇ ਦਾ ਵੀ ਦਿਲ ਨਹੀਂ ਤੋੜਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਥੈਂਕ ਯੂ। ਵੀ ਬੜੀ ਅੱਛੀ ਸ਼ੇਅਰਿੰਗ ਕੀਤੀ ਹੈ ਸਾਡੇ ਨਾਲ। ਥੈਂਕ ਯੂ ਸੋ ਮਚ। ਇਹ ਰੂਹਾਨੀ ਕੌਰ ਆਪ ਜੀ ਨਾਲ ਮਿੱਠ ਬੋਲਣਾ ਜੀ ਜਿਹੜਾ ਅਸੀਂ ਸ਼ਬਦ ਉਹਨੇ ਸੁਣ ਰਹੇ ਸੀਗੇ, ਇਹਨੇ ਗਾਇਨ ਵੀ ਕੀਤੀਆਂ ਦੋ ਪੰਕਤੀਆਂ, ਤੇ ਉਹਦੇ ਬਾਰੇ ਸਾਡੇ ਨਾਲ ਸਾਂਝ ਪਾ ਰਹੀ ਸੀ। ਤੇ ਇਸ ਤੋਂ ਇਲਾਵਾ ਜਿਹੜਾ ਅਸੀਂ ਲਾਸਟ ਵੀਕ ਸ਼ਬਦ ਸਮਝਿਆ ਸੀਗਾ, ਪਤਿਤ ਪਾਵਨ ਪ੍ਰਭ ਨਾਮ ਤੁਮਾਰੇ, ਉਹਦੇ 'ਚ ਸਮਝਿਆ ਸੀਗਾ ਕਿ ਪਤਿਤ ਪੁਨਾ ਇਜ਼ ਮਾਈ ਬੈਡ ਕੰਡਕਟ, ਮੇਰਾ ਜਿਹੜਾ ਬੈਡ ਕੰਡਕਟ ਹੈਗਾ। ਤੇ ਉਸ ਤੋਂ ਸਾਨੂੰ ਗੁਰਬਾਣੀ ਸਤਿਗੁਰ ਦੀ ਮੱਤ ਪਾਵਨ ਕਿਵੇਂ ਕਰ ਦਿੰਦੀ ਹੈ, ਦੈਟ ਟਰਾਂਸਫੋਰਮੇਸ਼ਨ। ਕੁੜਿਆਰ ਤੋਂ ਸਚਿਆਰ ਦੀ ਜਿਹੜੀ ਜਰਨੀ ਅਸੀਂ ਜਪਜੀ ਸਾਹਿਬ 'ਚ ਸਿੱਖਦੇ ਹਾਂ, ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ ਵਾਲੀ ਜਿਹੜੀ ਅਵਸਥਾ ਹੈਗੀ ਹੈ, ਉਹਦੇ ਬਾਰੇ ਨਾਮ ਨਾਲ ਜੁੜ ਕੇ ਅਸੀਂ ਕਿਸ ਤਰ੍ਹਾਂ ਆਪਣੇ ਅਵਗੁਣਾਂ ਨੂੰ ਛੱਡਦੇ ਜਾਈਏ। ਤੇ ਉਸ ਤੋਂ ਬਾਅਦ ਸਾਡਾ ਜਿਹੜਾ ਪਤਿਤ ਪੁਨਾ ਹੈਗਾ ਉਹ ਪਵਿੱਤਰਤਾ ਵੱਲ, ਪਿਓਰਿਟੀ ਵੱਲ, ਪਾਵਨਤਾ ਵੱਲ ਵਧੇਗਾ। ਸੋ ਉਹਦੇ ਬਾਰੇ ਅਸੀਂ ਲਾਸਟ ਵੀਕ ਪੂਰਾ ਇਲੈਬੋਰੇਸ਼ਨ ਵਿੱਚ ਭੁਪਿੰਦਰ ਵੀਰ ਜੀ ਕੋਲੋਂ, ਜਸਮੀਤ ਜੀ ਕੋਲੋਂ ਸਮਝਿਆ ਸੀਗਾ। ਤੇ ਅੱਜ ਅਸੀਂ ਵੀਰ ਜੀ ਨੂੰ ਜਿਹੜੀ ਸ਼ਬਦ ਦੀ ਪੰਕਤੀ ਰਿਕੁਐਸਟ ਕੀਤੀ ਸੀਗੀ ਔਰ ਜਿਹੜੀ ਸੰਗਤਾਂ ਵੱਲੋਂ ਡਿਮਾਂਡ ਆਈ ਹੈ ਉਹ ਹੈਗੀ ਸੀ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਂ ਸਭ ਵਿਸ਼ਰਾਮ। ਉਸਦੇ ਬਾਰੇ ਅੱਜ ਵੀਰ ਜੀ ਸਾਡੇ ਨਾਲ ਜ਼ਰੂਰ ਸਾਂਝ ਪਾਉਣਗੇ। ਤੇ ਜਿਹੜੀ ਗੱਲ ਅਸੀਂ ਲਾਸਟ ਵੀਕ ਸਮਝ ਰਹੇ ਸੀਗੇ ਕਿ ਆਪਣੀ ਮਨ ਦੀ ਮੱਤ ਨੂੰ ਤਿਆਗਣ ਵਾਸਤੇ ਅਸੀਂ ਕਿੱਥੇ ਕਿੱਥੇ ਆਪਣੇ ਉੱਤੇ ਚੈੱਕ ਲਗਾਉਣਾ ਹੈਗਾ, ਅਸੀਂ ਕਿੱਥੇ ਕਿੱਥੇ ਗਲਤ ਹੋ ਜਾਂਦੇ ਹਾਂ, ਕਿੱਥੇ ਕਿੱਥੇ ਸਾਡੇ ਅੰਦਰ ਮਿਸਟੇਕਸ ਹੈਗੀਆਂ, ਉਹਨੂੰ ਰਿਕਗਨਾਈਜ਼ ਕਰਨਾ, ਉਹਨੂੰ ਡਾਇਗਨੋਸ ਕਰਨਾ, ਤਾਂ ਕਿ ਮੈਂ ਆਪਣੀ ਸੈਲਫ ਐਨਾਲਿਸਿਸ ਕਰਕੇ ਆਪਣੇ ਪਤਿਤ ਪੁਨੇ ਨੂੰ ਪਛਾਣ ਸਕਾਂ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈਗੀ ਕਿ ਅਸੀਂ ਆਪਣੇ ਉਸਨੂੰ ਡਾਇਗਨੋਸ ਹੀ ਨਹੀਂ ਕਰ ਪਾਉਂਦੇ ਕਿ ਮੈਂ ਕਿੱਥੇ ਕਿੱਥੇ ਗਲਤ ਹਾਂ। ਜਿਸ ਦਿਨ ਮੈਨੂੰ ਇਹ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਹਾਂ ਮੇਰੀ ਗਲਤੀ ਹੈ ਤੇ ਉਹਦੀ ਮੈਂ ਰਿਸਪੌਂਸਿਬਿਲਿਟੀ ਲੈਣਾ ਸ਼ੁਰੂ ਕਰ ਦਾਂਗਾ, ਉਸ ਦਿਨ ਮੈਨੂੰ ਪਤਾ ਲੱਗੇਗਾ ਕਿ ਮੈਂ ਇਹਦੇ ਉੱਤੇ ਕੰਮ ਕਰਨਾ ਹੈ। ਐਕਚੁਅਲੀ ਵੀ ਟਰਾਈ ਟੂ ਵਰਕ ਔਨ ਦਾ ਰੋਂਗ ਡਾਇਰੈਕਸ਼ਨ। ਅਸੀਂ ਸੋਚਦੇ ਹਾਂ ਮੇਰਾ ਬੱਚਾ ਬਦਲ ਜਾਏ, ਮੇਰਾ ਸਪਾਊਸ ਬਦਲ ਜਾਏ, ਮੇਰੇ ਪੇਰੈਂਟਸ ਬਦਲ ਜਾਣ, ਮੇਰਾ ਸਮਾਜ ਬਦਲ ਜਾਏ, ਮੇਰੇ ਦੇਸ਼ ਦੇ ਨੇਤਾ ਬਦਲ ਜਾਣ, ਬਟ ਮੈਂ ਕਦ ਬਦਲਾਂਗਾ? ਇਹ ਵਾਲੀ ਪਛਾਣ, ਇਹ ਵਾਲੀ ਜਾਂਚ ਸਾਨੂੰ ਕਦ ਆਏਗੀ? ਸੋ ਉਸ ਬਾਰੇ ਜਿਹੜੀ ਫੋਕਸ ਹੈਗਾ ਉਹਦੇ ਬਾਰੇ ਹੀ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਅਸੀਂ ਅੰਤਰਮੁਖੀ ਹੋਣਾ, ਆਪਣੀ ਸਵੈ ਪੜਚੋਲ ਕਰਨੀ ਹੈ। ਜਨ ਨਾਨਕ ਬਿਨ ਆਪਾ ਚਿਨੈ ਮਿਟੇ ਨਾ ਭ੍ਰਮ ਕੀ ਕਾਈ। ਸਾਡੀ ਇਹ ਭ੍ਰਮ ਦੀ ਕਾਈ ਮਿਟੇਗੀ ਨਹੀਂ ਜਦੋਂ ਤੱਕ ਆਪਣੀ ਸੈਲਫ ਐਨਾਲਿਸਿਸ ਨਹੀਂ ਕਰਾਂਗੇ, ਸੈਲਫ ਰਿਕਗਨੀਸ਼ਨ ਨਹੀਂ ਹੋਏਗੀ ਕਿ ਮੈਂ ਕਿੱਥੇ ਕਿੱਥੇ ਗਲਤ ਹਾਂ। ਸੋ ਉਹ ਗੁਣਾਂ ਬਾਰੇ, ਉਹ ਨਾਮ ਬਾਰੇ ਅਸੀਂ ਲਾਸਟ ਵੀਕ ਵੀ ਪੂਰਾ ਡਿਟੇਲ ਵਿੱਚ ਸਮਝਿਆ ਸੀਗਾ ਵੀਰ ਜੀ ਕੋਲੋਂ। ਤੇ ਜਸਮੀਤ ਜੀ ਨੇ ਵੀ ਬੜਾ ਅੱਛਾ ਸਾਨੂੰ ਸਮਝਾਇਆ ਸੀਗਾ ਕਿ ਆਪਣੇ ਅੰਦਰ ਦੇ ਵਿਕਾਰਾਂ ਨੂੰ ਪਛਾਣ ਕੇ ਆਪਣੇ ਉਸ ਨਾਮ ਨੂੰ ਪਛਾਣਨਾ ਜ਼ਰੂਰੀ ਹੈਗਾ ਕਿ ਮੇਰਾ ਵਾਟ ਇਜ਼ ਦ ਪਰਪਸ ਆਫ ਮਾਈ ਲਾਈਫ। ਜਿਸ ਜਾਣਨ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ। ਉਹ ਵਾਲਾ ਅੰਮ੍ਰਿਤ ਮੇਰੇ ਅੰਦਰੋਂ ਕਦੋਂ ਜਾਗੇਗਾ? ਗੁਰੂ ਸਾਹਿਬ ਇੱਕ ਜਗ੍ਹਾ ਕਹਿੰਦੇ ਨਾ, ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ।
ਦਿਸ ਇਜ਼ ਵਨਨੈਸ ਵਿਦ ਗੋਡ। ਉਹ ਇੱਕਮਿਕ ਹੋ ਜਾਂਦਾ ਆਪਣੇ ਰੱਬ ਨਾਲ, ਸਤਿਗੁਰ ਵਿੱਚ ਸਮਾ ਜਾਂਦਾ ਹੈਗਾ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੇ ਹਰ ਨਾਮ। ਉਹਦੇ ਅੰਦਰ ਰੱਬ ਦਾ ਨਾਂ, ਰੱਬੀ ਗੁਣ ਲਾਈਫ ਦਾ ਪਾਰਟ, ਹਿੱਸਾ ਬਣ ਜਾਂਦੇ ਨੇ, ਉਹਨੂੰ ਬਣਾਣੇ ਨਹੀਂ ਪੈਂਦੇ। ਉਹਦਾ ਉਠਤ ਸੁਖੀਆ ਬੈਠਤ ਸੁਖੀਆ ਭਾਵ ਨੇ ਹਿਲਾ ਕੇ ਜਾਂ ਐਸੇ ਬੁਝਿਆ ਵਾਲੀ ਅਵਸਥਾ ਹੋ ਜਾਂਦੀ ਹੈ, ਕਿਉਂਕਿ ਉਹ ਰੱਬ ਨੂੰ ਓਮਨੀ ਪ੍ਰੈਜ਼ੈਂਸ ਸਮਝਣ ਲੱਗਦਾ ਹੈ, ਰਿਅਲਾਈਜ਼ ਕਰਨ ਲੱਗਦਾ ਹੈ। ਤਦ ਉਹ ਇਸ ਅਵਸਥਾ 'ਚ ਆਉਂਦਾ ਹੈਗਾ ਜਿਹਦੇ ਵਿੱਚ ਇਹ ਬਾਣੀ ਜੋ ਜੀਓ ਜਾਣੇ ਤੇ ਅੰਤਰ ਰਵੇ ਹਰ ਨਾਮਾ। ਉਹਦੇ ਅੰਦਰ ਰੱਬ ਜੀ ਦੇ ਗੁਣ ਆ ਜਾਂਦੇ ਨੇ, ਉਹਦੇ ਕਰੈਕਟਰ ਵਿੱਚ, ਉਹਦੇ ਵਿਵਹਾਰ ਵਿੱਚ ਉਹ ਦਿਸਦੇ ਨੇ, ਪ੍ਰੈਕਟੀਕਲੀ ਦਿਸਦੇ ਨੇ। ਸੋ ਉਸ ਨਾਮ ਬਾਰੇ ਅਸੀਂ ਪਿਛਲੇ ਹਫਤੇ ਵੀ ਸਮਝਿਆ ਸੀਗਾ, ਇਸ ਹਫਤੇ ਵੀ ਵੀਰ ਜੀ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਉਸ ਬਾਰੇ ਸਮਝਾਉਣ। ਬਿਫੋਰ ਵੀ ਸਟਾਰਟ ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਜੁੜਨ। ਤੇ ਇੱਕ ਮੈਂ ਅਨਾਉਂਸਮੈਂਟ ਕਰਨੀ ਹੈਗੀ ਹੈ ਇੰਪੋਰਟੈਂਟ, ਕਿ ਲਾਸਟ ਵੀਕ ਅਸੀਂ ਜੋ ਅਨਾਉਂਸ ਕੀਤਾ ਸੀਗਾ ਸਾਈਕਲਿੰਗ ਇਵੈਂਟ, ਉਹ ਸਾਡਾ ਕੱਲ ਦਾ ਕੈਂਸਲ ਹੋ ਗਿਆ ਜਸਟ ਬਿਕੋਜ਼ ਵੀ ਡਿਡਨਟ ਗੈਟ ਪਰਮਿਸ਼ਨਸ ਫਰੋਮ ਦਾ ਅਥਾਰਟੀਜ਼। ਕੋਵਿਡ ਕਰਕੇ ਸਾਨੂੰ ਪਰਮਿਸ਼ਨਸ ਨਹੀਂ ਮਿਲੀਆਂ ਤੇ ਵੀ ਆਰ ਰੀਅਲੀ ਸੌਰੀ ਫॉर ਦਿਸ ਇਨਕਨਵੀਨੀਅੰਸ ਕਿ ਸਾਨੂੰ ਜਿਹੜਾ ਇਵੈਂਟ ਹੈਗਾ ਉਹ ਕੈਂਸਲ ਕਰਨਾ ਪਿਆ। ਤੇ ਨੀਅਰ ਫਿਊਚਰ ਵਿਲ ਟਰਾਈ ਟੂ ਡੂ ਇਟ, ਕਿਉਂਕਿ ਕੋਵਿਡ ਹੈਗਾ, ਕਰੋਨਾ ਕਰਕੇ ਉਹਨਾਂ ਨੇ ਸਾਨੂੰ ਪਰਮਿਸ਼ਨਸ ਨਹੀਂ ਦਿੱਤੀਆਂ, ਸੋ ਵੀ couldn't organize that event. So ਕੱਲ ਦਾ ਜਿਹੜਾ ਇਵੈਂਟ ਹੈਗਾ ਉਹ it stands cancelled, it stands postponed. In fact we'll try to do it as soon as we get the clarity from the authorities. ਤੇ ਵੀਰ ਜੀ ਸਾਡੇ ਨਾਲ ਜੁੜ ਗਏ ਨੇ। ਮੈਂ ਵੀਰ ਜੀ ਨੂੰ ਰਿਕੁਐਸਟ ਕਰਦਾ ਕਿ ਅੱਜ ਸਾਨੂੰ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਜਿਹਦੇ ਬਾਰੇ ਰਿਕੁਐਸਟ ਆਈ ਹੈ ਕਿ ਇਸ ਪੰਕਤੀ ਬਾਰੇ ਸਾਨੂੰ ਪਲੀਜ਼ ਇਲਾਬੋਰੇਟ ਕਰਕੇ ਸਮਝਾਉਣ ਕਿ ਗੁਰੂ ਸਾਹਿਬ ਇਹਦੇ ਵਿੱਚ ਸਾਨੂੰ ਕੀ ਸਿਧਾਂਤ ਸਮਝਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। अमित जी वीर जी को होस्ट नहीं बनाया, भूपिंदर वीर जी को होस्ट बना दो। हाँ जी वीर जी अनम्यूट हो सर। हाँ जी हाँ जी, किसी का पखा चल रहा है, आवाज आ रही है। हाँ हूँ ठीक है। हेलो हेलो। हाँ जी हाँ जी वीर जी। वाह जी खालसा, वाहिगुरू जी की फतेह। नमस्कार, अस्सलाम वालेकुम, गुड इवनिंग। ਅਸੀਂ ਸਾਡੇ ਅੰਮ੍ਰਿਤਸਰ ਤੋਂ ਵੀਰ ਤਰਜੀਤ ਸਿੰਘ ਜੀ ਨੇ ਲਾਸਟ ਟਾਈਮ ਕੁਐਸਚਨ ਪੁੱਛਿਆ ਸੀ ਨਾਮ ਬਾਰੇ। ਸੋ ਗੁਰਬਾਣੀ ਅੰਦਰ ਜਿੰਨੇ ਵੀ ਮੈਸੇजेस ਦਿੱਤੇ ਜਾਂਦੇ ਨੇ ਉਹ ਸਾਡੇ ਐਟੀਟਿਊਡ ਨੂੰ ਫਿਕਸ ਅਪ ਕਰਨ ਵਾਸਤੇ ਦਿੱਤੇ ਜਾਂਦੇ ਨੇ। ਜੇ ਸਾਡੇ ਐਟੀਟਿਊਡ ਨੂੰ ਫਿਕਸ ਅਪ ਕਰਨ ਵਾਸਤੇ ਜੋ ਸੱਚੀ ਟੈਕਨੀਕ ਸਮਝਾਈ ਜਾਂਦੀ ਹੈ ਉਹ ਯੂਨੀਵਰਸਲ ਟਰੂਥ ਹੁੰਦੀ ਹੈ, ਉਹਨੂੰ ਸਤਿਗੁਰ ਕਹਿੰਦੇ ਨੇ। ਅਸੀਂ ਸਤਿਗੁਰ ਚੋਂ ਜਿਹੜਾ ਸਤਿਗੁਰ ਵੱਲੋਂ ਜਿਹੜਾ ਸਾਨੂੰ ਸੁਨੇਹਾ ਮਿਲਦਾ ਜਾਂਦਾ ਹੈ ਉਹ ਮੇਰੇ ਮਿਲੀਅਨਸ ਆਫ ਨੈਗੇਟਿਵ ਥਾਟਸ ਨੂੰ ਫਿਕਸ ਅਪ ਕਰਦਾ ਹੈ, ਮੇਰੇ ਨੈਗੇਟਿਵ ਮੂਡਸ ਨੂੰ ਫਿਕਸ ਅਪ ਕਰਦਾ ਹੈ। ਉਹ ਹਰ ਗੱਲ, ਹਰ ਟੈਕਨੀਕ, ਹਰ ਸੁਨੇਹਾ, ਹਰ ਮੈਸੇਜ ਉਹ ਸਤਿਗੁਰ ਹੁੰਦਾ ਹੈ। ਉਹਨੂੰ ਅਸੀਂ ਯੂਨੀਵਰਸਲ ਟਰੂਥ ਕਹਿੰਦੇ ਹਾਂ। ਉਹਨੂੰ ਦੁਨੀਆ ਦਾ ਕੋਈ ਵੀ ਮਨੁੱਖ ਅਪਣਾ ਸਕਦਾ ਹੈ, ਰਿਗਾਰਡਲੈਸ ਉਹ ਕਿਹੜੇ ਰਿਲੀਜਨ ਨੂੰ ਬਿਲੀਵ ਕਰਦਾ ਹੈ ਜਾਂ ਨਹੀਂ ਕਰਦਾ, ਰਿਗਾਰਡਲੈਸ ਕਿ ਉਹ ਐਥੀਸਟ ਹੈ, ਕਮਿਊਨਿਸਟ ਹੈ, ਰਿਗਾਰਡਲੈਸ ਕਿ ਉਹ ਕਿਹੜੇ ਜੈਂਡਰ ਦਾ ਹੈ। ਜਦੋਂ ਅਸੀਂ ਉਹਨੂੰ ਫੋਲੋ ਕਰਦੇ ਹਾਂ ਨਾ ਤਾਂ ਮਾਨੋ ਅਸੀਂ ਸਤਿਗੁਰ ਨੂੰ ਫੋਲੋ ਕਰ ਰਹੇ ਹਾਂ। ਸਤਿਗੁਰ ਡਜ਼ ਨਾਟ ਮੀਨ ਕਿ ਬਈ ਸਿਰਫ ਕਿਸੇ ਰਿਲੀਜਨ ਦੇ ਕੋਈ ਖਾਸ ਗੁਰੂ ਜੀ। ਟਰੂ ਟੈਕਨੀਕ ਔਰ ਜਿਹੜੀ ਯੂਨੀਵਰਸਲੀ ਐਪਲੀਕੇਬਲ ਹੈ, ਟਰੂਥਫੁਲ ਲਿਵਿੰਗ ਸਾਨੂੰ ਸਿਖਾਉਂਦੀ ਹੈ। ਹਾਂਜੀ, ਉਹ ਜਿਹੜੀ ਟਰੂਥਫੁਲ ਲਿਵਿੰਗ ਸਾਨੂੰ ਸਿਖਾਉਂਦੀ ਹੈ ਨਾ, ਉਹਦੇ ਨਾਲ ਸਾਡੇ ਸਾਰਾ ਜਿਹੜਾ ਫਿਕਸਅਪ ਕੀਤਾ ਜਾਂਦਾ ਹੈ। ਅਸੀਂ ਗੁਰਬਾਣੀ ਜੋ ਹਰ ਸੁਨੇ ਨੂੰ ਇਹੀ ਸਮਝਦੇ ਆ ਕਿ ਉਹ ਨਾਮ ਹੈ। ਸੋ ਤੁਸੀਂ ਮਨੂੰ ਫੋਕਸ ਜੁਝਾਰ ਨਾਲ ਕਰਾ ਦਿਓ। ਅਮਨ ਜੀ। हाँ जी मैं ऑन। हाँ, ਤੁਹਾਡੇ ਵਿਸਲਿੰਗ ਦੀ ਆਵਾਜ਼ ਹੈ।
हुने भी है, हाँ मैं चेक कर रहा हूँ। Till the time Vijay, I'm there. Tell me. हाँ जी विजय, You're still there. सब हेलो। हाँ जी। सो ਅਸੀਂ ਨਾ ਆਪਣੇ ਵੱਲੋਂ ਹਰ ਟੌਪਿਕ ਨੂੰ ਜਦੋਂ ਡਿਸਕਸ ਕਰ ਰਹੇ ਹਾਂ ਅਸੀਂ ਉਹਦਾ ਨਾਮ ਹੀ ਰੱਖ ਰਹੇ ਹਾਂ ਕਿ ਮੇਰੇ ਹਰ ਈਚ ਪੁਆਇੰਟ ਨੂੰ, ਮੇਰੇ ਈਚ ਨੈਗੇਟਿਵ ਐਟੀਟਿਊਡ ਨੂੰ ਫਿਕਸ ਅਪ ਕਰਨ ਦਾ ਜਿਹੜਾ ਮੈਸੇਜ ਹੈ ਉਹਨੂੰ ਨਾਮ ਹੀ ਕਹਿੰਦੇ ਨੇ। ਦੁਨੀਆ ਉਹਨੂੰ ਰੱਬ ਦਾ ਨਾਮ ਕਹਿੰਦੀ ਹੈ, ਕੋਈ ਪ੍ਰਭੂ ਦਾ ਨਾਮ ਕਹਿੰਦਾ, ਕੋਈ ਰਾਮ ਦਾ ਨਾਮ ਕਹਿੰਦਾ ਹੈ, ਕੋਈ ਖੁਦਾ ਦਾ, ਅੱਲਾ ਦਾ, ਵਾਹਿਗੁਰੂ ਦਾ ਨਾਮ ਕਹਿੰਦਾ ਹੈ। ਅਲਟੀਮੇਟਲੀ ਨਾਮ ਮੀਨਸ ਟਰੂਥਫੁਲ ਲਿਵਿੰਗ ਵਾਲਾ ਐਟੀਟਿਊਡ ਕਰੈਕਟਰ ਬਣਾਉਣ ਵਾਸਤੇ ਜਿਹੜਾ ਮੈਸੇਜ ਹੈ ਉਹਨੂੰ ਨਾਮ ਕਹਿੰਦੇ। Right. ਅਸੀਂ ਅੱਜ ਜੋ ਜੁਝਾਰ ਜੀ ਨੇ ਮੈਨੂੰ ਦੱਸਿਆ ਕਿ ਬਈ ਨੌਨਿਧ ਨਾਮ ਬਾਰੇ डिस्कस किया जाए और नौनिध नाम लास्ट टाइम मैं इथे पॉइंट नू छोड़िया सी कि किसी ने सवाल पूछे है गुरु तेग बहादुर सिमरिए कर नौनिध आवे ताए, नौनिध की होता है? सो असी उन्हें सारी गल बाणी विचों समझांगे, गुरु ग्रंथ साहिब जी की बाणी चों समझांगे। पहली गल, सारी दुनिया चौकड़ा मार के अखां बंद करके फ्यू आवर्स या मैनी आवर्स या पुराने जमाने का कहते ने मैनी ईयर्स बैठे रहंदे सी, ਉਹ ਇਹਨੂੰ ਜਪ ਤਪ ਸਮਝਦੇ ਸੀ और इसी ਨੂੰ ਨਾਮ ਜਪਣਾ ਸਮਝਦੇ ਸੀ, ਇਸੇ ਨੂੰ ਸਮਾਧੀ ਲਗਾਉਣਾ ਸਮਝਦੇ ਸੀ, ਇसी ਨੂੰ ਇੰਗਲਿਸ਼ ਵਿੱਚ ਲੋਕੀ ਮੈਡੀਟੇਸ਼ਨ ਕਹਿੰਦੇ ਹਨ। आम तौर पे ये नोशन इच प्रचलित है। सो नौ निध की है? गुरबाणी अंदर नौ निध भी आएगा, नौ खंड भी आएगा लफज। पहला सी समझ लिए मनु जेड़े प्रचलित दुनिया दा समाधि वाले, मेडिटेशन वाले, एक पर्टिकुलर पोस्चर ते बैठन वाले जेड़े समाधि दे मेडिटेशन दे प्रचलित आइडियाज पॉपुलर हन, ਉਹਨਾਂ ਨੂੰ ਦੇਖ ਲਈਏ ਤਾਂ ਉਹਦੇ ਚੋਂ ਕਹਿ ਰਹੇ ਨੇ ਅੱਖਾਂ ਨੂਟ ਲੋ, ਅੱਖਾਂ ਬੰਦ ਕਰਕੇ ਕਿਸੇ ਬਿੰਦੂ ਤੇ ਜਾਂ ਕਿਸੇ ਲਫ਼ਜ਼ ਤੇ ਜਾਂ ਕਿਸੇ ਜਗ੍ਹਾ ਤੇ ਧਿਆਨ ਧਰ ਲੋ ਔਰ ਉਹ ਧਿਆਨ ਜਿਹੜਾ ਤੁਸੀਂ ਧਰਿਆ ਹੈ ਉਹ ਤੁਹਾਡਾ ਤਪ ਹੋ ਰਿਹਾ ਹੈ, ਉਹ ਤੁਹਾਡੀ ਮੈਡੀਟੇਸ਼ਨ ਹੋ ਰਹੀ ਹੈ, ਉਹਦਾ ਨਾਮ ਉਹਨਾਂ ਨੇ ਸਮਾਧੀ ਰੱਖਿਆ ਹੋਇਆ। ਅੱਛਾ ਫਰਜ਼ ਕਰੋ ਉਹ ਮੈਂ ਸਮਾਧੀ ਸਵੇਰੇ 2 ਘੰਟੇ ਲਗਾਉਂਦਾ, ਉਹਦਾ ਨਾਮ ਉਹਨਾਂ ਨੇ ਸਮਾਧੀ ਨਾਮ ਸਿਮਰਨ ਰੱਖਿਆ ਹੋਇਆ। ਚੌਕੜਾ ਮਾਰ ਲਿਆ, ਅੱਖਾਂ ਬੰਦ ਕਰਨੀਆਂ, ਮਾਲਾ ਫੇਰ ਲਈ ਜਾਂ ਮਾਲਾ ਨਹੀਂ ਫੇਰੀ, ਅੱਖਾਂ ਬੰਦ ਕਰਕੇ ਇੱਕ ਜਗ੍ਹਾ ਲਗਾ ਲਿਆ, ਇੱਕ ਲਫ਼ਜ਼ ਦਾ ਰਟਨ ਕੀਤਾ, ਉਹਦੇ ਸਵਾਸ ਅੰਦਰ ਰਹੇ, ਉਹਦੇ ਸਵਾਸ ਬਾਹਰ ਛੋੜੇ ਔਰ ਉਹਨੂੰ ਉਹਨੇ ਸਵਾਸ ਸਿਮਰਨ ਸਮਝਿਆ ਔਰ ਉਸਨੇ ਇਹ ਕਰਨਾ ਸ਼ੁਰੂ ਕਰ ਦਿੱਤਾ। ਫਰਜ਼ ਕਰੋ ਅਸੀਂ ਇਹਦਾ ਨਾਮ ਸਮਾਧੀ ਰੱਖ ਰਹੇ ਹਾਂ, फर्ज करो वो मैं करदा, अब मैंने वो समाधि लगा ली, मैं रोज सुबह वो समाधि लगाता हूं। मैं उस समाधि लगाने तो बाद जो उठा, मेरी वाइफ ने मेरा कहना नहीं मनिया, मेरा उधर झगड़ा शुरू हो गया, समाधि टूट गई। मेरे बच्चे ने कहना नहीं मनिया, मैं उन्होंने गुस्सा किया, समाधि टूट गई।
ਜਿਹੜੇ ਜਿਹੜੇ ਕੰਟਰੀਜ਼ ਅੰਦਰ ਨੌਕਰੀਆ ਡਰਾਈਵਰ ਹੁੰਦਾ ਉਹ ਟਾਈਮ ਸਿਰ ਨਹੀਂ ਆਇਆ, ਉਹਨੇ ਕੰਮ ਠੀਕ ਨਹੀਂ ਕੀਤਾ, मैं ਉਹਨੂੰ गुस्सा ਕੀਤਾ, बुरा भला बोलिया, उच्चा बोलिया, समाधि टूट गई। अब समाधि कहाँ गई? उस टाइम तो चुप करके बैठे थे, आंखें बंद करके चौकड़ा मार के समाधि लगी हुई सी। अच्छा फिर डे टाइम ਦੇ ਅੰਦਰ मैं नौकरी करदा हाँ या बिजनेस करदा, ਉਹਦੇ ਵਿੱਚ मैं हेरा फेरी कर ਲਈ, नौकरी ਵਿੱਚ मैं ब्राइब ले ਲਈ, बिजनेस ਵਿੱਚ मैं नकली माल बेच लिया, झूठ बोल लिया, समाधि टूट गई। मैं अपने नां दे अगे अपनी जात लिखदा, भुपिंदर सिंह पकोड़ा, मेरे लास्ट नेम पकोड़ा है। अगर कोई मनु पकोड़ा बदले भिंडी कह देवे, मेरी जात का नाम बदल दिया जी, लो मेरे को मेरे नाम मेरी जात से नहीं बुलाया, मेरी समाधि टूट गई। मैं लोगों को कहता हम तो पकोड़ा बरादरी के हैं, हम तो शादी भी पकोड़ा बरादरी में करते हैं, अपनी बरादरी वालों के साथ ही करते हैं, समाधि टूट गई। अच्छा इस तो इलावा एक बंदे ਨੂੰ मैं कदी पैसे दिते सी, आज वो बंदा मेरे सामने तो निकल के गया, उन्हें मैनू इग्नोर कर दिता, मनु विश नहीं किया, मनु गुस्सा चढ़िया और मैं क्या ले कल तक तो ये अपना ये काम कराना चाहता था और आज देखो ये मेरे को कैसे इग्नोर कर रहा है, थैंकलेस हो गया, समाधि टूट गई। वो जो 100 कार्ड सुबह समाधि लगाई थी वो 24 आवर्स कैसे होती है? अच्छा अगर वो 100 कार्ड सुबह वाली समाधि को समाधि कहते हैं तो इसका मतलब हम 24 आवर्स हाथ पे हाथ रख के चौकड़ा मार के आंखें बंद करके बैठे रहे। ਜਿਹੜੇ ਲੋਕੀ ਘਰ ਬਾਰ छोड़ के जंगल चले ਜਾਂਦੇ ਸੀ, ਰਿਨਾਉਂਸਿੰਗ ਕਰਦੇ ਸੀ, ਉਹ ਵੀ ਇਹ ਸਮਾਧੀ ਲਗਾਉਂਦੇ ਲਗਾਉਂਦੇ ਵਿੱਚੋਂ ਉੱਠਦੇ ਹੋਣਗੇ, ਨਹਾਉਣ ਵਾਸਤੇ ਜਾਂਦੇ ਹੋਣਗੇ, ਬਾਥਰੂਮ ਕਰਨ ਜਾਂਦੇ ਹੋਣਗੇ, ਆਪਣੇ ਖਾਣ ਪੀਣ ਦਾ ਇੰਤਜ਼ਾਮ ਕਿਤੋਂ ਫਲ ਫਰੂਟ ਤੋੜਨ ਜਾਂਦੇ ਹੋਣਗੇ। ਪਰ ਜਦੋਂ ਪਬਲਿਕ ਹੀ ਜਾਂਦੇ ਸੀ ਤਾਂ ਗੁਰੂ ਸਾਹਿਬ ਕਹਿੰਦੇ ਨੇ, ਕਬੀਰ ਸਾਹਿਬ ਦੇ ਸ਼ਬਦ ਆਂਦਾ ਇੱਕ, ग्रह तज बन खंड जाइए, चुन खाइए कंदा, अजू विकार ना छोड़ी पापी मन मंदा। अरे तुम जंगल में चले गए, वहां पर तुमने वेजिटेरियन फूड भी खा लिया, लेकिन जब तुम पब्लिक में आए, लोगों में आए, समाज में आए, परिवार में आए, तो वहां पर तुमको ऐसे गुस्सा, नफरत, टेर मेर, मान अपमान, उस्तत निंदा, इंसल्ट, ऐसी चीजें बड़ी बॉदर करती है तुमको। वो समाधि कहाँ गई? अच्छा गुरबाणी सानू कहती है 24 आवर्स की होनी चाहिए है। गुरबाणी सानू कहती है उठत बैठत सोवत त्याइए, मारक चलत हरियर गाइए। तू उठदिया बैठदिया सोंदिया जागदिया काम करदिया रस्ते जांदिया सब जगह तेरी समाधि लग सकती है। व्हाट इज दैट समाधि? ओ समाधि ਅਸੀਂ ਅੱਜ ਸਿੱਖਣੀ ਹੈ, ਉਹਨੂੰ ਰੀਅਲ ਮੈਡੀਟੇਸ਼ਨ ਕਹਿੰਦੇ ਨੇ। ਅੱਛਾ ਉਹਦੇ ਵਾਸਤੇ ਨਾਮ ਜਪਣਾ ਪੈਂਦਾ ਹੈ। एक होर मार्केट, एक बाजार, एक बिजनेस, एक धंधा शुरू हो गया, एक मिडिल मैन आ गया, वो मिडिल मैन ने कहा मैं बाबा जी हूं, मैं गुरु जी हूं, मैं श्रीमान 108 संत जी हूं, बाबा जी हूं, ब्रह्म ज्ञानी हूं, मैं तुमको नाम दूंगा और तुम वो नाम जपोगे। वो कन्ना विच वो नाम सुनाते रहते ने और फिर कहते ने ये नाम किसी और को मत बताना, कन दे अंदर करना मन्ना कुर करके ਉਹਦੇ ਕੰਨ ਦੇ ਅੰਦਰ ਵਿਸਪਰ ਕਰਕੇ ਨਾ ਦੱਸ ਦਿੰਦੇ ਨੇ। ਉਹ ਮਿਡਲਮੈਨ ਦੀ ਆਪਣੀ ਸ਼ਾਪ ਸ਼ੁਰੂ ਹੋ ਗਈ, ਉਹਨੇ ਆਪਣੇ ਚੇਲੇ बनाने शुरू कर ਦਿੱਤੇ। लोगों ने कहना शुरू कर दिया ये बाबा जी हैं, ये गुरु जी हैं, ये संत जी हैं, ये महाराज जी हैं, ये नाम देते हैं। ਹੁਣ ਉਹ ਨਾਮ ਕੀ ਹੈ, ਕਿਹਦੇ ਕੋਲੋਂ ਮਿਲਦਾ ਹੈ? ਹੁਣ ਗੁਰਬਾਣੀ ਸਾਨੂੰ ਸਿਖਾਏਗੀ। ਟਰੂਥਫੁਲ ਲਿਵਿੰਗ ਦਾ ਜਿਹੜਾ ਮੈਸੇਜ ਹੈ ਨਾ, ਉਹਨੂੰ ਗੁਰਬਾਣੀ ਨਾਮ ਕਹਿੰਦੀ ਹੈ।
अच्छा मेरा ਉਹ ਉੱਠਦਿਆਂ ਬੈਠਦਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਸਮਾਧੀ ਲੱਗੀ ਨਹੀਂ ਹੈ। ਜਿਹੜੇ ਮੈਂ ਪਹਿਲਾਂ ਉਹ ਸਾਰੇ एग्जाम्पल्स डिस्कस किए ने, समाधि टूट गई टूट गई टूट गई टूट गई। पहले मैंने सुबह 2 घंटे लगाई थी। साडे ना सब दे हिरदे दे अंदर ना रब जी वसते ने, ਉਹਨੂੰ ਕਹਿੰਦੇ ਨੇ देयर इज गॉड विद इन यू। ਉਹਦਾ ਨਾਂ ਜੋ ਮਰਜ਼ੀ ਰੱਖ ਲੈ, पर God means God like qualities। वो तेरे अंदर वसदा है। वो अंदर दा सुनिया निज घर दी अंतरात्मे दी अपनी रूह दी अपनी आत्मा दी आवाज नू सुन ले। ਉਹ ਨਾਮ ਹੈ। ਤੈਨੂੰ ਕੋਈ ਮਿਡਲਮੈਨ ਨਹੀਂ ਚਾਹੀਦਾ, ਤੈਨੂੰ ਕਿਸੇ ਜਗ੍ਹਾ ਨਹੀਂ ਜਾਣਾ। ਅੱਛਾ ਮੈਂ ਡਿਸਟਰਬ ਕਿਵੇਂ ਹੋਇਆ ਸੀ? ਮੇਰੀ ਸਮਾਧੀ ਟੁੱਟੀ ਕਿਵੇਂ ਸੀ? ਮੇਰੀ ਸਮਾਧੀ ਟੁੱਟੀ, ਮੈਂ ਨਾ ਇਹਨਾਂ ਅੱਖਾਂ ਦੇ ਨਾਲ ਦੇਖਿਆ, क्रोध ਕੀਤਾ, ਨਫ਼ਰਤ ਕੀਤੀ ਜਾਂ ਤੇਰ-ਮੇਰ ਕੀਤੀ, ਮੈਂ ਮੇਰੀ ਕੀਤੀ, ਡਿਸਕ੍ਰਿਮੀਨੇਸ਼ਨ ਕੀਤੀ, किसी ਨੂੰ ਲੈਟ ਡਾਊਨ ਕੀਤਾ ਅੱਖਾਂ ਦੇ ਨਾਲ, किसी ਨੂੰ ਸਟੇਅਰ ਕਰਕੇ ਗੁੱਸੇ ਦੇ ਨਾਲ ਕ੍ਰੋਧ ਨਾਲ ਦੇਖਿਆ। ਇਹਨਾਂ ਅੱਖਾਂ ਦੇ ਨਾਲ ਮੈਂ ਜੋ ਕੁਝ ਨੈਗੇਟਿਵਸ ਕੀਤੇ, ਇਹਦਾ ਮਤਲਬ ਮੇਰੀਆਂ ਅੱਖਾਂ ਨਾਮ ਨਹੀਂ ਜਪ ਰਹੀਆਂ। My eyes, they don't know how to look at people, how to look at every problem of your life। ਉਹਨੂੰ ਕਹਿੰਦੇ ਨੇ ਇਨਸਾਈਟ ਵਿਜ਼ਨ। ਮੇਰੇ ਕੋਲ ਇਨਸਾਈਟ ਵਿਜ਼ਨ ਨਹੀਂ ਹੈ। ਇਹ ਵਾਲੀਆਂ ਅੱਖਾਂ ਨੂੰ ਡਾਕਟਰ ਕਹਿੰਦਾ 20/20 ਹੈ, ਠੀਕ ਹੈ, ਨਜ਼ਰ ਤੁਮਕੋ ਆ ਰਿਹਾ ਹੈ, ਪਰ ਮੇਰੇ ਕੋਲ ਇਨਸਾਈਟ ਵਿਜ਼ਨ ਨਹੀਂ ਹੈ। ਇਸ ਕਰਕੇ ਇਹ ਅੱਖਾਂ ਗਲਤ ਵੀ ਦੇਖਦੀਆਂ ਨੇ, ਡਿਸਕ੍ਰਿਮੀਨੇਟ ਵੀ ਕਰਦੀਆਂ ਨੇ, ਲੈਟ ਡਾਊਨ ਵੀ ਕਰਦੀਆਂ ਨੇ। ਕੰਨ ਨਿੰਦਾ ਸੁਣਦੇ ਨੇ, ਜ਼ਬਾਨ ਖਾਣ ਪੀਣ ਦੇ ਚਸਕਿਆਂ ਦਾ ਰਸ ਹੈ, ਹੱਥ ਕਿਸੇ ਦਾ ਵਿਗਾੜ ਕਰ ਸਕਦੇ ਨੇ, ਨੁਕਸਾਨ ਕਰ ਸਕਦੇ ਨੇ, ਮੂੰਹ ਦੇ ਨਾਲ ਕਿਸੇ ਨੂੰ ਬੁਰੇ ਬੋਲ ਸਕਦੇ ਨੇ, ਕਿਸੇ ਨੂੰ ਡਿਫੇਮ ਕਰ ਸਕਦੇ ਨੇ, ਕਿਸੇ ਦੀ ਨਿੰਦਾ ਕਰ ਸਕਦੇ ਨੇ, ਪੈਰ ਦੌੜ ਕੇ ਕਿਸੇ ਦਾ ਘਰ ਸਾੜਨ ਜਾ ਸਕਦੇ ਨੇ, ਕਿਸੇ ਦੇ ਪੈਸੇ ਖੋਣ ਜਾ ਸਕਦੇ ਨੇ, ਕਿਸੇ ਪਰਾਈ ਇਸਤਰੀ ਦੀ ਇੱਜ਼ਤ ਲੁੱਟਣ ਜਾ ਸਕਦੇ ਨੇ। ਇਹਦਾ ਮਤਲਬ ਮੇਰੇ ਜਿਹੜੇ ਬਾਡੀ ਦੇ ਪਾਰਟਸ ਨੇ ਨਾ, ਇਹਨਾਂ ਨੂੰ 9 ਦੁਆਰੇ ਕਹਿੰਦੇ ਨੇ, ਇਹਨਾਂ ਨੂੰ 9 ਖੰਡ ਕਹਿੰਦੇ ਨੇ। ਇਹ ਸਾਰੇ ਹੈਲਪਲੈਸ ਹਨ ਸਬਜੈਕਟ ਟੂ ਮਨ। मन रजिया होया नहीं है। जे मन रज जाए तो मन अखां नू मैसेज दे सकता है, इस तरह रॉन्ग देखना छोड़ दो, क्योंकि मन कोल विजडम वालियां अखां हन। मन कोल विजडम वाले कन हन, मैं निंदा किसी दी नहीं सुननी। मन कोल विजडम वाली जीभ है, मैंने स्वाद के चस्के में नहीं पड़ना, मैंने निंदा नहीं करनी, मुंह दे नाल गालां नहीं कड्डनियां, इन्हां हत्थां दे नाल किसी दा भैड़ नहीं करना। ਇਹਦਾ ਮਤਲਬ ਜਿਹੜੇ ਮੇਰੇ 9 ਦੁਆਰੇ ਨੇ ਨਾ, ਅੱਖ ਨੱਕ ਕੰਨ ਜੀਭ ਵਗੈਰਾ, ਔਰ ਮੇਰੇ ਜਿਹੜੇ ਥਲਵੇਂ 2 द्वार ਨੇ, ਇਹ ਸਾਰੇ ਜਿਹੜੇ ਮੇਰੇ ਅੰਗ ਨੇ ਨਾ, ਇਹਨਾਂ ਨੂੰ 9 ਦੁਆਰੇ ਕਹਿੰਦੇ ਨੇ, 9 ਖੰਡ ਕਹਿੰਦੇ ਨੇ।
मेरा मन रजिया नहीं है, इस करके सारे हेल्पलेस होके मिसबिहेव करते हैं। इन्हां दा जिहड़ा फिक्सअप करन दा विजडम वाला अमृत रूपी खजाना है ना, वो मेरे अंतरात्मे विच, मेरे निज घर विच, जिन्हों कहना तेरे अंदर रब वसदा है, उत्थे पिया होया है। उन्होंने कहते ने हम घर नाम खजाना सदा है, भगत परे भंडारा, भगत परे भंडारा। मेरे हिरदे अंतर आत्मे दे घर दे अंदर ਉਹ ਖਜ਼ਾਨਾ ਪਿਆ ਹੋਇਆ ਹੈ। ਉਹਦੇ ਨਾਲ ਭਗਤੀ ਕੀ ਹੁੰਦੀ ਹੈ? ਉਹਦੇ ਨਾਲ ਭਗਤੀ ਹੁੰਦੀ ਹੈ ਜਿਵੇਂ ਮੇਰੀ ਬਾਡੀ ਨੂੰ ਚਲਾਉਣ ਵਾਸਤੇ ਮੇਰਾ ਹਾਰਟ ਸਾਰੇ ਪਾਰਟਸ ਨੂੰ ਬਲੱਡ ਸਪਲਾਈ ਕਰਦਾ ਹੈ, ਇੰਜ ਮੇਰਾ ਮਨ ਨਿਜ ਘਰ ਚੋਂ ਵਿਜ਼ਡਮ ਲੈ ਕੇ ਪਵਨ ਰੂਪੀ ਗੁਰੂ ਵਾਲੀ ਮੈਸੇਜ ਨੂੰ ਇੱਕ ਇੱਕ ਅੰਗ ਨੂੰ ਸਪਲਾਈ ਕਰਦਾ ਹੈ ਨਾ, ਉਹਨੂੰ ਭਗਤ ਕਹਿੰਦੇ ਨੇ। ਭਗਤ ਕਿਸੇ ਬੰਦੇ ਨੂੰ ਨਹੀਂ ਕਹਿੰਦੇ। ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਮੈਂ ਗੁਣ ਲੈ ਲਵਾਂ ਮਾਨੋ ਭਗਤੀ ਹੋ ਰਹੀ ਹੈ, ਮਾਨੋ ਆਈ ਐਮ ਵਨ ਵਿਦ ਗੋਡ। ਅਸੀਂ ਅਪਸੈਟ ਹੁੰਦੇ ਆ ਬਾਹਰਲੇ ਅੰਗਾਂ ਦੇ ਦੇਖਣ ਤੋਂ, ਜੋ ਕੁਝ ਸਾਡਾ ਅਪਸੈਟ ਆਂਦਾ ਹੈ ਉਹ ਕਲ ਕਲੇਸ਼ ਵਾਲੀ, ਕਲਾ ਕਲੇਸ਼ ਵਾਲੀ, ਕਲ ਕਲ ਵਾਲੀ, ਅਪਸੈਟ ਵਾਲੀ ਅਵਸਥਾ ਕਹਿੰਦੇ ਨੇ। ਉਹ ਜੇ ਨਿਜਕਰ ਵਾਲੇ ਮੈਸੇਜ ਦੇ ਨਾਲ ਟਿਊਨਡ ਨਹੀਂ ਹੈ, ਉਹਨੂੰ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। कल युग का मतलब, युग मतलब मेरा रॉन्ग थॉट प्रोसेस हो गया, फुल ऑफ वाइसिस वाला थॉट प्रोसेस हो गया। कल मतलब कल कलेश वाला हो गया, कला कलेश वाला हो गया। हुण मैं ए सारे अंगा दे नाल मिसबिहेव करदा हां। सो मैनू हुण शब्द समझाया, जिस जल निध कारण तुम जग आई, ओ जल निध कारण तुम कौन है? तुम है मेरा मन। जिस जल निध कारण तुम जग आए, जग मतलब मेरे इस शरीर दे अंदर, इस थॉट प्रोसेस उत्ते राज करन वास्ते तुसी आए। सो अमृत गुर पाही दियो, वो तेनू गुरु कोलों अमृत मिल सकता है। अमृत की हुंदा है? जेड़ा मैं पल पल वाइसिस रूपी जम डीमन दे कारण मरदा हां ना, वो मैं अपसेट हुंदा, उस तो बचण वास्ते जेड़ा मैसेज मिलदा उन्होंने अमृत कहंदे ने, वरना मैं पल पल मृत हुंदा, मरदा हां। जिस जल निध कारण तुम जग आए, जिस अमृत रूपी खजाने वास्ते तुसी आए हो, सो अमृत गुर पाही जियो। ओ निजकारी च है। पिछली बारी असी शब्द पढ़िया सी, पतित पावन प्रभ नाम तुम्हारे। असी उहदे नेगेटिव डिस्कस कीते सी, लोभ मोह मगन अपराधी। इस तरह मैं सारे वाइसिस दे नाल दिन रात ट्यून्ड रहंदा हां, वर्च्यूज दे नाल नहीं रहंदा। हुण इत्थे मैनूं कहंदे ने जिस जल निध कारण तुम जग आए, सो अमृत गुर पाई दियो। हुण मैनूं कह रहे ने तैनूं अमृत मिल सकदा है, शर्त छोड़ो वेस भीख चतुराई, दुबदा ये फल नहीं जियो। जे तू डुअलिटी च है, बाहरों दिखावा करता है, वेस भीख करता है, चतराइयां करता है, बिगाइलिंग थॉट्स रखता है, विकेट थॉट्स रखता है ना, उन्हां दे नाल तैनूं ए वाला अमृत नहीं मिल सकता। छोड़ो वेस भीख चतराई, दुबदा ये फल नहीं जियो, मन रे थिर रहो। मत कत जाई जियो। भाई साहब कहीं मत जाओ तुम। असी बाहर जाते हैं, तीर्थां ते जाते हाँ, और असी घूमन फिरन जाते हाँ, और असी
ਕਿਸੇ ਸਰੀਰਕ ਗੁਰੂ ਦੇ ਕੋਲ ਜਾਂਦੇ ਹਾਂ, ਔਰ ਅਸੀਂ ਪਿਲਗ੍ਰਿਮੇਜ ਵਾਸਤੇ ਜਾਂਦੇ ਹਾਂ, ਕਿਧਰੇ ਨਹੀਂ ਜਾਣਾ। मन रे थिर रहो मत का जय जियो, बाहर ढूंढत बहुत दुख पावे, कार अमृत घट माही जियो। वो तेरे अंदर है अमृत, तेरे अंतरात्मे दे घर दे अंदर है। कार अमृत घट माही जियो। हुण ए लफज जिहड़ा आया ना नौनिध, इनू बाणी च कहंदे ने नौनिध अमृत प्रभ का नाम, देही मैं इसका विश्राम। सो ਇਹ ਜਿਹੜਾ ਨੌ ਨਿਧ ਤੇਰੇ ਇਹ ਜਿਹੜੇ ਆਰਗਨਸ ਨੇ, ਇਹਨਾਂ ਵਾਸਤੇ ਅੰਮ੍ਰਿਤ ਰੂਪੀ ਜਿਹੜਾ ਖਜ਼ਾਨਾ ਮੈਸੇਜ, ਇਹਨਾਂ ਨੂੰ ਬੈਲੈਂਸ ਕਰਨਾ, ਇਹਨਾਂ ਨੂੰ ਸਟੇਬਲ ਕਰਨ ਵਾਸਤੇ ਉਹ ਜਿਹੜਾ ਖਜ਼ਾਨਾ ਹੈ ਨਾ ਨੌ ਨਿਧ, ਨਿਧ ਮਤਲਬ ਖਜ਼ਾਨਾ, ਉਹ ਉਹਦਾ ਜਿਹੜਾ ਮੈਸੇਜ ਹੈ ਨਾ ਨਾਮ, वो तेरी बॉडी दे अंदर, तेरे निजकार, तेरे आत्मा दे अंदर, तेरे अंतरात्मे च वसदा है। उन्होंने घर कहंदे ने नवनिध अमृत प्रभ का नाम, देही में इसका विश्राम। अच्छा, फिर किसी से तो लेने की जरूरत ही नहीं है, मेरे अंदर मेरा खजाना है, मैं किसी और मिडलमैन से मांगने क्यों जाऊं। सो असी इस पंक्ति तो इतना ही बस समझ मैसेज लेना है कि जिथे उदा विश्राम है, जिथे वो खजाना टिकिया होया है, जे मैं उस मैसेज नू लै लवां तां मैं भी टिक जावांगा। सो ओनू सुखमनी साहब विच कहंदे ने सुख मनी सुख अमृत प्रभ नाम, भगत जना के मन विश्राम। बस असी इतना मैसेज ही लेना उहदे तो। सो हुण असी कोटेशंस ज्यादा नहीं डिस्कस करांगे, बस मैं मन भुखे नू रजाण वास्ते मैसेज समझण वास्ते एक शब्द डिस्कस करांगा। मन नू जिहड़ा मैसेज दिता जाएगा, उस मैसेज नू नाम कहंदे ने। हुण कहंदे ने मेरे मन तू भुखा है, तेरे कारण बॉडी ऑर्गन्स सब कुछ यूज करते ने, पर नेगेटिव एटीट्यूड दे नाल, वाइसिस दे कारण एक हसदे रहंदे ने, खांदिया खांदिया मुंह कट्ठा, पहनांदिया सब अंग, नानक तरीक तिना दा जीवया जिन सच ना लगो रंग। सो ए सारे अंगा ने यूज किया, पर मन भुखा रहा, इस करके ये सारे अंग इन्हां ते सानू देखण नू लग्या कि एजिंग हो रही है। बट आई एम ऑलवेज अपसेट, आई एम डिस्टर्ब्ड। वो कहंदे हन विण तुद होर जे मंगना, सिर दुखा के दुख। मेरे मन तू विजडम मांग। विण तुद मतलब विदाउट यू, यू मीन्स विजडम, यू मीन्स गॉड, यू मीन्स ट्रूथफुल लिविंग द मैसेज, यू मीन्स सतगुर। विण तुद होर जे मंगना, सिर दुखा के दुख। मेरा ईच ऑर्गन दुखी, अपसेट। दे नाम संतोखिया, सानू प्रेयर सिखाई जा रही है, कंटेंटमेंट मांग। नाम संतोखिया की होंदा है? नाम संतोखिया होंदा है वो वाला मैसेज जिदे नाल मैं कंटेंटेड हो जावां। अख नक कान वालों सारे अंगा वालों कंटेंटेड हो जा। दे नाम संतोखिया, उतरे मन की भुख।
मन की भूख उतर गई, सारे ऑर्गन्स ਨੂੰ विजडम ਦਾ नाम वाला मैसेज देना शुरू कर दिता। गुरु वर्त ने हरिया कीतिया नानक क्या मनुख। अंदर हरियावल हो गई, अंदर स्प्रिंग बसंत चढ़ गई, अंदर दी सारी सृष्टि ठीक हो गई, अंदर आग लगी सी, छाती शीतल, मन सुखी हो गया। अंदर नफरत दी आग लगी हुई सी, वितकरे दी, डिस्क्रिमिनेशन दी आग लगी हुई सी, तपत कड़ाहा बुझ गया। गुरशीतल नाम दियो। वाह, ਅਸੀਂ ਸੈਂਟਰ ਵਿੱਚ ਸਾਡੇ ਕੋਲ ਮੈਸੇਜ ਪਿਆ ਸੀ, ਉਹ ਵਾਲਾ ਮੈਸੇਜ ਅਸੀਂ ਮਨ ਨੂੰ ਦਿੱਤਾ। ਮੀਨਸ ਮਨ ਉਸ ਮੈਸੇਜ ਨਾਲ ਮਰਜ ਹੋ ਗਿਆ। ਮਨ ਇਸ ਖਜ਼ਾਨੇ ਦਾ ਇੱਥੇ ਮਾਲਕ ਬਣ ਗਿਆ। ਉਹਨੂੰ ਕਹਿੰਦੇ ਨੇ ਸੋ ਪਾਤਸ਼ਾਹ ਸ਼ਾਹਾਂ ਪਾਤਸ਼ਾਹ ਹੈ, ਨਾਨਕ ਰਹਿਣ ਰਜ਼ਾਈ। ਉਹ ਇਸ ਦਰ ਦੇ ਅੰਦਰ ਵੜ ਗਿਆ। ਇਹਨੂੰ ਕਹਿੰਦੇ ਨੇ ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਉੱਥੇ ਬੈਠ ਕੇ ਸਾਰੇ ਗੁਣ ਸੰਭਾਲ ਲਏ ਉਹਨੇ। ਉਹਦੇ ਅੰਦਰ ਦੀ ਸ੍ਰਿਸ਼ਟੀ ਦੀ ਆਲ ਫੈਕਲਟੀਜ਼ ਫਿਕਸ ਅਪ ਹੋ ਗਈਆਂ, ਸਭ ਨੂੰ ਅੰਮ੍ਰਿਤ ਮਿਲ ਗਿਆ, ਨੀਚ ਕਰਦਾ ਅੰਮ੍ਰਿਤ। ਸੋ ਅਰਦਾਸ ਕਰਨੀ ਸਿਖਾਈ ਹੈ ਕਿ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਰ ਸਦ ਬਹਾਲੇ ਪਾਸ। ਯੂ ਵਾਂਟ ਵਨਨੈਸ ਵਿਦ ਗॉड ਐਂਡ ਯੂ ਵਾਂਟ ਯੂਅਰ ਅਰਦਾਸ, ਯੂਅਰ ਪ੍ਰੇਅਰ ਫੁਲਫਿਲਡ, ਤਾਂ ਪਤਾ ਕੀ ਕਰ, ਸੰਤੋਖ ਮੰਗਿਆ ਕਰ, ਕੰਟੈਂਟਮੈਂਟ ਮੰਗਿਆ ਕਰ। ਕੰਟੈਂਟਮੈਂਟ ਅੰਮ੍ਰਿਤ ਦੀ ਬੂੰਦ ਹੈ, ਸੰਤੋਖ ਉਹ ਤੇਰੇ ਸਾਰੇ ਅੰਗਾਂ ਨੂੰ ਜਾਏਗੀ। ਭਗਤ ਜਨਾ ਕੇ ਮਨ ਵਿਸ਼ਰਾਮ। तेरा मन अपसेट, तेरे ऑर्गन्स अपसेट। तेरा मन स्टेबल, तेरे ऑर्गन्स स्टेबल। अगेन, विण तुद होर जे मंगना, सिर दुखा के दुख, दे नाम संतोखिया, उतरे मन की भुख। गुरु वंत ने हरिया कीतिया नानक क्या मनुख। मनुख ਦਾ ਮਤਲਬ ਮਨ ਅਤੇ ਮਨ ਦੇ ਕਾਰਨ ਨੈਗੇਟਿਵ ਬਣੀ ਹੋਈ ਬਾਡੀ। ਇਹ ਮੇਰੀ ਬਾਡੀ ਦੀ ਗੱਲ ਨਹੀਂ ਚੱਲ ਰਹੀ, ਮੇਰੇ ਮਨ ਦੇ ਕਾਰਨ ਅੰਦਰ ਦੀ ਬਾਡੀ ਨੈਗੇਟਿਵ ਹੈ, ਇਸ ਕਰਕੇ ਬਾਹਰ ਦੀ ਬਾਡੀ ਦੇ ਕਾਰਨ ਮੈਂ ਡਿਸਟਰਬ ਹਾਂ। ਇਸ ਕਰਕੇ ਉਹਦਾ ਲਫ਼ਜ਼ ਵਰਤਿਆ ਜਾਂਦਾ ਹੈ 9 ਦਰਵਾਜ਼ੇ, 9 द्वार, 9 खंड। जे सारे गॉड लाइक क्वालिटीज वाले तू बनाना चाहता है तो चंगे चाह विचार सीख ले। चंगे चाह विचार नूं की कहंदे ने? एक संत, एक राम। राम जो दाता मुकत को, संत जपावे नाम। अच्छा, ये संत कौन है? वर्च्यूज देंदा कौन है? निजकार अंदर बैठा राम, रब, अल्लाह, वाहगुरु, हरि, बीठल। तो ओ वाला मैसेज जदों सानू समझ आता है ना, ਤਾਂ ਉਸ ਮੈਸੇਜ ਨੂੰ ਲੈ ਕੇ ਅਸੀਂ ਆਪਣੇ ਸਾਰੇ ਅੰਗਾਂ ਨੂੰ ਫਿਕਸ ਅਪ ਕਰਦੇ ਹਾਂ। ਇੱਕ ਸੰਤ, ਇੱਕ ਰਾਮ। ਇੱਕ ਰਾਮ ਮਤਲਬ ਗॉड। गॉड कॉन्सेप्ट है, कोई आसमान ते बैठा होया गॉड की गल नहीं कर रही गुरमत। गुरमत करिए गॉड जो तू कहता है ना वो तेरे अंदर है। ਉਹਦੇ ਚੋਂ ਜਿਹੜੇ ਮੈਸੇਜ ਨਿਕਲ ਕੇ ਆਉਂਦੇ ਨੇ ਉਹਨੂੰ ਸੰਤ ਕਹਿੰਦੇ ਨੇ। ਉਹ ਸਾਰੇ ਮੈਸੇਜ ਨਾਮ ਨੇ। ਸੰਤ ਮੀਨਸ ਸਾਰੀ ਵਰਚੂਜ਼ ਨੇ। ਵਰਚੂਜ਼ ਨੂੰ ਪ੍ਰੈਕਟਿਸ ਕਰੋ ਤਾਂ ਜਪਾਵੇ ਨਾਮ ਹੋ ਗਿਆ। ਵਰਚੂਜ਼ ਦੀ ਪ੍ਰੈਕਟਿਸ ਕਰਨਾ ਨਾਮ ਜਪਣਾ ਕਹਿਲਾਂਦਾ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਬਣ ਜਾਂਦੇ ਨੇ।
वो हर को नाम जपदा मतलब राम 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 अल्लाह 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 वाहिगुरु 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 बीठल 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 हरि 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 एस गॉड 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 खुदा खुदा इंज नहीं करदा। वो निरंतर गॉड लाइक क्वालिटीज नू फॉलो करदा है। फॉलो करना संत जपावे नाम कहलांदा है। वर्च्यूज नू प्रैक्टिस करना नाम जपना कहलांदा है। जो निज कार दी मत लैके नौ निध अमृत प्राप्त का नाम लैके जीवन जींदा है ना, ओदे ऑर्गन्स फिक्स अप हो जाते ने। ओदी पूरी बॉडी, ओदा रोम रोम, ओदा सुरत मतबूद, ओदा थॉट प्रोसेस, ओदे सारे एक्शंस मानो उठदे बैठदे नाम जप रहे ने, मानो वो मेडिटेशन कर रहा है, मान लो वो हमेशा समाधि में है। सो साडियां कुछ टर्म्स क्लियर हुई। नौनिध अमृत प्राप्त का नाम देही में इसका विश्राम। जिस जालनित कारण तुम जगाए सो अमृत गुरु पाही जियो, छोड़ो वेश पेक चुतराई दुखदाई फल नाई जियो, मान रहे थिर रहो मत का जाई जियो, बाहर टूंडत बहुत दुख पावे कार अमृत कट माही। तेरे अंदर है, उस मैसेज को ले ले, अंदर की आवाज को सुन ले, अपने ऑर्गन्स पे उसको अप्लाई कर दे, तू कंटेंटेड हो जाएगा। कंटेंटेड होने के बाद जो तेरे एक्शंस बनेंगे वो वर्च्यूज वाले बनेंगे। उसको नाम जपना कहते हैं, उसको संतन संग कहते हैं, उसको वननेस विद गॉड कहते हैं। सतगुर की जिसो मत आवे सो सतगुर माए समाना, गुण के गुणी समावने। वननेस विद द क्वालिटीज, गॉड लाइक क्वालिटीज, वर्च्यूज के नाल वन हो जाना नाम जपना कहलाता है। चंगे चज चार सीख ले, चंगे चज चार सीख लो ना। जे जुग चारे आरजा, चारे मतलब चज चार, आरजा मतलब उम्र होर दसूनी होए, होर वध जाती है। फोर्टिफाइड हो जाती है, अनलिमिटेड टाइम्स मल्टीप्लाई हो जाती है। कि whosoever, if anyone चंगे चज चार दा जीवन जीवे, होर दसूनी होए। आरजा ओदी किदी, मन दी, शरीर दी नहीं। शरीर का लॉज ऑफ नेचर जितना जीना है उतना ही जिएगा। प्रॉपर ढंग नाल जियो 100-110 साल जी सकते हैं। इम्प्रॉपर ढंग नाल जियो तो असीं जल्दी भी मर जाते हैं। सो बॉडी अपने रेगुलर सिस्टम में एक्सपायर होएगी, लेकिन चंगे गुणा दा चज चार जियो, जे जुग चारे आरजा होर दसूनी होए। नवा खंडा विच जानी है। ए 9 खंड, कोई बाहरले धरती ते आकाश ते 9 खंड नहीं ने। कोई नहीं दस सकता माइका ला लो बाहर 9 खंड केड़े ने। जोग्राफी वाले भी नहीं दस सकते, और कोई दुनिया का बंदा नहीं दस सकता 9 खंड बाहर केड़े ने। अंदर 9 खंड मेरे इस शरीर दे सारे ऑर्गन्स। नवा खंडा भी जानी है। नाल चला सब कोई, नाल चला सब कोई की हुंदा है, मन ने विजडम ले ली और मन विजडम लैके आप एलिवेट हो गया। ਇਹਦੇ सारे अंग ਇਹਦੇ नाल ट्यून्ड हो गए, विजडम वाले हो गए। क्यों? क्योंकि मन ने चंगा नाव अपना आधार बना लिया। चंगा नाव रखाए के जस किर जग ले। ए गॉड लाइक क्वालिटीज दे गुणा नाल जीना प्रेज कहलांदा है, जस कीर्ति कहलांदा है, और ए ओनू जींदा है। अदरवाइज जे तिस नजर ना आवे, जे वो विजन लवे ही ना, जे वो सतगुर दी मत दा नजरिया लवे ही ना, तब बात ना पूछे कि फिर सारे अंग डिस्टर्ब हो जाते ने। अखा अपनी मर्जी कर दिया ने, कान अपनी मर्जी करते ने। ये निज कर दी बात पूछते ही नहीं, मन नू पूछते ही नहीं क्या मैसेज मिला है सर बताओ ना। अखा अपनी मर्जी कर दिया, कान अपनी करते ने, नक अपनी करते ने, कदम अपनी करते ने, हाथ अपनी करते ने, सारा कुछ मन तन भंग हो जाता है। जे तिस नजर ना आवे मीन्स
अगर तिस का मतलब मन, अगर मन निज घर दा नौ निध अमृत प्रभ का नाम देही में इसका विश्राम वाले मैसेज दे नजरिए दा विजन इनसाइट नजरिया नहीं लेंदा है, जे तिस नजर के सारे अंग डिस्टर्ब, अंदर दे सारे जी जंत डिस्टर्ब, फिर की हो जाता कीटा अंदर कीट, असी कीड़े वाला जीवन जीन लग पैंदे, कर दोषी दोष तरे। बट जे नदर लै लवो नानक निर्गुण गुण करे, ਉਹ ਨਿਰਗੁਣ ਯਾਰਿਆਂ ਨੂੰ ਗੁਣ ਦੇ ਦਿੰਦਾ ਹੈ, ਗੁਣਵੰਤਿਆਂ ਗੁਣ ਦੇ, ਜਿਨ੍ਹਾਂ ਕੋਲ ਗੁਣ ਨੇ ਉਹਨਾਂ ਨੂੰ ਹੋਰ ਗੁਣ ਦੇ ਦਿੰਦਾ, ਉਹ ਹੰਬਲ ਰਹਿੰਦੇ ਨੇ। ਜੇ ਅਸੀਂ ਇਹ ਲੈ ਲਈਏ ਨਾ, ਅਸੀਂ ਤ੍ਰਿਪਤ ਹੋ ਜਾਂਦੇ ਆ, ਸੰਤੋਖੀ ਹੋ ਗਏ। ਤ੍ਰਿਪਤ ਹੋ ਜਾਓ ਨਾ, ਸਾਨੂੰ ਨਾਨਕ ਪਦ ਪ੍ਰਾਪਤ ਹੁੰਦਾ ਹੈ। ਅਸੀਂ ਸੁਣਿਆ ਨਾ, ਨਾਨਕ ਕੀ ਮਾਂ ਕਾ ਨਾਮ, ਮਾਤਾ ਜੀ का नाम ਤ੍ਰਿਪਤਾ ਥਾ। ਅਸੀਂ ਜਦੋਂ ਤ੍ਰਿਪਤ ਹੋ ਜਾਂਦੇ ਆ, 3 ਰੋਗਾਂ ਵਿੱਚ ਜਦੋਂ ਅਸੀਂ ਫਸਦੇ ਨਹੀਂ ਹਾਂ, ਤਾਂ ਸਾਡੀ ਜੰਮ ਪਤ ਨਹੀਂ ਲੁੱਟਦਾ ਹੈ। ਅਸੀਂ ਤ੍ਰਿਪਤ ਹੋ ਗਏ, मतलब मानो तृप्ता माता के घर मेरा मन पैदा हो गया, जम्या पूत भगत गोविंद का हो गया, नानक बन गए। साडे कोल मत सुलखनी आ जाएगी, उसको नार बोलते हैं, घर की नार पत्नी बोलते हैं। सुलखनी मत आ गई। सुलखनी मत है कंटेंटेड मदर दे घर जम्मिया, पत लुटी नहीं जाती, 3 रोगां तो पार हो गए, सारे ऑर्गन्स अमृत वाला जीवन जींदे ने, सारे ऑर्गन संतन संग करदे ने, सारे ऑर्गन्स बैलेंस्ड ने, स्पिरिचुअलिटी वाली क्वालिटीज प्रैक्टिस करते ने। एनू नाम जपना कहते ने, एनू समाधि कहते ने, एनू मेडिटेशन कहते ने। ए उठदिया बैठदिया खांदिया पींदिया सौंदिया जागदिया लोकां नाल बिहेव करदिया काम काज करदिया सब जगह हर वेले समाधि लगी रहती है। स्पेशल चौकड़ा मार के बैठना नहीं पैंदा। नौनिध अमृत प्रभ का नाम दी में इसका विश्राम। ਇਹਦਾ ਮਤਲਬ ਜਿਹੜੇ 9 ਆਰਗਨਸ ਨੇ ਨਾ, ਇਹਨਾਂ ਦਾ ਜਿਹੜਾ ਵਿਜ਼ਡਮ ਵਾਲਾ ਮੈਸੇਜ ਹੈ ਨਾ, ਉਹਨੂੰ 9 ਨਿਧ ਕਹਿੰਦੇ ਨੇ। 9 ਨਿਧ ਦਾ ਖਜ਼ਾਨਾ ਕਹਿੰਦੇ ਨੇ, 9 ਨਿਧ ਦਾ ਅੰਮ੍ਰਿਤ ਨਾਮ ਕਹਿੰਦੇ ਨੇ। and that's how we are spiritual personality, and we are in samadhi, we are doing meditation always, that's it ji। जुजार जी क्वेश्चंस, और ਤੁਹਾਡੇ ਕੋਲ ਵਿੰਦਰੀ ਭੂਆ ਜੀ ਹੋਣਗੇ ਜਾਂ ਜਸਮੀਤ ਸਿੰਘ ਜੀ ਹੋਣਗੇ, ਜਾਂ ਉਹਨਾਂ ਕੋਲੋਂ ਸ਼ੇਅਰਿੰਗ ਲੈ ਲਓ। ਹਾਂਜੀ ਵੀਰ ਜੀ ਥੈਂਕ ਯੂ। ਤੁਸੀਂ ਸਾਨੂੰ ਇਹ ਸਮਝਾ ਰਹੇ ਸੀਗੇ ਕਿ ਐਕਚੁਅਲ ਵਿੱਚ ਨਾਮ ਕੀ ਹੈਗਾ। ਇਟ ਇਜ਼ ਗੁਣ ਜਿਹੜੇ ਆਪਣੇ 9 ਦੁਆਰਿਆਂ ਨੂੰ ਮਨੋਵਰ ਕਰਨਾ, ਉਹਨਾਂ ਨੂੰ ਕੰਟਰੋਲ ਕਰਨਾ ਵਿਦ ਦ ਡਿਵਾਈਨ ਵਿਜ਼ਡਮ। ਬਿਊਟੀਫੁਲੀ ਐਕਸਪਲੇਨ। ਹੁਣ ਸਾਡੇ ਨਾਲ ਬੰਬੇ ਤੋਂ ਜਸਮੀਤ ਜੀ ਹੈਗੇ ਨੇ। ਆਈ ਵੁੱਡ ਲਾਈਕ ਟੂ ਰਿਕੁਐਸਟ ਹਿਮ ਇਫ ਹੀ ਇਜ਼ देयर ਤੇ ਪਲੀਜ਼ ਸਾਡੇ ਨਾਲ ਬਾਰੇ ਸਾਂਝ ਪਾਓ। ਜਸਮੀਤ ਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਨੇ ਹੁਣੇ ਹੀ ਜਦੋਂ ਨਾਮ ਦੀ ਪਰਿਭਾਸ਼ਾ, ਨਾਮ ਕਿਵੇਂ ਜਪਣਾ ਹੈ ਤੇ ਨੌਨਿਧ ਦੀ ਪਰਿਭਾਸ਼ਾ ਕੀ, ਬੜੇ ਹੀ ਪਿਆਰੇ ਢੰਗ ਵਿੱਚ ਸਮਝਾਈ। ਜਦੋਂ ਗੁਰੂ ਨਾਨਕ ਸਾਹਿਬ ਦੀ ਇੱਕ ਬੜੀ ਪਿਆਰੀ ਪੰਕਤੀ ਗੁਰੂ ਨਾਨਕ ਸਾਹਿਬ ਸਪਸ਼ਟ ਕਰਦੇ ਨੇ, ਪਹਿਲਾਂ ਧਰਤੀ ਸਾਧ ਕੇ। ਅਸੀਂ ਜਦੋਂ ਕਿਸਾਨ ਵੀ ਹੁੰਦਾ ਹੈ ਨਾ, ਉਹ ਬੜੀ ਮਿਹਨਤ ਨੇ ਨਾਲ ਪਹਿਲਾਂ ਧਰਤੀ ਤਿਆਰ ਕਰਦਾ ਹੈ। ਉਹ ਮਿਹਨਤ ਕਰਦਾ ਹੈ ਤਾਂ ਕਿ ਜਿਸ ਜਗ੍ਹਾ ਤੇ ਉਹਨੇ ਬੀਜ ਪਾਣਾ ਹੈ, ਉਹ ਬੀਜ ਵੇਸਟ ਨਾ ਚਲਾ ਜਾਏ, ਧਰਤੀ ਰੈਡੀ ਹੋਏ। ਜਦੋਂ ਉਹ ਬੀਜ ਪਾ ਵੀ ਦਿੰਦੇ, ਉਹਦਾ ਕੰਮ ਉਧਰ ਖਤਮ ਨਹੀਂ ਹੁੰਦਾ। ਹੀ ਮੇਕ ਸ਼ੋਰ ਕਿ ਉਸ ਧਰਤੀ ਦੀ, ਉਸ ਖੇਤੀ ਦੀ ਉਹ ਰੱਖਿਆ ਕਰਨ ਲਈ ਵੀ ਇੱਕ ਵਾੜ ਕ੍ਰੀਏਟ ਕਰਦਾ ਪਿਆ। ਗੁਰੂ ਸਾਹਿਬ ਕਹਿੰਦੇ ਪਰ ਬਸ ਸਿਮਿਲਰਲੀ ਜਦੋਂ ਤੂੰ ਆਪਣੀ ਹਿਰਦਾ ਰੂਪੀ ਧਰਤੀ ਨੂੰ ਉਪਜਾਊ ਬਣਾਉਣਾ ਚਾਹੁੰਦਾ ਹੈ ਨਾ, ਉਦੋਂ ਚਾਹੁੰਦਾ ਕਿ ਚੰਗੀ ਫਸਲ ਕ੍ਰੀਏਟ ਹੋਏ। ਗੁਰੂ ਸਾਹਿਬ ਕਹਿੰਦੇ ਪਏ ਨੇ, ਪਹਿਲਾਂ ਧਰਤੀ ਸਾਧ ਕੇ ਸਚ ਨਾਮ ਦੇ ਦਾਨ,
ਹੁਣ ਸਮਝਣਾ ਪਏਗਾ ਉਹ ਸਚ ਨਾਮ ਦੇ ਦਾਨ ਕਿਵੇਂ ਕਰਨਾ, ਕਿਉਂਕਿ ਅੱਗੇ ਕਹਿੰਦੇ ਪਏ ਨੇ ਨੌ ਨਿਧ ਉਪਜੈ ਨਾਮ ਏਕ ਕਰਮ ਪਵੇ ਨਿਸ਼ਾਨ। ਹੁਣ ਨੌ ਨਿਧ ਨੇ ਉਪਜਣਾ, ਹੁਣ ਸਮਝਣਾ ਪਏਗਾ ਫਿਰ ਉਸ ਨਾਮ ਨੂੰ ਜਪਣਾ ਕਿਵੇਂ, ਉਹ ਧਰਤੀ ਉਹ ਖੇਤੀ ਤਿਆਰ ਕਰਨੀ ਕਿਵੇਂ। ਭਗਤ ਨਾਮਦੇਵ ਸਾਹਿਬ ਬੜੇ ਹੀ ਪਿਆਰੇ ਅੰਦਾਜ਼ ਵਿੱਚ ਸਾਨੂੰ ਇਹ ਚੀਜ਼ ਸਮਝਾਉਂਦੇ ਨੇ। ਭਗਤ ਨਾਮਦੇਵ ਸਾਹਿਬ ਨਾ ਕੁਝ ਐਗਜ਼ਾਮਪਲਸ ਦਿੰਦੇ ਨੇ, ਜੋ ਐਗਜ਼ਾਮਪਲਸ ਦੇ ਕੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਉਹ ਪਰਮਾਤਮਾ ਦਾ ਨਾਮ ਜਪਣਾ ਕਿਵੇਂ ਹੈ। ਜਿਹੜਾ ਨਾਮ ਜਪਿਆ मेरा ਇਹ जो एक नौनिध ਦੀ ਗੱਲ ਚਲਦੀ ਪਈ ਹੈ, नौनिध अमृत प्रभ का नाम, पर आगे स्पष्ट करते दे ही मैं इसका विश्राम, वो पता किमें लग जाए जीवन चो नजर किमें है, वो नाम जपना किमें। भगत जी ना कुछ एग्जांपल्स देंगे ने। भगत नामदेव साहब कहते पे ने मन राम नामा बेदीअले, बेदीअले दा भाव है विंजिया गया, पियर्स हो गया। अगे एग्जांपल देंगे ने जैसे कनिक कला चित मांडी वाले, एग्जाम्पल दितो ने एक सुनियार दी। हुण सुनियार जदों भी अपने दुकान च बैठा है, उहदे नाल एक ग्राहक आएगा, उहदे नाल गल्लां करेगा, दूजा ग्राहक आया उहदे नाल गल्लां कीतियां, तीजा ग्राहक आया उहदे नाल गल्लां कीतियां, पर सुनियार दा ध्यान हर वक्त किस जगह ते? कीमती चीज वाल। कीमती चीज की है? सोना। इस करके तुसीं एक चीज होर चेता रखियो, जदों बाकी सारे होणगे जिहड़ा झाड़ू लाणगे, वो झाड़ू लांदे ने बाहर वाले पासे, सुनियार फोकस करता है उसनों अंदर वाले पासे लेके आए, ताकि हो सकता है कोई कीमती कीमती निक्के निक्के सोना होए जेड़ा बाहर रुल ना जाए, सुट ना दम है, क्योंकि कीमती चीज है। भगत जी कहते पे ने हे मेरा मना राम नामा बेदीअले विंजिया गया, पियर्स हो गया किवें? जैसे कनक कलाचित मांडीअले, जिवें एक सुनियार अपना किरत करदियां ध्यान किधर रखदा है? कीमती चीज वल। तू दुनिया दे विच विचरदियां जदों तू अपना ध्यान कंटेंटमेंट वाले रखें, तू अपना ध्यान सच वाले रखें, तू अपना ध्यान कीमती चीज वाले रखें, तेरे मन ने विंजिया जाना है, पियर्स हो जाना है। और एग्जांपल नाल भगत जी कहंदे ने स्पष्ट हो जाइए कि गल चलदी की पई है। पहले बंद विच भगत जी समझांदे पए ने आनी ले कागज काटी ले गुडी आकाश मदे परमीअले। हुण एक बच्चा सी बाहरों गया, कागज लेके आया, उन्हें बड़ी मेहनत नाल पतंग तैयार की, पतंग लैके वो छत ते चढ़ गया। हुण जदों छत ते चढ़ गया, पतंग उड़ांदा पे, नाल दोस्त मित्र ने गल्लां बातां करदा पे, थल्लों मां आवाज मारदी है, मां नूं भी बोलदे हाँ मैं आंदा। हुण वो सारियां दे नाल गल्लां बातां करदा पे, पर उहदा ध्यान किधर है? डोरी वल। उहनूं पता है कि एक सेकंड लई भी मेरा ध्यान टुटिया, डोरी ने कट्टे जाना है, जो मैं इतनी मेहनत कीती है, एक सेकंड लगना है, उस मेहनत ने खत्म हो जाना है। भगत जी कहते पे ने आनी ले कागज, कागज लेके आया, काटी ले गुडी पतंग तैयार की थी, आकाश मदे परमीअले पंच जनास्यों बात बतौआ चीत सो डोरी राखी ले। पर उहदा जिहड़ा चित है ना, वो डोरी वाला है। मैं केवल अखरी अर्थ करदा पिया, हाल दी करी। दूजी एग्जाम्पल भगत जी देंदे ने, भगत जी समझांदे पे ने आनी ले कुंभ, कुंभ कहंदे ने घड़े नूं, मटके नूं। हुण घर दियां पिंड दियां सियानियां पिंडों बाहर गया, किस चीज लई? पानी भरन लई। आनी ले कुंभ, भराई ले उदक, पानी भरन लई। राजकुआर पुरंदरीए पिंडों शहरों बाहर गईयां, किस चीज लई? पानी भरन लई। हुण जदों आपस विच सहेलियां ने हसदियां ने, खेलदियां ने, गल्लां बातां करदियां ने, भगत जी कहंदे पए ने आनी ले कुंभ, भराई ले उदक, राजकुआर पुरंदरीए हस्त विनोद विचार करती है। हसदियां ने, खेलदियां ने, गल्लां करदियां ने, पर एक चीज चेता रखियो, चीत सो गागर राखिए ले। उन्हां दा चित किधर है? गागर वाल, घड़ियां वाल, रस्ते वाल, कि किधर पैर ते एक पत्थर चुभ गया, ए अगर हाथों घड़ा छुट गया, जो मैं मेहनत कीती हुई है, इस मेहनत ने खत्म हो जाना है। पानी दा कुछ असी यूज नहीं कर सकांगे, क्योंकि घड़े ने टुट जाना। सोने दा ध्यान, सुनियार दा ध्यान कीमती चीज वाल। जो पतंग उड़ांदा पे, वो सब कुछ काम करदा पे, ध्यान डोरी ना कट्टी जाए। जिहड़ी पानी भरन गई है, मेहनत करदी पई है, ध्यान किस पासे? पैर च ठोकर ना लगे, हाथों घड़ा छुट ना जाए, वो पानी मेरे कम जोगा नहीं रहना। तीजी एग्जाम्पल देंदे ने, भगत जी कहंदे पे ने मंदिर एक द्वार 10 जाके। इस गल वैसा चलती पई है कि ए जो 9 द्वारे प्रगट किए 10वां गुप्त रखाया दी गल चलती पई, पर असी फिलहाल दी कड़ी केवल शब्दी अर्थ नूं समझी। मन लो एक जगह दे 10 दरवाजे होण, ਉਹ ਖੋਲੇ ਤੇ ਗਾਵਾਂ ਨੂੰ ਬਾਹਰ ਘਾਹ ਚਰਨ ਲਈ ਛੱਡਿਆ। ਮੰਦਰ 1 द्वार 10 जाके,
ਗਊ ਚਰਾਵਨ ਛਾੜੀਏ, ਗਾਵਾਂ ਨੂੰ ਚਰਾਣ ਲਈ ਛੱਡਿਆ। 5 ਕੋਸ ਪਰ ਗਊ ਚਰਾਵਤ, ਦੂਰ ਜਾ ਕੇ ਕਾਂ ਚੜਦੀ ਪਈ ਹੈ, ਪਰ ਉਹਦਾ ਧਿਆਨ ਕਿਧਰ ਹੈ? ਚੀਤ ਸੋ ਬਛੜਾ ਰਾਖੇ ਲਈ, ਉਹਦਾ ਧਿਆਨ ਕਿਧਰ ਹੈ? ਬਛੜੇ ਵਾਲੇ ਪਾਸੇ। ਹੁਣ ਇਹ ਸਾਰੀ ਐਗਜ਼ਾਮਪਲਸ ਦਿੱਤੀਆਂ, ਭਗਤ ਜੀ ਕਹਿੰਦੇ ਪਏ ਨੇ ਤੈਨੂੰ ਜੇ ਹਲੇ ਵੀ ਸਮਝ ਨਹੀਂ ਆਉਂਦੀ ਪਈ ਨਾ ਕਿ ਕਿਸ ਡਾਇਰੈਕਸ਼ਨ ਤੇ ਭਾਵ ਅਰਥ ਵੱਲ ਤੈਨੂੰ ਲੈ ਕੇ ਜਾਣਾ ਚਾਹੁੰਦਾ, ਆ ਤੈਨੂੰ ਮੈਂ ਅਖੀਰਲੀ ਐਗਜ਼ਾਮਪਲ ਇੱਕ ਮਾਂ ਦੀ ਦਾ। ਭਗਤ ਸਾਹਿਬ ਅਖੀਰਲੀ ਐਗਜ਼ਾਮਪਲ ਦਿੰਦੇ ਪਏ ਨੇ, ਕਹਿਤ ਨਾਮਦੇਵ ਸੁਨੋ ਤਿਲੋਚਨ। ਕਿਉਂ ਕਿਹਾ? ਕਿਉਂਕਿ ਸ਼ਲੋਕਾਂ ਵਿੱਚ ਸਵਾਲ ਆਇਆ ਸੀ ਨਾ, ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ, ਕਾਹੇ ਛਿਪੋ ਛਾਈ ਲੈ ਰਾਮ ਨਾ ਲਾਭੋ ਚੀਤ। ਜਵਾਬ ਆਇਆ ਸੀ, ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸਮਾਰ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ। ਨਾਲ ਕੰਮ ਸਾਰੇ ਕਰਨੇ ਨੇ, ਪਰ ਸਿਮਰਨ ਕਰਨਾ ਕਿਵੇਂ? ਭਗਤ ਜੀ ਕਹਿੰਦੇ ਪਏ ਨੇ, ਕਹਿਤ ਨਾਮਦੇਵ ਸੁਨੋ ਤਿਲੋਚਨ। ਬਾਲਕ ਪਾਲਨ ਪਾਉਂਦੀ ਹਲੇ, ਇੱਕ ਬੱਚੇ ਨੂੰ ਮਾਂ ਨੇ ਕ੍ਰੇਡਲ ਵਿੱਚ ਪਾਇਆ, ਅੰਤਰ ਬਾਹਰ ਕਾਜ ਬਿਰੁਦੀ, ਘਰ ਦੇ ਸਾਰੇ ਕੰਮ ਕਰਦੀ ਹੈ, ਪਰ ਚੀਤ ਸੁਬਾਰਕ ਰਾਖੀ ਹਲੇ, ਉਹਦਾ ਧਿਆਨ ਕਿਹਦੇ ਵੱਲ? ਬੱਚੇ ਵੱਲ, ਕਿ ਬੱਚਾ ਕਿਧਰ ਉੱਠ ਨਾ ਜਾਏ। ਸ਼ਬਦ ਦੇ ਅਖਰੀ ਅਰਥ। ਪਰ ਜਦੋਂ ਅਸਾਂ ਇਹਨਾਂ ਐਗਜ਼ਾਮਪਲਸ ਨੂੰ ਭਾਵ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰੀ, ਇਹ ਸਭ ਜਗ੍ਹਾ ਤੇ ਸਾਨੂੰ ਦੱਸਿਆ ਗਿਆ ਹੈ ਕਿ ਸਿਮਰਨ ਦਾ, ਸਿਮਰਤੀ ਵਿੱਚ ਰੱਖਣ ਦਾ, ਜਪਨ ਦੀ ਪਰਿਭਾਸ਼ਾ ਕੀ ਹੈ। ਤੂੰ ਕਿਸੇ ਚੀਜ਼ ਨੂੰ ਤਿਆਗਣਾ ਨਹੀਂ ਹੈ, ਤੂੰ ਰਿਨਾਉਂਸ ਨਹੀਂ ਕਰਨਾ, ਤੂੰ ਮਨ ਮਾਰਨ ਕਾਰਨ ਬਣ ਜਾਈਏ। ਭਗਤ ਕਬੀਰ ਸਾਹਿਬ ਕਹਿੰਦੇ ਪਏ ਨੇ, ਤੂੰ ਮਨ ਨੂੰ ਮਾਰਨ ਖਾਤਰ ਬਾਹਰ ਸਮਾਧੀ ਲਾ ਕੇ ਬੈਠੇਗਾ, ਪਰ ਮਿਲਣਾ ਕੁਝ ਹੈ ਨਹੀਂ। ਹੁਣ ਜਦੋਂ ਤੂੰ ਇਹ ਭਗਤ ਨਾਮਦੇਵ ਦੇ ਸ਼ਬਦ ਤੋਂ ਸਿਮਰਨ ਦੀ ਪਰਿਭਾਸ਼ਾ ਸਿੱਖਣੀ ਹੈ ਨਾ, ਤੂੰ ਸਮਝ ਜਾ ਇੰਪੋਰਟੈਂਟ ਚੀਜ਼ ਕੀ ਹੈ। ਫਿਰ ਤੂੰ ਰਿਨਾਉਂਸ ਨਹੀਂ ਕਰੇਗਾ, ਫਿਰ ਤੂੰ ਤਿਆਗੀ ਨਹੀਂ ਅਖਵਾਏਗਾ, ਤੂੰ ਇਹ ਸਮਝ ਜਾਏਗਾ ਦੁਨੀਆ ਦੇ ਵਿੱਚ ਵਿਚਰਦਿਆਂ ਮੈਂ ਹਰ ਕੰਮ ਕਰਨਾ ਹੈ, ਕਿਉਂਕਿ ਧਰਮ ਦੀ ਪਰਿਭਾਸ਼ਾ ਹੀ ਮਨੁੱਖੀ ਫਰਜ਼ਾਂ ਦੀ ਪਹਿਚਾਨ ਹੈ। ਆਈ ਰਿਪੀਟ, ਪ੍ਰੋਫੈਸਰ ਸਾਹਿਬ ਸਿੰਘ ਦਰਪਣ ਦੇ ਅੰਦਰ ਵੀ ਇੱਕ ਸ਼ਬਦ ਆਉਂਦਾ ਹੈ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ। ਹੁਣ ਉਧਰ ਦੀਨ ਦਾ ਭਾਵ ਹੈ ਧਰਮ, ਤੇ ਪ੍ਰੋਫੈਸਰ ਸਾਹਿਬ ਸਿੰਘ ਦਰਪਣ ਦੇ ਵਿੱਚ ਉਧਰ ਕਲੀਅਰ ਲਿਖਦੇ ਨੇ ਅਰਥ, ਧਰਮ ਦਾ ਭਾਵ ਵੀ ਮਨੁੱਖੀ ਫਰਜ਼ਾਂ ਦੀ ਪਹਿਚਾਨ। ਹੁਣ ਜਦੋਂ ਤੂੰ ਆਪਣੀ ਦੁਨੀਆ ਦੇ ਵਿੱਚ ਕਾਰ ਵਿਹਾਰ ਕਰਦਿਆਂ ਧਰਮੀ ਰਿਹਾ, ਭਾਵ ਤੂੰ ਆਪਣੇ ਫਰਜ਼ਾਂ ਦੇ ਪ੍ਰਤੀ ਇਮਾਨਦਾਰ ਰਿਹਾ, ਤੂੰ ਇੰਪੋਰਟੈਂਟ ਚੀਜ਼ ਸਮਝ ਜਾਣੀ ਹੈ। ਜੋ ਇੰਪੋਰਟੈਂਟ ਚੀਜ਼ ਇਸ ਸ਼ਬਦ ਦੇ ਵਿੱਚ ਕਿਧਰ ਦੱਸੀ? ਇੱਕ ਪਤੰਗ ਦੀ ਉਦਾਹਰਨ ਦੇ ਕੇ, ਕਿਧਰ ਦੱਸੀ ਗਾਗਰ ਦੀ ਉਦਾਹਰਨ ਦੇ ਕੇ, ਕਿਧਰ ਦੱਸੀ ਬਛੜੇ ਦੀ ਉਦਾਹਰਨ ਦੇ ਕੇ, ਕਿਧਰ ਦੱਸੀ ਬੱਚੇ ਦੀ ਉਦਾਹਰਨ ਦੇ ਕੇ। ਪਰ ਗੁਰੂ ਸਾਹਿਬ ਸਪਸ਼ਟ ਕਰਦੇ ਪਏ ਨੇ, ਉਹ ਨਾਮ, ਉਹ ਨੌਨਿਦ, ਉਹ ਸਿਮਰਨ ਕਿਵੇਂ ਕੀਤਾ ਜਾ ਸਕਦਾ? ਉਹ ਇੱਕੋ ਇੱਕ ਤਰੀਕਾ ਹੈ, ਮਨ ਮੇਰੇ ਗੁਰ ਕੀ ਮਨ ਲੈ ਰਜ਼ਾਏ। ਜਦੋਂ ਤੂੰ ਰਜ਼ਾ ਦੇ ਵਿੱਚ ਰਾਜ਼ੀ ਹੋ ਗਿਆ, ਹੁਕਮ ਰਜ਼ਾਈ ਚੱਲਣਾ ਹੋ ਗਿਆ, ਤੇ ਗੁਰੂ ਸਾਹਿਬ ਕਹਿੰਦੇ ਪਏ ਨੇ, ਮਨ ਮੇਰੇ ਗੁਰ ਕੀ ਮਨ ਲੈ ਰਜ਼ਾਏ, ਮਨ ਤਨ ਸ਼ੀਤਲ ਸਭ ਥੀਏ। ਮਨ ਦਾ ਭਾਵ ਵਿਚਾਰਾਂ ਦਾ ਸੰਗ੍ਰਹਿ, ਤਨ ਦਾ ਭਾਵ ਹੈ ਕਰਮ, ਤੇਰਾ ਥਾਟ ਪ੍ਰੋਸੈਸ ਐਂਡ ਹੈਂਸ ਯੋਰ ਐਕਸ਼ਨਸ। ਮਨ ਤਨ ਸ਼ੀਤਲ ਸਭ ਥੀਏ, ਉਹ ਤੇਰਾ ਮਨ ਤੇ ਤੇਰਾ ਕਰਮ ਸ਼ੀਤਲ ਹੋ ਜਾਣਗੇ। ਨਤੀਜਾ ਕੀ ਨਿਕਲੇਗਾ? ਨਾਮ ਵਸੈ ਮਨ ਆਏ। ਤੇਰਾ ਜੋ ਥਾਟ ਪ੍ਰੋਸੈਸ ਹੈ ਉਹ ਉਸ ਰੱਬੀ ਨਿਯਮ ਦੇ ਅਨੁਸਾਰ ਹੋ ਜਾਏਗਾ। ਜਦੋਂ ਤੇਰਾ ਥਾਟ ਪ੍ਰੋਸੈਸ ਰੱਬੀ ਨਿਯਮ ਦੇ ਅਨੁਸਾਰ ਹੋ ਗਿਆ, you will be able to take decisions in your life. What is more important? मैं renounce नहीं अखवाना, मैं चोकड़े नहीं मारने, मैं समाधियां नहीं लानी, मैं सहज समाध लगानी है। सहज समाध का भाव जिस अवस्था विच मेरी डावाडोल की हालत खत्म हो जाए, वो सिमरन की परिभाषा। वो जो वीर जी होरां ने नौनिध अमृत प्रभ का नाम देही मैश का विश्राम जो बड़े खुल के समझाता है। मैंने लगता नहीं कि मैं इस पर कुछ ऐड कर सकता, क्योंकि वीर जी ने बहुत ही खोल के समझाता है। जी जुजारवीर जी बहुत बहुत धन्यवाद। मैं भी ये शब्द कोट करन लगा सी, बिकॉज इस विच पूरी इलाबोरेशन विच दस्या गया कि हाउ यू हैव टू कंसंट्रेट अपनी जिंदगी दे विच हर जगह साडा चित्त कित्थे हुंदा है। तो गुरु साहिब जी कहंदे ना, गुर की मैनू शब्द विसर गया है कि सेवा भी असी चित करके, जे को करे चित लाए। गुर की सतगुर की सेवा सफल है, जे को करे चित लाए। तो जब तक साडा चित नहीं लग्या असी जुड़े नहीं आ, सानू नाम दा हले अर्थ ही नहीं पता। तो साडे नाल विंदरी भूआ जी भी हैगे ने, मैं उन्हां नू रिक्वेस्ट करांगा कि वो भी साडे नाल प्लीज इस बारे कुछ सांझ पाण। आंटी जी प्लीज अनम्यूट योरसेल्फ। हाँ जी, थोड़ा वीडियो ऑफ है। हाँ जी, वाहिगुरू जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I think already Pupinder Ji ने बहुत कुछ बोलता है, even Jaspreet Ji has talked about. I think there's nothing left, but even then मैं थोड़ा बहुत एक add करूंगी because dealing with the children, सारी language is supposed to be very very simple and according to their level. नाम सिमरन जो है बड़े भुलेखे है, आज तक भुलेखे हैं और ये डेरे बन चुके हैं क्योंकि नाम सिमरन दे अर्थ गलत हो गए। पूरा गुरु ग्रंथ साहब नाम दे ऊपर है, अगर नाम दे अर्थ ठीक न होए तो वी कैन नॉट अंडरस्टैंड द मीनिंग ऑफ द गुरु ग्रंथ साहब। नाम एंड नेम, NAME is a name and AAM is the noun. What is the difference between name and noun? ਅਸੀਂ ਇਹਨਾਂ ਦੋਨਾਂ ਨੂੰ ਇੱਕੋ ਹੀ ਸਮਝ ਲਿੱਤਾ ਹੈ। According to every religion, उस oneness ਦਾ एक नेम देता है, ना देता है, नेम देता है, वाहिगुरु, ओम, राम, अल्लाह, गॉड सब देता है। Now this is the name, NAME, name of that oneness. और जरा नाम है NAAM, नाम है, it is that oneness. That means the name of that नाम. There's a difference between name and noun. फिर नाम दा अर्थ की है, नाम इज होंद, उदी एग्जिस्टेंस, उदा कोई रूप रंग ते है नहीं, वो एक गुणा दी एक कहंदे संग्रह है, इज अ पोटली ऑफ द गुण। हुण अगर से नाम सिमरन कहिए तो तकरीबन संसार ऑल आर डूइंग सिमरन मीन्स चेते करना, बार बार उसनु चेते करना। और ग्रंथ कहता है कि ਤੁਹਾਨੂੰ 24 घंटे श्वास श्वास सिमरना पेगा। 24 घंटे कर रही हैं बट गिले शिकवे अपना ਅਸੀਂ सिमरन कर रहे हैं, पर कहते हैं कि नाम सिमरन करना है। भुलेखे ਵਿੱਚ ਆ ਕੇ ਅਸੀਂ नेम सिमरन शुरू करता, ਅਸੀਂ वाहिगुरु वाहिगुरु अल्लाह अल्लाह करता, ओम ओम कर और म्यूट हो गया जी। ओके, ਅਸੀਂ ਇਸੇ ਭੁਲੇਖੇ ਦੇ ਵਿੱਚ ਹੀ ਅਸੀਂ ਪੂਰੀ ਜ਼ਿੰਦਗੀ ਵਾਹਿਗੁਰੂ 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 ਕਰਦੇ ਆ, ਸੋਚੇ ਕਿ ਇਹ ਨਾਮ ਸਿਮਰਨ ਹੈ, ਕਿਉਂਕਿ ਨਾਮ ਔਰ ਨੇਮ ਦੇ ਅੰਦਰ ਭੁਲੇਖਾ ਪੈ ਗਿਆ। ਪਰ ਅਗਰ ਸਾਨੂੰ ਹੁਣ ਇਹ ਪਤਾ ਲੱਗ ਗਿਆ ਕਿ ਨਾਮ ਇਹ ਗੁਣਾ ਦਾ ਇੱਕ ਸੰਗ੍ਰਹਿ ਹੈ, ਇਟਸ ਅ ਵਿਜ਼ਡਮ, ਔਰ ਇਹ ਹੈ ਕਿੱਥੇ? नौ निध अमृत प्रभ का नाम देई में इसका विश्राम, ये तो सारे शरीर के अंदर है। वो किस नु संबोधन करदा? वो नाम जरा साडे अंदर है, उस तीर्थ नु, उस सरोवर नु, और गुणा दा संग्रह नु, उस वननेस नु, यही वननेस जो साडे अंदर जिसनु असी नाम कहंदे हां, यही बाणी है। बाणी पढ़दे हैं गुरु ग्रंथ साहब, बट वो अखरी है, अखरी शब्द है। जो भी असी पढ़ रहे सदू ये सारा अखरी है, पर इस अखरी शब्द के अंदर जदों असी इंप्लीमेंट करते हैं तो असी तत् शब्द तक पहुंचते हैं, उहदे गुणा तक पहुंच जाते हैं, उसकी होंद तक पहुंच जाते हैं। पर यही भुलेखिਆਂ ਵਿੱਚ ਅਸੀਂ ਬਾਣੀਆਂ ਨੂੰ ਰੱਟ ਲਿੱਤਾ और सोचा ਅਸੀਂ नाम जप लिता। पर जब तक ਅਸੀਂ ਬਾਣੀ ਨੂੰ ਗੁਰੂ ਨੂੰ ਅਸੀਂ ਜਦ ਤੱਕ ਉਸਦੇ ਅਖਰੀ ਸ਼ਬਦ ਨੂੰ ਅਸੀਂ एक्सपीरियंस नहीं करेंगे, एक्सपीरियंस करने वास्ते वी हैव टू मेक दिस नॉलेज द सतगुरु इनटू विजडम। जदों एक्सपीरियंस करेंगे तो साडे अखरी शब्द जितनी भी साडी बाणी है वो सारे विल बिकम तत् शब्द, बिकॉज दैट इज एन एक्सपीरियंस, वो नाम है। सो वी मेक अ फॉर्मूला, नाम इक्वल्स टू शब्द, शब्द इक्वल्स टू गुरु, बाणी गुरु, गुरु है बाणी, विच बाणी अमृत सारी जो कदी नहीं मरदा। दैट मीन नाम इक्वल्स टू गुरु, गुरु इक्वल्स टू बाणी, बाणी इक्वल्स टू ज्ञान, ज्ञान ही सतगुरु है, सतगुरु ही वननेस है, ए वननेस ही हुक्म है, क्योंकि बाणी कहंदी एको नाम हुक्म है। द सिस्टम रन बाय द होल यूनिवर्स वही नाम है। बड़ी बार बच्चे कह देंगे कि हाउ कैन यू से द लॉ अनटू हिमसेल्फ इज गॉड। We throw a ball into the air, the ball comes down. The children say this is the gravity force. This is the Newton's law. Newton's discovered it, he did not create it.
उस बॉल ਨੂੰ ਖਿੱਚਣ ਵਾਲਾ ਤੇ ਤੁਸੀਂ ਨਾਂ ਦੇ ਦਿੱਤਾ ਦ ਗ੍ਰੈਵਿਟੀ ਫੋਰਸ, but ਉਹੀ gravity force is the law which equals to ਨਾਮ। ਸੋ ਉਹਦਾ ਨਾਮ, ਉਸਦਾ ਹੁਕਮ ਪੂਰੇ ਸ੍ਰਿਸ਼ਟੀ ਦੇ ਵਿੱਚ ਸਹਿਜ ਭਾਵ ਵਰਤ ਰਿਹਾ ਹੈ, ਅੰਦਰ ਵੀ ਤੇ ਬਾਹਰ ਵੀ। ਨਾਓ ਅਗਰ ਅਸੀਂ ਇਹ ਪਤਾ ਲੱਗ ਗਿਆ ਕਿ ਨਾਮ equals to all the ਗੁਣ, ਤੇ ਹੁਣ ਨਾਮ ਸਿਮਰਨ will change its form। ਪਹਿਲੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਸਾਂ, ਉਸਨੂੰ ਚੇਤੇ ਵਾਹਿਗੁਰੂ ਵਾਹਿਗੁਰੂ ਦਾ ਹਿਸਾਬ ਨਾਲ ਕਰਦੇ ਸਾਂ। ਹੁਣ ਅਸੀਂ ਕਿੰਜ ਕਰਨਾ ਹੈ, ਉਹ ਜਿਹੜੇ ਪੈਰਟ ਰੀਡਿੰਗ ਸੀ ਨਾ ਉਹ ਸਭ ਖਤਮ, ਬਿਕੋਜ਼ ਵੀ ਹੈਵ ਅੰਡਰਸਟੂਡ ਕਿ ਚੇਤੇ ਕਰਨਾ, ਸਿਮਰਨ ਕਰਨਾ ਹੈ ਉਸਦੇ ਗੁਣਾਂ ਦਾ, ਔਰ ਉਹ ਵੀ 24 ਘੰਟੇ ਵਿਦ ਓਪਨ ਆਈਜ਼, ਨੋ ਸਮਾਧੀ, ਨਥਿੰਗ। 24 hours around the clock we have to be absolutely awakened, alert। how do we be awakened, alert? ਸੰਸਾਰ ਦੇ ਵਿੱਚ ਦੇਖੋ ਕਿ ਕਿਤਨੀਆਂ ਸਾਨੂੰ ਸਿਚੁਏਸ਼ਨਸ ਆਉਂਦੀਆਂ ਨੇ, all type of good and bad situations come in life। ਅਗਰ ਅਸੀਂ 24 hours, ਅਗਰ 24 hours ਅਗਰ ਸਾਡਾ ਮਨ ਉਸ ਇੱਕ ਨੂੰ ਸੋਧ ਲਿੱਤਾ, ਉਸ ਨੂੰ ਪਹਿਚਾਨ ਲਿੱਤਾ, ਉਹਦੇ ਹੁਕਮ ਨੂੰ ਸਮਝ ਲਿੱਤਾ, ਉਸਦੇ ਗੁਣਾਂ ਨੂੰ ਵਿਚਾਰ ਲਿੱਤਾ, ਉਹਦੇ ਗੁਣਾਂ ਨੂੰ ਉਤਾਰ ਲਿੱਤਾ, ਮਨ ਚੜ੍ਹਦੀ ਕਲਾ ਵਿੱਚ ਆ ਜਾਏਗਾ। ਹੁਣ see how it handles the whole situation। ਹੁਣ 24 ਘੰਟੇ ਨਾਮ ਸਿਮਰਨ ਕਰੇਗਾ, ਕਿਉਂ? situations are going to come in life, good and bad, all of them। ਪਰ ਮਨ ਜਦੋਂ ਚੜ੍ਹਦੀ ਕਲਾ ਵਿੱਚ ਹੁੰਦੀ ਹੈ तो जितने भी situations बाहर आंदी हैं, for example if a servant comes and breaks something, usually we scream at him, पैसे किसके लिए देते हैं, I'll cut off from your this thing। पर नाम सिमरन, because मन चढ़दी कला विच ਅਸੀਂ ਨਾਮ ਨੂੰ ਸਮਝਿਆ, ਉਹਦੇ ਗੁਣਾਂ ਨੂੰ ਲਿੱਤਾ, ਉਹਦੇ ਹੁਕਮ ਨੂੰ ਪਹਿਚਾਨਿਆ, ਉਹਦੇ ਸਿਸਟਮ ਨੂੰ ਪਹਿਚਾਨਿਆ। ਹੁਣ ਜਦੋਂ ਨੌਕਰ ਨੇ ਤੋੜ ਦਿੱਤਾ ਤੇ ਅਸੀਂ ਕਹਿ ਦਿੰਦੇ ਕਿ ਬੱਚੇ ਤੂੰ ਠੀਕ ਤੇ ਹੈ ਨਾ, I hope you've not hurt yourself, ਬੱਚੇ ਥੋੜਾ ਧਿਆਨ ਰੱਖੋ, ਪੈਰ ਵੀ ਨਾ ਕੱਟੇ, but we will not। ਇਹੀ ਨਾਮ ਸਿਮਰਨ ਹੈ। ਜਦੋਂ ਬਜ਼ੁਰਗ ਸਾਹਮਣੇ ਹੁੰਦੇ, ਜਦੋਂ ਬਜ਼ੁਰਗਾਂ ਨੂੰ ਅਸੀਂ ਸੇਵਾ ਕਰਦੇ ਹਾਂ, ਪਰ ਮਨ ਅੰਦਰ ਪਵਿੱਤਰ ਹੋ ਕੇ, ਇਹ ਨਾ ਹੋਵੇ ਕਿ ਹਿਪੋਕ੍ਰੇਸੀ ਹੋ ਕੇ, ਕਿਉਂਕਿ ਮਨ ਦੀ ਖੇਡ ਬਹੁਤ ਜ਼ਰੂਰੀ ਹੈ। ਐਜ ਯੂਜੂਅਲੀ ਅਸੀਂ ਸੇਵਾ ਕਰਦੇ ਹਾਂ ਪਰ ਅੰਦਰ ਕੁੜਕੁੜ ਕਰਦੇ ਰਹਿੰਦੇ ਹੈਗੇ, ਇਹ ਨਾਮ ਸਿਮਰਨ ਨਹੀਂ ਹੈ। The man has to be in tune with all your actions। ਜਦੋਂ ਬਜ਼ੁਰਗਾਂ ਦੀ ਸੇਵਾ ਕਰਦੇ ਹੋ, ਮਨ ਖੇੜੇ ਵਿੱਚ ਹੈ, ਇੱਕ ਚੜ੍ਹਦੀ ਕਲਾ ਵਿੱਚ ਹੈ, ਇਹ ਨਾਮ ਸਿਮਰਨ ਹੈ। ਬੱਚੇ ਗਲਤੀਆਂ ਕਰਦੇ ਹਨ, we lose control, control yourself, love the children, enter into the comfort zone, explain them, ਇਹ ਨਾਮ ਸਿਮਰਨ ਹੈ। So ਨਾਮ ਸਿਮਰਨ is 24 hours around the clock। we have understood ਕਿ ਅੰਦਰ ਦੀ ਜਿਹੜੀ ਸਥਿਤੀ ਹੈਗੀ ਹੈ ਮਨ, 24 hours ਉਸ ਦੇ ਗੁਣਾਂ ਵਿੱਚ ਭਿੱਜਣਾ ਚਾਹੀਦਾ ਹੈ। that means 24 hours ਉਸ ਦੇ ਵਾਹਿਗੁਰੂ ਦਾ ਸਿਮਰਨ ਕਰ ਰਹੇ ਹਾਂ, ਉਹਦੇ ਗੁਣਾਂ ਦਾ ਸਿਮਰਨ ਕਰ ਰਹੇ ਹਾਂ। ਕਿੰਨ ਪਤਾ ਲੱਗੇਗਾ ਕਿ ਅਸੀਂ ਸਿਮਰਨ ਕरें, ਜਿਨ ਦਿਨ ਅਸੀਂ ਬਾਹਰ ਦੇ ਸਿਚੁਏਸ਼ਨਸ ਨੂੰ ਹੈਂਡਲ ਕਰਦੇ ਹਾਂ ਔਰ 24 hours ਚੜ੍ਹਦੀ ਕਲਾ ਰਹਿੰਦੇ ਹਾਂ। even anything a downfall come, ਬਾਹਰ ਦੀ ਸਥਿਤੀ ਕਿਤਨੀ ਵੀ ਖਰਾਬ ਹੋ ਜਾਏ, but even then we people are always in the ਚੜ੍ਹਦੀ ਕਲਾ। it shows ਕਿ ਇਹ ਨਾਮ ਸਿਮਰਨ ਹੈ। this is actually ਨਾਮ ਸਿਮਰਨ। ਪਰ ਅਸੀਂ ਪੂਰੀ ਜ਼ਿੰਦਗੀ ਭੁਲੇਖਿਆਂ ਵਿੱਚ ਰਹੇ ਹਾਂ, ਅਸੀਂ ਰਟੀਫਿਕੇਸ਼ਨ ਵਿੱਚ ਰਹੇ ਹਾਂ, ਡੇਰੇ ਬਣ ਗਏ। there's a clashes that not ready to accept because this is the fanaticism। we have to break this fanaticism if we really want to get onto the gurmat path। so ਨਾਮ ਸਿਮਰਨ ਨੂੰ ਕਰਨਾ, ਔਰ ਇਹ ਸਾਡੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਇਸਕਾ ਵਿਸਰਾਮ, ਸਾਡੇ ਅੰਦਰ ਹੈ। ਇਹ ਬਾਅਦ ਰਟੀਫਿਕੇਸ਼ਨ you have to let go। तुम्हें फैनेटिज्म छोड़ना पड़ेगा। नहीं छोड़ोगे तो परम लेके योर इल्यूजन्स, योर डिल्यूजन्स, योर डाउट्स, ये फियर भी चला जाएगा और फिर थोड़े डेरे जेरे बनते पे ना वो भी चले जाएंगे। in high scales they will go because of our own ignorance। so बाणी ਨੂੰ ਸਮਝਣਾ, ਗੁਰਮਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਨਾਮ ਸਿਮਰਨ at present is the highest tool for us। agar we want to settle down in life with a very beautiful atmosphere by loving each and everyone, loving yourself, getting into all the type of situations with gracefully, I think नाम सिमरन ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। I think that's all। thank you Very much, so nice of you, very well explained, short, crisp and clear। thank you। thank you जी। ਥੈਂਕ ਯੂ ਸੋ ਮਚ। ਹਾਂਜੀ ਜਿਹੜੀ ਗੱਲ ਆਪ ਜੀ ਕਰ ਰਹੇ ਸੀਗੇ ਤੇ ਉਹਦੇ ਵਿੱਚ ਉਹੀ ਪੰਕਤੀ ਫਿੱਟ ਹੋ ਰਹੀ ਸੀ ਕਿ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ।
ਅਸੀਂ ਦੁੱਖ ਪਾ ਰਹੇ ਹਾਂ। ਘਰ ਅੰਮ੍ਰਿਤ ਘਟਮਾਹੀ ਜੀ ਉਹਨੂੰ ਹਲੇ ਰਿਕਗਨਾਈਜ਼ ਹੀ ਨਹੀਂ ਕਰ ਪਾਏ। ਜਦ ਉਹ ਸਮਝ ਆ ਜਾਏਗਾ ਤਾਂ ਸ਼ਾਇਦ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇਹ ਚੌਕੜੇ ਮਾਰ ਕੇ ਔਰ ਹਨੇਰੇ ਕਰਕੇ ਮੈਡੀਟੇਸ਼ਨ ਨਹੀਂ ਕਰਨੀ ਪਏਗੀ, ਸਾਨੂੰ 24 ਘੰਟੇ ਦਾ ਸਿਮਰਨ ਔਰ ਮੈਡੀਟੇਸ਼ਨ ਸਮਝ ਆ ਜਾਏਗੀ। ਤੇ ਜਿਹੜੀ ਗੱਲ ਆਪ ਜੀ ਲਾਸਟ ਉੱਟਣ ਦੀ ਕਰ ਰਹੇ ਸੀ, ਮੈਨੂੰ ਬੀਜੀ ਦੀ ਗੱਲ, ਭੁਪਿੰਦਰ ਵੀਰ ਜੀ ਦੇ ਮਦਰ ਬੀਜੀ ਦੀ ਗੱਲ ਯਾਦ ਆਈ। ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸੀ। ਕਹਿੰਦੇ ਕਿ ਸਾਡੇ ਘਰ ਜਦੋਂ ਮੇਡ ਕੰਮ ਕਰ ਰਹੀ ਹੁੰਦੀ ਹੈ ਤੇ ਇੱਕ ਦਿਨ ਇੱਕ ਮੇਡ ਕੋਲੋਂ ਨਾ ਬੜਾ ਕੀਮਤੀ ਕੱਪ ਜਾਂ ਗਲਾਸ ਟੁੱਟ ਗਿਆ। ਤੇ ਕਹਿੰਦੇ ਮੈਂ ਸੋਚਿਆ ਕਿ ਬਈ ਘਰ 'ਚ 6 ਜੀ ਨੇ ਤੇ ਮੈਂ ਆਪਣੀ ਆਪ ਨੂੰ ਕਿਉਂ ਇਸ ਚੀਜ਼ ਦੀ ਸਜ਼ਾ ਦੇਵਾਂ ਕਿ ਮੈਂ ਇਸ ਬਾਰੇ ਗੁੱਸਾ ਹੋਵਾਂ, ਕਿ ਮੈਂ ਇਹਨੂੰ ਗੁੱਸਾ ਕਰਾਂ। ਤੇ ਉਹਨਾਂ ਨੇ ਇਹੀ ਗੱਲ ਕੀਤੀ ਕਿ ਵਿੱਚ ਤੈਨੂੰ ਤਾਂ ਨਹੀਂ ਲੱਗੀ, ਕੋਈ ਗੱਲ ਨਹੀਂ, ਇਹ ਤੇ ਚੀਜ਼ਾਂ ਟੁੱਟਦੀਆਂ ਰਹਿੰਦੀਆਂ। ਸੋ ਕੰਸਰਨ ਵਾਸ ਕਿ ਉਹਨੂੰ ਚੋਟ ਤੇ ਨਹੀਂ ਲੱਗੀ, ਸਾਨੂੰ ਇਹ ਨਹੀਂ ਹੁੰਦਾ। ਤੇ ਰਟਾਫਿਕੇਸ਼ਨ ਵਾਲੀ ਗੱਲ ਤੇ ਮੈਨੂੰ ਇਹ ਸਮਝ ਆਉਂਦੀ ਜਿਹੜੀ ਤੁਸੀਂ ਗੱਲ ਕਰ ਰਹੇ ਨੇਮ ਔਰ ਨਾਮ ਦੀ। ਤੇ ਅਗਰ ਮੈਂ ਕਹਾਂ ਜੀ ਜਸਮੀਤ ਜੀ ਬਹੁਤ ਮਿੱਠਾ ਬੋਲਦੇ ਨੇ ਤੇ ਮੈਂ ਜਸਮੀਤ ਕਰਾਂ ਸਵੇਰੇ ਉੱਠ ਕੇ? ਨਹੀਂ, ਮੈਂ ਉਸ ਗੁਣ ਨੂੰ ਲਵਾਂਗਾ। ਉਹੀ ਰਾਮ ਨਾਮ ਹੈ, ਰਾਮ ਵੀ ਇੱਕ ਨੇਮ ਹੈਗਾ, ਉਹਦਾ ਨਾਮ ਕੀ ਹੋਇਆ ਫਿਰ? ਉਹਦਾ ਗੁਣ। ਸੋ ਉਸ ਗੁਣ ਦੀ ਗੱਲ ਅਸੀਂ ਅੱਜ ਸਮਝ ਰਹੇ ਹਾਂ। ਥੈਂਕ ਯੂ ਸੋ ਮਚ ਆਂਟੀ ਜੀ ਐਂਡ ਜਸਮੀਤ ਜੀ। ਤੁਸੀਂ ਜਸਮੀਤ ਜੀ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਯੂ ਕੈਨ ਐਡ, ਇਹ ਅਸੀਂ ਅੱਗੇ ਹੋਰ ਸਵਾਲ ਜਵਾਬ ਲੈ ਲਾਂਗੇ। सॉरी हाँ जी, विंद्री बुआ जी ने वैसे बहुत ही, उन्होंने एक मैथमेटिकल फॉर्मूला भी बनाया बहुत ही गजब का कि जिवें उन्होंने दसिया कि अमृत इज इक्वल टू बानी इज इक्वल टू नाम। तो तुसीं देखिए ना, तो गुरु साहब भी बिल्कुल स्पष्ट करते हैं। एक पासे कहते पे ने अमृत बानी हर हर तेरी, सुन सुन होवे परमगत मेरी। अमृत की वर्ड है, मृत वर्ड है, मृत के अगे एड़ा लग गया, ऑपोजिट बन गया अमृत, जिस जो धारण करके मनुख आत्मक मौत ना मरे। हुण बानी की है? विचारधारा, थॉट्स। हुण अमृत बानी हर हर तेरी। हुण एक पासे गुरु साहब होर स्पष्ट करते पे ने अमृत हर हर नाम है मेरी जिंदड़ी है, अमृत गुरमत पाए राम। हुण कहता अमृत हर हर नाम है, उधर कहता बिल्कुल एक चीज स्पष्ट कर देती अमृत बानी हर हर तेरी। हुण देखो कितना उभर के सामने आ गया कि अमृत बानी नाम ये इक्को चीज ने, इक्को चीज ने तू चेते विच रख लिया ना। एक बंदा, मैं एक छोटी जी एग्जांपल देना, एक बंदा जा रहा सी, उन्हें घर पहुंचना सी मान लो 7 बजे, उन्होंने आंदे आंदा घंटा लेट हो गया। ते घर वाले पूछते ने हद हो गई, की भाना वापर गया, लेट क्यों हो गए? वो कहंदा यार मैं की करा, मैं गड्डी चलांदा पिया सी, सड़क दे बिल्कुल विच, हुण वो पागल हटे ही ना, मैं किवें गड्डी आवां? उधर अद्धे घंटा उधर ही फिरे रहे, ट्रैफिक जैम हो गया, लोग आए, उन्होंने कड्डिया तां जाके मैं आया। घर वाले पूछते ने कि उन्हें कोई गले दे विच कोई एक बोर्ड पाया होया सी कि मैं पागल हां? कहते नहीं। कहते अच्छा, उस तो बाद तुसीं उन्होंने मतलब डॉक्टर को लै गए होगे, डॉक्टर ने सर्टिफिकेट दिता होएगा कि ये बंदा पागल है। कहते क्यों जी गल्लां करदे पे हो? नहीं, मैं डॉक्टर को नहीं लैके गया। कहते तुहानू किवें पता लग्या कि वो पागल है? वो कहते यार उहदी हरकतां सिद्ध करदियां पईयां ने, ट्रैफिक चलदा पिया है, हर पासे आंदा पिया, सड़क दे विच बैठा होया है, सड़क दे विच बैठा ट्रैफिक जैम करदा पिया, उहदी हरकतां दसदियां पईयां ने वो पागल है। हुण जदों गल आंदी है ना चेते रखण दी, गुरु साहब एक वर्ड यूज करते पे ने बावरा। चित चेतस की नहीं बावरिया। अगे कहते ने हर बिसरत तेरे गुण गलिया, लफ्ज वरते ने बावरिया। बावरे का भाव सौखे समझ लो कमला चित, मूर्ख चित। हुण साडे भी ना एक बहुत वड्डी प्रॉब्लम है, साडा मान लो ना किसी नाल कोई एग्रीमेंट ना होए कोई गल ते, ਅਸੀਂ ਜਾ ਕੇ ਪਤਾ ਕੀ ਕਹਿੰਦੇ ਆ, ਨਾ ਨਾ ਉਹਦੇ ਨਾਲ ਕੀ ਬਹਿਸਣਾ, ਫਿਰ ਅਸੀਂ ਨਾਲ ਇੱਕ ਪੰਕਤੀ ਕੋਟ ਕਰ ਦਾਂਗੇ, मूर्खे नाल ना लुझिए। असि उसनु ब्रांड करता यार ये आदमी मूर्ख था, मैं इसके साथ बहस नहीं करूंगा क्योंकि गुरु कहता पे मूर्खे नाल ना लुझिए। पर असि समझे नहीं कि असि दावे करते जाइए मूर्ख है, क्योंकि हुण वो जो सड़क दे विच सी कोई इंडिकेशन सी, हरकत तो सिद्ध होया। गुरु कहते पे हे मेरा कमलिया मना, तू ये डिसाइड कर ले कि तै मूर्ख है कि नहीं। गुरु साहब हुण इंडिकेशन दिंदे पे ने, सड़क दे विच बैठे होए इंडिकेशन है। मूर्ख दे इंडिकेशन की है, मूर्ख के क्या लक्षण है? क्या मूर्ख का करना, मूर्ख वो जो मुगध है अहंकारे मरना, जदों मैं अपने इगोइस्टिक थॉट्स विच, जदों मैं अपने ही हर वक्त दी सोच दे विच मेरी लिसनिंग क्लोज हो चुकी है, वो मूर्ख। ते गुरु साहब उसनू कहंदे पे ने मूर्खे नाल ना लुझिए। वो जो ख्याल आंदे पे ना, जो ख्याल तेरे अंदर थॉट प्रोसेस पैदा करदे पे ने, यार उनको जस्टिफाई करना छोड़ दे। जदों उन्हां नू तू जस्टिफाई करदा रहेगा, तू बहाने मारता रहेगा ना, चलो यह गल ते ठीक है, सिमरन की परिभाषा है, पर लाइट बंद कीतियां की हम। जब तक तू दो पेड़ियां विच पैर रखेगा डुबेगा ही डुबेगा। गुरु साहब कहंदे पे ने चित हे मेरा कमलिया मना, तू चेते नहीं कीता।
इस करके तेरा जो जीवन हो गया बावरा हो गया। चित चेतस की नहीं बावरिया, अगे कहंदे ने हर बिसरत ਉਹ ਲਾਜ਼ ਆਫ ਨੇਚਰ ਜੋ ਤੇਰੇ ਅੰਦਰ ਕੰਮ ਕਰਦੇ ਪਏ ਸੀ, ਜਿਵੇਂ ਮੈਂ ਕਿਹਾ ਵਿੰਦਰੀ ਭੂਆ ਜੀ ਨੇ ਐਗਜ਼ਾਮਪਲ ਦਿੱਤੀ ਕਿ ਗ੍ਰੈਵਿਟੇਸ਼ਨਲ ਫੋਰਸ ਜਾਂ ਕੋਈ ਵੀ ਇੱਕ ਸਾਇੰਟਿਫਿਕ ਫਿਨੋਮੇਨਾ ਲਾਅ ਆਫ ਨੇਚਰ ਹੈ, ਉਸ ਨੂੰ ਸਮਝ ਕੇ ਇੱਕ ਲਾਅ ਕ੍ਰੀਏਟ ਕਰਤਾ ਗਿਆ। ਮੈਂ ਉਸ ਲਾਅ ਆਫ ਨੇਚਰ ਨੂੰ ਨਹੀਂ ਸਮਝ ਸਕਿਆ ਜੋ ਮੇਰੇ ਅੰਦਰ ਕੰਮ ਕਰਦਾ ਪਿਆ ਸੀ, ਉਹਨੂੰ ਮੈਂ ਵਿਸਾਰ ਦਿੱਤਾ। ਮੈਂ ਜੋ ਆਪਣੇ ਮਨ ਦੇ ਜਿਹੜੇ ਲਾਜ਼ ਬਣਾਏ ਉਹ ਉਸ ਲਾਜ਼ ਦੇ ਵਿਪਰੀਤ ਸੀ। ਹਰ ਬਿਸਰਤ ਹੋਇਆ ਕਿ ਤੇਰੇ ਗੁਣ ਗਲਿਆ। ਤੁਸੀਂ ਘਰ ਫਰੂਟ ਲੈ ਕੇ ਆਓ, ਸਬਜ਼ੀਆਂ ਲੈ ਕੇ ਆਓ, ਉਹ ਫਰੂਟ ਸਬਜ਼ੀਆਂ ਖਾਓਗੇ, ਉਹ ਤੁਹਾਨੂੰ ਮਦਦ ਕਰਨਗੀ, ਤੁਹਾਡੇ ਅੰਦਰ ਤਾਕਤ ਦੇਣਗੇ। ਤੁਸੀਂ ਉਹਨਾਂ ਦੀ ਵਰਤੋਂ ਨਾ ਕਰੋ, ਉਹ ਉਧਰ ਹੀ ਪਏ ਰਹੇ। ਹੁਣ ਜਦੋਂ ਪਿਆ ਰਹੇਗਾ, ਖਰਾਬ ਹੋ ਗਿਆ, ਤੁਸੀਂ ਖਰਾਬ ਫਰੂਟ ਖਾਓਗੇ, ਉਹ ਤੁਹਾਡਾ ਨੁਕਸਾਨ ਕਰੇਗਾ। ਗੁਰੂ ਸਾਹਿਬ ਕਹਿੰਦੇ ਪਏ ਨੇ ਉਹ ਕੁਆਲਿਟੀਜ਼ ਕੁਦਰਤੀ ਤੇਰੇ ਅੰਦਰ ਸੀ, ਪਰ ਕਿਉਂਕਿ ਤੂੰ ਉਹਨਾਂ ਦੀ ਵਰਤੋਂ ਨਹੀਂ ਕੀਤੀ, ਕਿਉਂਕਿ ਤੂੰ ਮੂੜ ਮਨਾ ਬਣ ਗਿਆ, ਇਸ ਕਰਕੇ ਹਰ ਬਿਸਰਤ ਤੇਰੇ ਗੁਣ ਗਲਿਆ। ਉਹ ਤੇਰੇ ਅੰਦਰ ਹੀ ਸੀ, ਬਟ ਯੂ did not make use of them, वो गल गए। इस करके जो मैं अखीरली बात करना, इस करके भगत धन्ना जी भी कहने पे ने, जे तू ऐस मंगता बनना चाहता है, you need to learn the art of meditation। पता है क्या मांग ले? जो तू अगर तू आज दुखी है, अपने कामों करके दुखी है। जो अगर तू आज राइट पाथ पे नहीं पहुंच पा रहे, अपने किए करके दुखी है। ते भगत धन्ना जी जरा शब्द है ना हुने ऐसी, गोपाल तेरा आरता जो जन तुमरी भगत करन ते तिनके काज सवार। ਉਹਦਾ ਜਿਹੜਾ ਪਹਿਲਾ ਬੰਦ ਨਾ ਜਵਾਬ ਦਿੰਦਾ ਹੈ। ਪਹਿਲਾ ਬੰਦ ਹੈ ਦਾਲ सीधा मांगो कियो। दाल ਦਾ ਸਾਨੂੰ ਤੇ ਇਹ ਦੱਸਤਾ ਗਿਆ, ਦਾਲ ਪਲਸਸ ਹੋ ਗਏ, सीधा मतलब ਆਟਾ ਹੋ ਗਿਆ, ਕਿਉਂ ਇਹ ਚੀਜ਼ਾਂ ਮੰਗਦੇ ਪਏ ਨੇ। ਨਾ ਨਾ ਨਾ, ਦਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਚੀਜ਼ ਹੋਰ ਬਿਲਕੁਲ ਸਪਸ਼ਟ ਕਰਦੀ ਹੈ। ਗੁਰੂ ਸਾਹਿਬ ਕਹਿੰਦੇ ਪਏ ਨੇ ਜੋ मेरे मन सेव सफल हर काल, वे गुरपग रेन रवाल, सब दालत पंज दुख दाल। ओ जो सोच जिस करके मैं दुखी हो रहा हूं, ओ चीज नू दाल दा भाव चूर चूर करना, ओ नेगेटिव चीजां नू चूर चूर करना कहंदे पए ने दाल। हुण मैं सदियां तू एक मैडिटेशन करदा आया, सदियां तू मैं दुखी रह रहा सी, ओ कर्मकांडी सोच नू मैं अज मैं चूर चूर कर दिता। बट एक प्रॉब्लम हो गई ना, मैं जिंदगी दे 20 30 40 50 साल एक थॉट विच जींदा रहा, हुण मैं वो नहीं करा ते की करा? बिगेस्ट प्रॉब्लम हो गई, क्योंकि वेला मन शैतान दा घर। हुण जदों ओ मैं कर्मकांडी सोच छड़ दित्ती ते भगत धन्ना जी कहंदे पे ने दाल सीधा, असीं ते कहता सीधा आटा है, पर गुरु साहब एक चीज होर स्पष्ट करदे ने, बामे मार्ग टेढ़ा चलना, सीधा छोट अपूठा बुनना। जो दुखी होने वाले ख्याल तू छड़ दिते ने ना, हुण सीधे राह ते आ जा। गुरसिख मीत चलो गुर चाली, दाल सीधा। अगे कहते पे ने मांगो क्यों कियो, उन्होंने क्यों की है? मैं काम की बिरती छोड़ी, इदा मैनू अंकार आ गया। मैं क्रोध की बिरती छोड़ी, अंकार आ गया। गुरु कहता पे तू संतोख रूपी क्यों, दूध कर्म संतोख क्यों कर, ऐसा मांगो दान। की अर्थ बने? दाल सीधा मांगो कियो, हमरा खुशी करे नित जियो। तू दुखी था, मेडिटेशन करके सुखी हो सकता था, पर वो मेडिटेशन में मांगना क्या था? दाल। अपनी नेगेटिव दुखों को, थॉट प्रोसेस को चूर चूर करना। जदों चूर चूर कर लिया, फिर सीधे राह ते आ गया, दाल सीधा। अगे आ गया मांगो कियो, हुण मैं संतोख रूपी क्यों मंगदा पिया। जदों जीवन दे विच कंटेंटमेंट आ गया ना, फिर हमरा खुशी करे नहीं जियो, हुण मैं खुश रह पावांगा। वो खुश रहना सीख लिया, उन्होंने कहंदे पे ने चढ़दी कला, उन्होंने कहते हैं अमृत। जो विंदरी भूआ जी उन्हें कहते पे सी अमृत बन जाएगा नाम, क्योंकि उस नियम के अनुसार मेरे जीवन दे विच संतोख आ रहा है। वो अमृत बन जाएगा बानी, बानी की है विचारधारा। वो विचारधारा जो रब्बी नियम के अनुसार होगी, मेरा जीवन भी अमृतधारी हो जाएगा। बट उहदे लई लोड़ है ना सियाणियां दियां ना भीड़ां नहीं होंदियां, भीड़ दे विच सियाणे नहीं होंदे। ਅਸੀਂ ਕਿਸੇ ਨੂੰ ਮੂਰਖ ਜਾਂ ਕਿਸੇ ਨੂੰ ਸਿਆਣਾ ਨਹੀਂ ਆਖਣਾ। ਅਸੀਂ ਬਸ ਇਹ ਸੋਚਣਾ ਹੈ ਜੇ ਅਸੀਂ ਇੱਕ ਚੀਜ਼ ਨੂੰ ਬਿਲੋਂਗ ਕਰਨ ਲਈ ਕੰਪਰੋਮਾਈਜ਼ ਕਰਦੇ ਜਾਈਏ, ਮਤਲਬ ਅਸੀਂ ਭੀੜ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਬਸ ਉਸ ਭੀੜ ਦਾ ਹਿੱਸਾ ਨਾ ਬਣ ਕੇ ਚਤੁਰਾਈ ਵਾਲੀ ਸਿਆਣਪ ਛੱਡ ਕੇ ਜੋ ਗੁਰ ਕਹੇ ਸੋਈ ਭਲਮਾਨੋ ਵਾਲੀ ਜਦੋਂ ਸਿਆਣਪ ਵਰਤਾਂਗੇ, ਫਿਰ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਕੇ ਇਹ ਸੰਤੋਖ ਕਿਉਂ ਕਰ ਵਾਲੇ ਦਾਨ ਮੰਗ ਸਕਾਂਗੇ। ਜੀ ਜੁਝਾਰੂ ਜੀ। ਵੈਲ ਐਕਸਪਲੇਨ ਜੀ। ਜਿਵੇਂ ਗੁਰੂ ਸਾਹਿਬ ਕਹਿੰਦੇ ਨਾ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ।
ਯੂ ਹੈਵ ਰਾਈਟਲੀ ਸੈਡ ਕਿ ਅੱਜ ਇਹ ਬਹੁਤ ਵੱਡੀ ਬਿਮਾਰੀ ਸਾਨੂੰ ਲੱਗ ਗਈ ਹੈ ਕਿ ਅਸੀਂ ਸੋਸ਼ਲੀ ਐਕਸੈਪਟਡ ਹੋਣਾ ਚਾਹੁੰਦੇ ਹਾਂ। ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਅਗਰ ਦੇਖੀਏ ਤੇ ਕਿਸੇ ਦੇ ਅਗਰ ਫਾਦਰ ਸਾਹਿਬ ਸ਼ਰਾਬ ਪੀਂਦੇ ਹੁੰਦੇ ਤੇ ਬੜਾ ਬੁਰਾ ਮੰਨਿਆ ਜਾਂਦਾ ਸੀ ਕਿ ਵੀ ਉਹਨਾਂ ਦੇ ਫਾਦਰ ਸਾਹਿਬ ਸ਼ਰਾਬ ਪੀਂਦੇ ਨੇ। ਹੌਲੀ ਹੌਲੀ ਉਹ ਬਿਮਾਰੀ ਸਾਡੀ ਸੋਸਾਇਟੀ 'ਚ ਆ ਗਈ ਹੈ ਜਾਂ ਸੋਸ਼ਲੀ ਐਕਸੈਪਟੇਬਲ ਹੋਣ ਵਾਸਤੇ ਅਸੀਂ ਸ਼ਰਾਬ ਪੀ ਲੈਂਦੇ ਹਾਂ। ਤੇ ਸੋ ਇਹ ਜਿਹੜੀ ਸੋਸ਼ਲ ਐਕਸੈਪਟੈਂਸ ਹੈਗੀ ਹੈ ਇਹਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਆ ਰਾਦਰ ਦੈਨ ਸਾਨੂੰ ਡਿਵਾਈਨ ਵਿਜ਼ਡਮ ਨੂੰ ਦੇਣਾ ਚਾਹੀਦਾ, ਜਿਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਸਾਡੇ ਅੰਦਰ ਦੀ ਮਨ ਦੀ ਭੁੱਖ ਹੀ ਨਹੀਂ ਮਿਟ ਰਹੀ ਬਿਕੋਜ਼ ਸਾਡਾ ਨਾਮ ਦਾ ਆਧਾਰ ਹੀ ਨਹੀਂ ਹੈ। ਥੈਂਕ ਯੂ ਜੀ, ਵੈਰੀ ਵੈਲ ਐਕਸਪਲੇਨ। ਤੇ ਸਾਡੇ ਨਾਲ ਅਮਰੀਕਾ ਤੋਂ ਜੋਗੀ ਵੀਰ ਜੀ ਵੀ ਹੈਗੇ ਨੇ, ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ। ਜੋਗੀ ਵੀਰ ਜੀ ਪਲੀਜ਼ ਇਸ ਟੌਪਿਕ ਬਾਰੇ ਸਾਡੇ ਨਾਲ ਜ਼ਰੂਰ ਸਾਂਝ ਪਾਓ। ਪਲੀਜ਼ ਅਨਮਿਊਟ ਯੋਰਸੈਲਫ ਜੋਗੀ ਵੀਰ ਜੀ। ਜੋਗੀ ਵੀਰ ਜੀ ਤੁਹਾਡੀ ਦੋ ਡਿਵਾਈਸਿਸ ਕਨੈਕਟਡ ਨੇ ਤਾਂ ਇੱਕ ਨੂੰ ਡਿਸਕਨੈਕਟ ਕਰ ਦਿਓ। प्लीज अनम्यूट करो। हाँ जी ठीक है। हाँ जी बंद कर दो। एक डिवाइस में डिस्कनेक्ट कर दो जी, एक डिवाइस डिस्कनेक्ट कर दो प्लीज। अनम्यूट योरसेल्फ, अनम्यूट करो, अनम्यूट। तुसी म्यूट है। हाँ जी नहीं आयो जी, ट्राई टू म्यूट अनम्यूट। अमन जी देखना जरा, पुनीत जी देखना जरा, अनम्यूट नहीं हो रहा। जोगी जी अनम्यूट नहीं हो रहा। हाँ जी आवाज आ रही है। थोड़ी दो डिवाइसेस कनेक्टेड ने जी, थोड़ा इको। सॉरी मैं करना इन द मीन टाइम कोई होर बोल लवे शिफ्ट कर। हाँ जी मैं सतीश जी को रिक्वेस्ट करता हूँ, वो साढ़े में कुछ साझ पाना चाहते हैं। वाहिगुरु जी का खालसा, वाहिगुरु जी की फतेह। जसमीत वीर जी ने बिंदरी बुआ जी ने सब ने इतना अच्छा समझा देता है कि कोई क्वेश्चन रह ही नहीं गया। सारे क्वेश्चन से अपने आप ऑटोमेटिकली आंसर हो गए, कोई ऐसा क्वेश्चन रह ही नहीं गया। जो सोच रहे थे जसमीत वीर जी दोबारा क्लियर कर देता है। बहुत बहुत शुक्रिया। वाहिगुरु जी का खालसा, वाहिगुरु जी की फतेह। जी हाँ जी विजय। हाँ जी जुझार जी और कोई नहीं विजय, हाले ਇਹਦੇ ਵਿੱਚ ਕੋਈ ਮੇਰੇ ਕੋਲ ਸਵਾਲ ਕੋਈ ਆਇਆ ਨਹੀਂ ਹੈਗਾ ਤੇ ਤੁਸੀਂ ਮੈਂ ਜੋਗੀ ਵੀਰ ਜੀ ਨੂੰ ਕਹਿ ਰਿਹਾ ਸੀਗਾ ਬਟ ਉਹਨਾਂ ਦਾ ਸ਼ਾਇਦ ਕਨੈਕਟ ਨਹੀਂ ਹੋ ਪਾ ਰਿਹਾ ਸਾਥ ਪਾਉਣ ਵਾਸਤੇ। ठीक है जी, फिर सब नु पते, दैट मींस मैसेज इज क्लियर। We have half an hour if you want to discuss something. Jasmeet ji, ਤੁਹਾਡੇ ਕੋਲ ਕੁਝ ਹੋਰ if you want to discuss something else, you have time today. Please. ਸੌਰੀ ਵੀਰ ਜੀ, ਵੀਰ ਜੀ ਦੇ ਹੁੰਦੇ ਹੋਏ ਮੈਂ ਜਦੋਂ ਮੈਂ ਵੈਸੇ ਵੀ ਨਾ ਥੋੜਾ ਜਿਹਾ ਝਿਜਕ ਜਾਂਦਾ ਵੀਰ ਜੀ ਹੋਣ ਤੇ ਬੋਲਦੇ ਤੁਸੀਂ ਜੋ ਚੱਲ ਪਿਆ ਸੀ ਨਾ ਤੇ ਮੈਨੂੰ ਐਕਚੁਅਲੀ ਨਾ ਅੱਜ ਕਲਾਸ ਵਿੱਚ ਇਹ ਵਿਸ਼ਾ ਚੱਲ ਪਿਆ ਸੀ ਤੇ ਇਸ ਕਲਾਸ ਤੋਂ ਅੰਤ ਪਰ ਇੱਕ ਦੂਜੀ ਜਗ੍ਹਾ ਕਲਾਸ ਚੱਲਦੀ ਪਈ ਸੀ ਤੇ ਉਧਰ ਵੀ ਕਿਸੇ ਨੇ ਇਹੀ ਸਵਾਲ ਕਰਕੇ ਸਾਹਮਣੇ ਆ ਗਿਆ ਸੀ, ਜੋ ਪੰਕਤੀ ਸਾਹਮਣੇ ਆ ਗਈ ਗੋਪਾਲ ਤੇਰਾ ਆਰਤਾ ਵਾਲੀ। ਤੇ ਕਿਉਂਕਿ ਗੱਲ ਮੈਡੀਟੇਸ਼ਨ ਤੋਂ ਹੀ ਚੱਲੀ ਸੀ, ਮੈਡੀਟੇਸ਼ਨ ਕਰਦੇ ਕਰਦੇ ਪਹੁੰਚ ਗਈ ਸੀ ਕਿ ਅਸੀਂ ਭਗਤੀ ਕਰਨੀ ਹੈ
ਇਫ ਯੂ ਹੈਵ, ਮੈਨੂੰ ਪਤਾ ਨਹੀਂ, ਅਗਰ ਤੁਹਾਡੇ ਕੋਲ 5-8 ਮਿੰਟ ਨੇ ਤਾਂ ਮੈਂ ਉਸ ਪਾਸੇ ਜਾਵਾਂਗਾ, ਨਹੀਂ ਤੇ ਵੀਰ ਜੀ ਪਲੀਜ਼ ਕੁਝ ਕਰਨਾ ਚਾਹਨ ਪਲੀਜ਼ ਉਸ ਪਾਸੇ। I got time, but please go ahead. ਜੁਝਾਰ ਵੀਰ ਤੁਹਾਡੀ ਆਵਾਜ਼ ਮੈਨੂੰ ਨਹੀਂ ਆ ਰਹੀ ਹੈ। You can go ahead. ਹਾਂਜੀ ਹਾਂਜੀ ਓਕੇ ਜੀ। ਇਹ ਜੋ ਸਵਾਲ ਆਇਆ ਸੀ, ਜਿਹੜੀ ਪੰਕਤੀ ਅਸੀਂ ਡਿਸਕਸ ਕੀਤੀ ਤੇ ਉਹਦੇ ਵਿੱਚ ਉੱਠ ਗਿਆ ਸੀ ਕਿ ਗੋਪਾਲ ਤੇਰਾ ਆਰਤਾ ਦਾ ਜਿਹੜਾ ਭਾਵ ਚੱਲਦਾ ਪਿਆ ਕਿ ਅਸੀਂ ਇਹ ਦਾਲ ਮੰਗਦੇ ਪਏ ਹਾਂ, ਇਹ ਚੀਜ਼ਾਂ ਮੰਗ ਕੇ ਇਹ ਭਗਤੀ ਕਰਨੀ, ਕਿਉਂਕਿ ਉਹਦਾ ਲਫ਼ਜ਼ ਆ ਗਿਆ ਸੀ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਤੇ ਅਸੀਂ ਉਧਰ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਦੇਖੋ ਅਸੀਂ ਦਾਅਵੇ ਨਹੀਂ ਕਰ ਸਕਦੇ, ਉਹ ਜਦੋਂ ਸਮਝਣ ਦੀ ਕੋਸ਼ਿਸ਼ ਕਰੀਏ, ਸਾਨੂੰ ਸਟੋਰੀ ਸੁਣਾਤੀ ਕਿ ਦੁਨੀਆ ਦੇ ਕੋਲ ਛੋਟੀ ਥਾਲ ਸੀ, ਭਗਤ ਧੰਨੇ ਕੋਲ ਵੱਡੀ ਥਾਲ ਸੀ, ਦੁਨੀਆ ਨੇ ਕੀਤੀ ਆਰਤੀ, ਭਗਤ ਧੰਨੇ ਨੇ ਕੀਤਾ ਆਰਤਾ, ਦੱਸੀ ਨੋ ਪ੍ਰੋਬਲਮ। ਅੱਗੇ ਸਮਝਾਤਾ ਜੋ ਜਨ ਤੁਮਰੀ ਭਗਤ ਕਰਨ ਤੇ ਜੋ ਤੁਹਾਡੀ ਭਗਤੀ ਕਰਨਗੇ ਉਹਨਾਂ ਦੇ ਕਾਜ ਸਾਰੇ ਸਵਰ ਜਾਣਗੇ। ਹੁਣ ਕਿਹੜੇ ਕਾਜ ਸਵਰਨਗੇ ਸਾਨੂੰ ਦੱਸਿਆ, ਦਾਲ ਸੀਦਾ ਮੰਗੋ ਘਿਓ ਹਮਰਾ ਖੁਸ਼ੀ ਕਰਨ ਜੀਓ, ਮੈਨੂੰ ਦਾਲ ਮਿਲ ਜਾਣਗੀ, ਚਾਵਲ ਮਿਲ, ਆਟਾ ਮਿਲ ਜਾਏਗਾ, ਘਿਓ ਮਿਲ ਜਾਣਗੇ, ਖੁਸ਼ੀ ਹੋਏਗੀ, ਨੋ ਪ੍ਰੋਬਲਮ। ਬਟ ਸੋਚ ਕੇ ਦੇਖੀਏ, ਜੇ ਸਾਡੇ ਜਾਂ ਦੁਨੀਆ ਵਿੱਚ ਇਹੋ ਜਿਹੇ ਕਈ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਇਤਨਾ ਧਨ ਦੌਲਤ ਹੈ ਕਿ ਜੇ ਉਹ ਤੇ ਉਹਨਾਂ ਦੀ ਅਗਲੀ ਪੀੜ੍ਹੀ ਵੀ ਨਾ ਕਮਾਏ, ਘੱਟੋ ਘੱਟ ਦਾਲ ਆਟੇ ਘਿਓ ਦੀ ਪ੍ਰੋਬਲਮ ਨਹੀਂ, ਫਿਰ ਕੀ ਇਹ ਪੰਕਤੀ ਉਹਨਾਂ ਤੇ ਐਪਲੀਕੇਬਲ ਨਹੀਂ ਹੋਏਗੀ। ਦੂਜਾ, ਅੱਜ ਕੱਲ ਦੇ ਹਾਲਾਤ ਦੇਖੀਏ, ਜਦੋਂ ਘਰ ਦਾਲ ਆਟਾ ਆਉਂਦੇ ਸਭ ਤੋਂ ਪਹਿਲੀ ਚਿੰਤਾ ਹੁੰਦੀ ਹੈ ਉਹਨੂੰ ਸੈਨੀਟਾਈਜ਼ ਕਰਨਾ। ਹੁਣ ਦਾਲ ਆਟਾ ਆਣ ਕੇ ਕੋਈ ਹਮਾਰਾ ਖੁਸ਼ੀ ਕਰੇ ਤੇ ਗੱਲ ਚੱਲਦੀ ਨਹੀਂ ਪਈ, ਫਿਰ ਕੀ ਇਹ ਪੰਕਤੀ ਸਾਡੇ ਤੇ ਨਹੀਂ ਟੁਕਦੀ ਹੈ। ਸ਼ਾਇਦ ਮੇਰੀ ਥਾਟ ਪ੍ਰੋਸੈਸ ਉਧਰ ਤੱਕ ਨਹੀਂ ਗਈ, ਮੈਂ ਆਪਣੇ ਆਪ ਤੇ ਇੰਪਲੀਮੈਂਟ ਨਹੀਂ ਕਰ ਪਾ ਰਿਹਾ। ਹੋਰ ਅੱਗੇ ਚੱਲੀਏ, ਅੱਗੇ ਆ ਜਾਂਦੇ ਪਨੀਆ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਮੈਂ ਕਪੜਾ ਮੰਗਦਾ ਹਾਂ, ਜੁੱਤੀ ਮੰਗਦਾ ਹਾਂ, ਅਨਾਜ ਮੰਗੋ ਸਤ ਸੀਕਾ, 7 ਪੈਲੀਆਂ ਤੋਂ ਨਿਕਲਿਆ ਅਨਾਜ, ਸੌਖੇ ਲਫ਼ਜ਼ਾਂ ਵਿੱਚ 7 ਟਾਈਪਸ ਆਫ ਅਨਾਜ ਮੰਗਦਾ ਹਾਂ। ਚਲੋ ਓਕੇ, ਮੰਨ ਲਿਆ। ਹੁਣ ਅੱਗੇ ਕੀ ਕਹਿੰਦੇ ਪਏ ਨੇ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਮੈਂ ਅਰਬੀ ਘੋੜੀ ਵੀ ਮੰਗਦਾ ਪਿਆ, ਓਕੇ ਨੋ ਪ੍ਰੋਬਲਮ। ਇਹ ਸਾਰੀ ਚੀਜ਼ਾਂ ਅੱਜ ਦੇ ਭਾਸ਼ਾ ਵਿੱਚ ਸਮਝ ਜਾਈਏ ਕਿ ਮੈਂ ਮੰਗਦਾ ਪਿਆ ਹਾਂ ਕਿ ਮੈਨੂੰ ਚੀਜ਼ਾਂ ਚਾਹੀਦੀਆਂ ਨੇ, ਕਾਰ ਚਾਹੀਦੀ ਹੈ, ਇਹੋ ਜਿਹੀ ਭਾਸ਼ਾ ਵਿੱਚ ਸਮਝ ਜਾਈਏ। ਅੱਗੇ ਕਹਿੰਦੇ ਪਏ ਨੇ ਘਰ ਕੀ ਗੀਹਨ ਚੰਗੀ। ਹੁਣ ਘਰ ਕੀ ਗੀਹਨ ਦਾ ਭਾਵ ਹੁੰਦਾ ਇਸਤਰੀ, ਮੈਨੂੰ ਇੱਕ ਚੰਗੀ ਇਸਤਰੀ ਵੀ ਚਾਹੀਦੀ ਹੈ। ਹੁਣ ਮੰਨ ਲਓ ਕਿਸੇ ਦਾ ਵਿਆਹ ਹੋਇਆ ਹੋਇਆ ਹੈ, ਕਿ ਉਹ ਫਿਰ ਵੀ ਮੰਗੇਗਾ ਕਿ ਮੈਨੂੰ ਚੰਗੀ ਇਸਤਰੀ ਚਾਹੀਦੀ ਹੈ, ਤੇ ਕੀ ਇਹ ਸ਼ਬਦ ਕੇਵਲ ਮੇਲਸ ਤੇ ਐਪਲੀਕੇਬਲ ਹੈ, ਫੀਮੇਲਸ ਤੇ ਐਪਲੀਕੇਬਲ ਨਹੀਂ? ਸਵਾਲ ਖੜੇ ਹੋਣਗੇ। ਹੁਣ ਜਦੋਂ ਸਵਾਲ ਖੜੇ ਹੋ ਗਏ ਨੇ, ਸਾਡੇ ਮਨ ਵਿੱਚ ਇਹ ਚੀਜ਼ ਆਣੀ ਚਾਹੀਦੀ ਸੀ ਕਿ ਕਿਧਰ ਮੈਂ ਇਸ ਚੀਜ਼ ਨੂੰ ਸਮਝ ਨਹੀਂ ਸਕਿਆ। ਗੁਰ ਕੀ ਬਾਣੀ ਗੁਰ ਤੇ ਜਾਤੀ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰੇ, ਮੈਂ ਆਪਣੇ ਆਪ ਤੇ ਇੰਪਲੀਮੈਂਟ ਕਰਨੇ ਨੇ। ਫਿਰ ਜਦੋਂ ਅਸੀਂ ਭਾਵ ਵੱਲ ਪਹੁੰਚੇ ਤਾਂ ਅਸਾਂ ਸਮਝਿਆ ਗੋਪਾਲ, ਗੋ ਮਤਲਬ ਹੁੰਦੀ ਹੈ ਧਰਤੀ, ਗੋ ਮਤਲਬ ਹਿਰਦਾ ਰੂਪੀ ਧਰਤੀ ਨੂੰ ਪਾਲਣ ਵਾਲਿਆ, ਮੇਰੀ ਹਿਰਦਾ ਰੂਪੀ ਧਰਤੀ ਨੂੰ ਪਾਲਣ ਵਾਲਿਆ ਗੋਪਾਲ ਤੇਰਾ ਆਰਤਾ ਮੈਂ ਤੇਰਾ ਮੰਗਦਾ ਹਾਂ। ਜੋ ਜਨ ਦਾ ਮਤਲਬ ਹੁੰਦਾ ਹੈ ਸੇਵਕ। ਹੁਣ ਸੇਵਕ ਦੀ ਪਰਿਭਾਸ਼ਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਪਸ਼ਟ ਕਰਦੀ ਹੈ, ਠਾकुर का सेवक आज्ञाकारी, ठाकुर का सेवक सदा पुजारी। ਹੁਣ ਸਦਾ ਲਈ ਪੂਜਾ ਕਰਦਾ। ਜੇ ਅਸੀਂ ਸਮਝੀਏ ਗੁਰਦੁਆਰੇ ਵਿੱਚ ਕੀਰਤਨ ਤੇ ਲਿਮਿਟਿਡ ਟਾਈਮ ਲਈ ਹੁੰਦਾ ਹੈ, ਕਥਾ ਲਿਮਿਟਿਡ ਟਾਈਮ ਲਈ ਹੁੰਦੀ ਹੈ, ਸਦਾ ਲਈ ਪੂਜਾ ਦਾ ਕੀ ਮਤਲਬ ਨਿਕਲਿਆ? ਪੂਜਾ ਦਾ ਭਾਵ ਰਿਸਪੈਕਟ ਕਰਨਾ। ਮੈਂ ਉਹ ਸੇਵਕ ਬਣਨਾ ਚਾਹੁੰਦਾ ਜਿੱਧਰ ਮੇਰਾ ਮਨ ਹਰ ਵਕਤ ਉਸ ਰੱਬੀ ਨਿਯਮਾਵਲੀ ਦੇ ਅਧੀਨ ਰਹੇ, ਉਹਨੂੰ ਐਕਸੈਪਟ ਕਰੇ। ਹੁਣ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਉਧਰ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਧਰ ਵੀ ਭਗਤ ਦੇ ਤੱਤੇ ਨੂੰ ਔਂਕੜ, ਉਹਦਾ ਭਾਵ ਇੱਕ ਭਗਤ। ਜਿੱਧਰ ਵੀ ਭਗਤ ਦਾ ਤੱਤਾ ਮੁਕਤਾ, ਉਧਰ ਬਹੁਤੇ ਭਗਤ। ਜਿੱਧਰ ਵੀ ਭਗਤ ਦੇ ਤੱਤੇ ਨੂੰ ਸਿਹਾਰੀ, ਉਹਦਾ ਭਾਵ ਹੈ ਭਗਤੀ। ਭਗਤੀ ਦਾ ਮਤਲਬ ਸਮਾਧੀ ਲਾਣਾ ਨਹੀਂ। ਹੁਣ ਭਗਤੀ ਦੀ ਡੈਫੀਨੇਸ਼ਨ ਕੀ ਹੈ? ਗੁਰੂ ਸਾਹਿਬ ਕਹਿੰਦੇ ਪਏ ਨੇ ਆ ਸਿੰਪਲ ਪਰਿਭਾਸ਼ਾ ਸਮਝ ਜਾ, ਕਿਉਂਕਿ ਮੈਂ ਕਨਫਿਊਜ਼ ਹੋ ਗਿਆ ਨਾ। ਮੈਂ ਸਮਝਿਆ ਪਿਆ 40 ਦਿਨ ਗੁਰਦੁਆਰੇ ਜਾਣਾ ਭਗਤੀ, ਮੈਂ ਸੋਚਿਆ ਤੀਰਥਾਂ ਤੇ ਜਾਣਾ ਭਗਤੀ, ਮੈਂ ਸੋਚਿਆ ਚੋਕੜੇ ਮਾਰਨਾ ਭਗਤੀ। ਗੁਰੂ ਸਾਹਿਬ ਕਹਿੰਦੇ ਪਏ ਨੇ ਨਾ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣ ਧਾਰਨ ਕਰਨੇ is equal to ਭਗਤੀ। LHS is equal to RHS, hence proved ਹੋ ਗਿਆ। ਭਗਤੀ ਕੀ ਹੈ? ਜ਼ਿੰਦਗੀ ਦੇ ਵਿੱਚ ਗੁਣ ਧਾਰਨ ਕਰਨੇ। ਹੁਣ ਸਮਝ ਆਣਾ ਸ਼ੁਰੂ ਹੋ ਗਿਆ। ਰਹਾਉ ਕੀ ਹੈ? ਮੇਰੇ ਧਰਤੀ, ਹਿਰਦਾ ਰੂਪੀ ਧਰਤੀ ਦੀ ਗੱਲ ਚੱਲਦੀ ਪਈ ਹੈ। ਹੁਣ ਮੈਂ ਉਹ ਸਦਾ ਪੁਜਾਰੀ ਵਾਲਾ ਸੇਵਕ ਬਣਨਾ, ਮੈਂ ਗੁਣਾ ਵਾਲੀ ਭਗਤੀ ਕਰਨੀ ਹੈ। ਹੁਣ ਗੁਣਾ ਵਾਲੀ ਭਗਤੀ ਲਈ ਮੈਂ ਮਿਹਨਤ ਕਰਨੀ ਹੈ। ਹੁਣ ਮੇਰੀਆਂ ਮੰਗੀਆਂ ਕਿਹੜੀਆਂ ਹੋਣਗੀਆਂ? ਕਿਉਂਕਿ ਇਧਰ ਕਹਿੰਦੇ ਪਏ ਨੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਰਤਾ, ਕਾਜ ਸਵਰਦੇ ਪਏ ਨੇ। ਹੁਣ ਜਦੋਂ ਕੱਲੇ ਕੱਲੇ ਵਰਡ ਵੱਲ ਦੇਖੋਗੇ, ਕਹਿੰਦੇ ਪਏ ਨੇ ਦਾਲ, ਜੋ ਅਸਾਂ ਵਿਚਾਰਿਆ। ਦਾਲ ਦਾ ਮਤਲਬ ਇੱਕ ਤੇ ਹੁੰਦਾ ਹੈ ਪਲਸਿਸ, ਇੱਕ ਦਾਲ ਦਾ ਮਤਲਬ ਹੁੰਦਾ ਚੂਰ ਚੂਰ ਹੋਣਾ, ਜੋ ਅਸਾਂ ਵਿਚਾਰਿਆ। ਮੇਰੇ ਮਨ ਸੇਵ ਸਫਲ ਹਰ ਕਾਲ, ਲੈ ਗੁਰਪਗ ਰੇਨ ਰਵਾਲ, ਸਭ ਦਾਲਦ ਪੰਜ ਦੁੱਖ ਦਾਲ, ਸਾਰੇ ਦੁੱਖ ਚੂਰ ਚੂਰ ਹੋ ਜਾਣ, ਨੈਗੇਟਿਵ ਖਿਆਲ ਚੂਰ ਚੂਰ ਹੋ ਜਾਣ, ਇਹਨੂੰ ਕਹਿੰਦੇ ਪਏ ਨੇ ਦਾਲ।
हुण नेगेटिविटी चूर चूर हो गई, हुण मैं करा कि गुरु ने क्या सी सीधे मार्ग ते चलना शुरू कर दे, राइट पाथ ते चलना शुरू कर दे, दाल सीधा। हुण मैं अपनी नेगेटिविटी नू चूर चूर कीता, मैं सीधे राह ते चलना शुरू कर दिता। हुण होया कि दाल सीधा मांगो घिओ। हुण क्यों मंगदा पिया, घिओ किहड़ा मंगदा पिया? हुण जदों बाहरली तौर ते देखिए किसी नूं मन लिया कि ए कोई धर्मी आगू मेरे धर्म करम करेगा, उस लिए कुछ कुछ चीज़ां दी लोड़ पैंदी सी। ए समझा कि तू ए चीज़ लैके आ, ए चीज़ लैके आ, ए चीज़ लैके आ। गुरु साहब भगत साहबान ओही एग्जाम्पल्स यूज करते ने। तेनू पता है चावल बारे, कनक बारे, घ्यो बारे, एग्जाम्पल्स मैं ओही वरतांगा ताकि तेनू समझ आ जाए कि पूजा करनी किवें। गुरु साहब कहंदे पए ने दाल सीधा मांगो घिओ। घिओ की है? दूध करम संतोख घिओ कर। तेरे जीवन दे विच कंटेंटमेंट आ जाए। हुण किहड़ियां मंगां निकलियां? चूर चूर कीते नेगेटिविटी, सीधे राह ते आया, हुण संतोख रूपी घिओ मंग लिया ते की आ गया? दाल सीधा मांगो घिओ हमरा खुशी करे ने जियो। हुण मेरे अंदर खुशी आंदी पई है। पहले अगर मैं सीधा लफ्जी अर्थ करदा पिया सी, मेरे मन विच सवाल सी। हुण जदों मैं अपने उत्ते एक्शनेबल्स लब लए, हुण मेरे अंदर कंटेंटमेंट आई। कंटेंटमेंट आई मतलब मैं खुश सुखी होना शुरू हो गया। अगे की कहंदे पए ने? दाल सीधा मांगो घिओ हमरा खुशी करे ने जियो। पनिया छादन नीका, मैं चंगी जुत्ती ते चंगे कपड़े मंगदा पिया हां। नीका दा भाव चंगे। हुण पनिया दा भाव एक भगत रविदास बड़ा प्यारा स्पष्ट करते पे ने। भगत रविदास कहंदे उधर स्पष्ट करते पे ने शरीर रूपी जुत्ती। हुण एक सवाल खड़ा हो जाएगा, शरीर ते मैनू मिल चुके, फिर शरीर क्यों मंगदा पिया? हुण शरीर बाहरली तौर ते शरीर दी गल नहीं चलदी पई। हुण जिहड़ा बाहरली शरीर है ओ वाला शरीर ते कुदरती नियम दे अनुसार बन गया। पर गुरु साहब कहने पे जिंदगी में कुछ चैलेंज होना चाहिए ना। तेरे अगे चैलेंज ये है कि तू अपना नवा जन्म कैसे बना सकता है, जिसनु कहते पे ने गुर के शब्द बनावो ए मन। नवा मन बन गया ते नवा शरीर, नवा जिंदगी बन गई। हुण मैं अपना नवा जन्म करना चाहता हाँ, जिसनु कहते पे ने पनिया छादन। छादन कहते ने कपड़ा। हुण मेरा नवा शरीर बन गया, नवे एक्शंस होने शुरू हो गए। हुण उन्नू कजन लई कपड़ा भी चाहिए। गुरु साहब कहते पे ने छादन चंगा कपड़ा। चंगा कपड़ा केड़ा है? गुरु साहब कहते पे ने सिफ्त शर्म का कपड़ा मांगो। मैं तेरी सिफ्ती करन वाला कपड़ा, मेरा नवा शरीर बन गया ना, हुण मैं सिफ्ती करना चाहना। सिफ्त करन दा भाव की है? जो मैं वडियाई, मैनू जो चीज चंगी लगे उदी मैं वडियाई करदा पिया। हुण जो चीज चंगी लगदी पई है मैं इहो जिहा बनना चाहना। जो मैं चंगी चंगी चीजां लॉज ऑफ नेचर दी नजर आंदी पईयां ने, वो चीज मैं अपने जीवन चो लेके आना चाहता। मैं अपने मन को रब वर्गा बनाना चाहता। हर जन ऐसा चाहिए जैसा हर ही होए। हुण ओ कहंदे पे ने पनिया छादन, नवा मेरा जन्म हो गया, नवा शरीर, उसके उत्ते सिफ्ती दा कपड़ा पा लिया। पनिया छादन नीका अनाज मंगो सत सीका। हुण अनाज केड़ा है? गुरु साहब फिर स्पष्ट करदे पे ने जत सत चावल दया कनक कर। तेरे अंदर दया आए, तेरा किरदार उच्चा होए, तू अपने इंद्रियां ते काबू रख सके। ए वाला जब तू पूजा करना चाहता ना, ए चीजां अर्पण करन वालियां हन। बाहरली चीजां ते कोई भी अर्पण कर सकता है। हुण की कहंदे पए ने जत सत चावल दया कनक कर। तू तेरे जीवन दे विच दया आए, तेरा किरदार उच्चा होए, तू अपने इंद्रियां ते काबू रख सके। ए वालियां चीजां मंगदा पिया। दाल सीधा मांगो घिओ हमरा खुशी करे नित जियो। पनिया छादन नीका अनाज मंगो सत सीका। अगे कहते पे ने गऊ भैंस मांगो लावेरी। लावेरी गां मंगदा पिया। गुरु को पूछिए ओ गऊ भैंस मंगो लावेरी की है? गुरु साहब आप स्पष्ट करदे पए ने की कहंदे पे ने ओ सहजे बचरा खीर पिए वाली। दूध करम संतोख त्यो कर ऐसा मांगो दान, खिमा धीरज कर गऊ लवेरी। एक पासे कहंदे पे ने गऊ लवेरी मांगे ते केड़ी मांगे? खिमा धीरज कर गऊ लवेरी। तेरे जीवन दे विच धीरज आ जाए ते तू किसी नू खिमा कर सके, ए गवेरी ना। हुण धीरज दी परिभाषा की? जदों भी असी कोई एक बहुत डिफिकल्ट सिचुएशन लगेगी ना, असी पैनिक कर जाते हैं। 10 ओवर विच 100 रन चाहिए ने, धूम धड़ाका मारेंगे, आउट हो जाएंगे, पैनिक करेंगे। पर जदों धीरज नाल सोचिया 10 ओवर में से 6 ओवर अच्छे बॉलर के हैं, 4 ओवर वीक बॉलर हैं, मैं प्लानिंग नाल, पेशेंस नाल, धीरज नाल जावांगा कि मैं ओ 4 ओवर ते अटैक करांगा, और 10 ओवर विच 100 रन भी सौखे बन जाएंगे। गुरु कहते पे ने ओ पेशेंस धीरज आ जाएगी। खिमा धीरज कर गऊ लवेरी। भगत अन्ना जी ए वाली खिमा धीरज कहते पे ने गऊ भैंस मंगो लावेरी। अगे कहते पे ने एक ताजन तुरी चंगेरी। ताजन तुरी दा भाव अरबी घोड़ी, एक सवारी। हुण ओ
ਗੁਰੂ ਸਾਹਿਬ ਇਹ ਕਿਹੜੀ ਘੋੜੀ ਦੀ, ਅਰਬੀ ਘੋੜੀ ਦੀ ਗੱਲ ਕਰਦੇ ਪਏ ਹੋ? ਗੁਰੂ ਸਾਹਿਬ ਫਿਰ ਸਪਸ਼ਟ ਕਰਦੇ ਪਏ ਨੇ, ਸਹਿਜ ਸਮਾਦ ਸਨਾ ਗਿਆਨ ਹੈ ਆਸਨ ਚੜਿਓ। ਹੈ ਦਾ ਉਹਦਾ ਭਾਵ ਹੈ ਜਿਹਦਾ ਭਾਵ ਹੈ ਘੋੜੀ। ਮਨੁੱਖ ਜਿਸ ਵੀ ਵਹੀਕਲ ਤੇ ਸਵਾਰ ਹੋਏਗਾ ਉਹ ਬਹੁਤ ਵੱਡਾ ਯੋਗਦਾਨ ਦਿੰਦਾ ਹੈ ਕਿ ਉਹ ਕਿਵੇਂ, ਕਿਸ ਹਾਲਾਤ ਵਿੱਚ ਤੇ ਕਿਸ ਟਾਈਮ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚੇ। ਜਦੋਂ ਮੈਂ ਗਿਆਨ ਦਾ ਤੇ ਘੋੜੀ ਦਾ ਸਵਾਰ ਹੀ ਹੋ ਗਿਆ, ਭਾਵ ਮੈਨੂੰ ਜ਼ਿੰਦਗੀ ਦੇ ਵਿੱਚ ਚਲਾਉਣ ਵਾਲਾ ਗਿਆਨ, ਨੌਲੇਜ, ਵਿਜ਼ਡਮ ਹੋਏਗਾ, ਫਿਰ ਮੈਂ ਜ਼ਿੰਦਗੀ ਦੇ ਫੈਸਲੇ ਕਿਵੇਂ ਲਾਂਗਾ? ਜਿਹਨੂੰ ਬਾਬਾ ਕਬੀਰ ਕਹਿੰਦੇ ਪਏ ਨੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਕਾ ਨਾਮ ਬਿਬੇਕੋ। ਬਿਬ ਇੱਕ, ਬਿਬ ਪਲੱਸ ਇੱਕ, ਜਿਹਦੇ ਅੰਦਰ ਕਨਫਿਊਜ਼ਨ ਨਾ ਹੋਏ, ਪਤਾ ਹੋਏ ਇਹ ਸੱਚ ਹੈ, ਝੂਠ ਹੈ, ਠੀਕ ਹੈ, ਗਲਤ। ਉਹ ਜਦੋਂ ਮੈਂ ਗਿਆਨ ਦਾ ਸਵਾਰੀ ਹੋ ਗਿਆ, ਦੈਨ ਮੈਂ ਜ਼ਿੰਦਗੀ ਦੇ ਜਿਹੜੇ ਫੈਸਲੇ ਲਾਂਗਾ ਉਹ ਉਸ ਗਿਆਨ ਸਦਕਾ ਹੋਣਗੇ। ਅਗਿਆਨਤਾ ਸਦਕਾ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਾਂਗਾ। ਇਹ ਸਮਝਾਉਂਦੇ ਪਏ ਨੇ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਅਖੀਰ ਵਿੱਚ ਪਤਾ ਕੀ ਕਹਿੰਦੇ ਨੇ, ਘਰ ਕੀ ਗੀਹਨ ਚੰਗੀ, ਚੰਗੀ ਵੋਟੀ। ਵੋਟੀ ਦਾ ਭਾਵ ਜੀਵਨ ਸਾਥੀ। ਮੇਰਾ ਜੀਵਨ ਸਾਥੀ, ਹੁਣ ਗੱਲ ਚਲਦੀ ਪਈ ਸੀ, ਮੇਰੇ ਮਨ ਟੌਪਿਕ ਕੀ ਸੀ? ਮੇਰੇ ਮਨ ਨੂੰ ਮੈਂ ਮੰਗਤਾ ਮੈਂ ਮੇਰੇ ਮਨ ਨਾਲ ਗੱਲਾਂ ਕਰਦਾ ਪਿਆ, ਮੈਂ ਸੇਵਕ ਹਾਂ, ਮੰਗਤਾ ਹਾਂ। ਮੈਂ ਕੁਝ ਚੀਜ਼ਾਂ ਮੰਗਦਾ ਪਿਆ ਤਾਂ ਕਿ ਮੇਰੀ ਜੋ ਆਬਜੈਕਟਿਵ ਹੈ, ਮੇਰਾ ਆਬਜੈਕਟਿਵ ਪੂਰਾ ਹੋ ਸਕੇ। ਮੰਗਾਂ ਕੀ ਸੀ? ਮੈਂ ਆਪਣੇ ਦੁੱਖਾਂ ਨੂੰ ਚੂਰ ਚੂਰ ਕੀਤਾ, ਨੈਗੇਟਿਵਿਟੀ ਨੂੰ ਚੂਰ ਚੂਰ ਕੀਤਾ, ਸਿੱਧੇ ਰਾਹ ਤੇ ਆਇਆ, ਸੰਤੋਖ ਰੂਪੀ ਘਿਓ ਆਇਆ। ਜਦੋਂ ਮੈਂ ਆਪਣਾ ਇੱਕ ਨਵਾਂ ਸਰੀਰ ਬਣਾ ਲਿਆ, ਸਿਫਤੀ ਦਾ ਉੱਤੇ ਕੱਪੜਾ ਪਾਇਆ, ਮੈਂ ਖਿਮਾ ਧੀਰਜ ਕਰ ਗਊ ਲਵੇਰੀ ਲੈ ਕੇ ਆਇਆ, ਮੈਂ ਸਮਝ ਲਿਆ ਕਿ ਮੈਂ ਗਿਆਨ ਦੇ ਘੋੜੇ ਤੇ ਚੜਿਆ। ਹੁਣ ਅਖੀਰ ਵਿੱਚ ਕਹਿੰਦੇ ਪਏ ਨੇ, ਹੇ ਸਿੱਖਾ, ਤੂੰ ਆਪਣਾ ਜੋ ਤੇਰਾ ਮਨ ਹੈ, ਤੇਰਾ ਸਾਥੀ ਕੌਣ ਹੈ? ਤੇਰੀ ਮਤ। ਜਿਵੇਂ ਜਿਵੇਂ ਤੈਨੂੰ ਤੇਰੀ ਮਤ ਪ੍ਰੇਰਦੀ ਹੈ, ਤਿਵੇਂ ਤਿਵੇਂ ਤੂੰ ਕਰਦਾ ਹੈ। ਪਰ ਤੇਰੀ ਮਤ ਕਿਹੜੀ ਸੀ? ਬਾਬਾ ਕਬੀਰ ਕਹਿੰਦੇ ਪਏ ਨੇ, ਪਹਿਲੀ ਕਰੂਪ ਕੁਜ਼ਾਤ ਕੁਲਖਣੀ। ਜੋ ਮੇਰੀ ਆਪਣੀ ਮਤ ਸੀ ਨਾ, ਉਹ ਕੁਰੂਪ ਸੀ, ਕੁਜ਼ਾਤ ਸੀ, ਕੁਲਖਣੀ। ਹੁਣ ਮੇਰੀ ਜੀਵਨ ਸਾਥੀ ਕਰੂਪ ਕੁਜ਼ਾਤ ਕੁਲਖਣੀ ਸੀ। ਮੇਰੇ ਘਰ ਵਿੱਚ ਤੇ ਮੇਰੇ ਹਿਰਦੇ ਰੂਪੀ ਘਰ ਵਿੱਚ ਪ੍ਰੋਬਲਮ ਹੋਣੀ ਸੀ। ਪਹਿਲੀ ਕਰੂਪ ਕੁਜ਼ਾਤ ਕੁਲਖਣੀ, ਸਹੁਰੇ ਪਈਏ ਬੁਰੀ। ਪਰ ਜਦੋਂ ਉਹ ਮੈਂ ਭੈੜੀ ਜੀਵਨ ਸਾਥੀ ਦਾ ਸਾਥ ਛੱਡ ਕੇ ਚੰਗੀ ਮਤ, ਗੁਰ ਕੇ ਸ਼ਬਦ ਬਣਾਵੋ, ਇਹ ਮਨ ਲੈ ਲਿਆ, ਤੇ ਕੀ ਹੋਇਆ? ਅਬ ਕੀ ਸਰੂਪ ਸੁਜਾਨ ਸੁਲਖਣੀ। ਪਹਿਲੀ ਮੇਰੀ ਮਤ ਕੁਰੂਪ ਸੀ, ਹੁਣ ਸਰੂਪ। ਪਹਿਲੇ ਕੁਜ਼ਾਤ, ਹੁਣ ਸੁਜਾਨ। ਪਹਿਲੇ ਕੁਲਖਣੀ, ਹੁਣ ਸੁਲਖਣੀ। ਹੋਇਆ ਕਿ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ, ਚੰਗਾ ਹੋਇਆ ਪਹਿਲੀ ਮੇਰੀ ਅਹੰਕਾਰ ਨਾਲ ਭਰੀ ਹੋਈ ਮਤ ਮਰ ਗਈ। ਹੁਣ ਇਹ ਜੋ ਮਤ ਜੀਵਨ ਸਾਥੀ ਬਣ ਗਈ ਹੈ, ਜਿਸ ਦੀ ਮੰਗ ਭਗਤ ਧੰਨਾ ਜੀ ਸਾਨੂੰ ਕਰਨਾ ਸਿਖਾਉਂਦੇ ਪਏ ਨੇ, ਕਿਹੜੀ? ਘਰ ਕੀ ਗੀਹਨ ਚੰਗੀ। ਮੇਰੇ ਹਿਰਦੇ ਦੀ ਜਿਹੜੀ ਚੰਗੀ ਜੀਵਨ ਸਾਥੀ, ਚੰਗੀ ਮਤ ਚਾਹੀਦੀ ਹੈ। ਜਨ ਧੰਨਾ ਲੈਵੇ ਮੰਗੀ। ਭਗਤ ਧੰਨਾ ਜੀ ਇਹ ਮੰਗ ਮੰਗਣਾ ਸਾਨੂੰ ਸਿਖਾਉਂਦੇ ਪਏ ਨੇ। ਜਦੋਂ ਇਹ ਚੀਜ਼ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਏ, ਪੂਰਾ ਸ਼ਬਦ ਮੇਰੇ ਤੁਹਾਡੇ ਲਈ ਇੱਕ ਐਕਸ਼ਨੇਬਲ ਬਣ ਜਾਏਗਾ। ਇਹ ਫਾਈਨਲ ਅਰਥ ਨੇ, ਮੈਨੂੰ ਨਹੀਂ ਪਤਾ, ਪਰ ਇਹ ਪੂਰਾ ਸ਼ਬਦ ਸਾਡੇ ਲਈ ਐਕਸ਼ਨੇਬਲ ਹੋ ਜਾਏਗਾ ਕਿ ਮੈਂ ਆਪਣੇ ਹਿਰਦਾ ਰੂਪੀ ਧਰਤੀ ਦੀ ਗੱਲ ਕਰਦਾ ਪਿਆ, ਤੇ ਮੈਂ ਗੱਲ ਕਰਦਾ ਪਿਆ ਕਿ ਮੈਂ ਆਪਣੀ ਮਤ ਕਿਸ ਚੀਜ਼ ਨੂੰ, ਮੈਂ ਆਪਣੀ ਜੀਵਨ ਸਾਥੀ, ਆਪਣੀ ਮਤ ਨੂੰ ਬਣਾਉਣਾ ਹੈ, ਤੇ ਮੈਂ ਆਪਣੇ ਜੀਵਨ ਦੇ ਵਿੱਚ ਕਿਵੇਂ ਇਹ ਚੀਜ਼ਾਂ ਨੂੰ ਧਾਰਨ ਕਰਨ ਲਈ ਕਿਹੜੀ ਨਾਲ ਇਹ ਚੀਜ਼ਾਂ ਦੀ ਲੋੜ ਹੈ, ਜੋ ਭਗਤ ਧੰਨਾ ਜੀ ਸਟੈਪ ਬਾਈ ਸਟੈਪ ਸਾਨੂੰ ਸਮਝਾਉਂਦੇ ਪਏ ਨੇ। ਮੈਂ ਜੇ ਅਗਰ ਥੋੜਾ ਫਾਸਟ ਗਿਆ ਮੈਂ ਮਾਫੀ ਚਾਹੁੰਦਾ, ਜੁਝਾਰ ਵਿੱਚ। ਹਾਂਜੀ, ਥੈਂਕ ਯੂ ਜੀ, ਬਹੁਤ ਹੀ ਖੂਬਸੂਰਤੀ ਨਾਲ ਤੁਸੀਂ ਅਪਲਾਈਡ ਮੀਨਿੰਗ ਸਮਝਾਏ ਨੇ। ਇਹਦੇ ਨਾਲ ਪਤਾ ਲੱਗਦਾ ਕਿ ਕਿੰਨੀ ਇਨ ਡੈਪਥ ਸਟੱਡੀ ਤੁਸੀਂ ਇਸ ਬਾਰੇ ਕਰਦੇ ਹੋ, ਇਸ ਟੌਪਿਕ ਬਾਰੇ। ਵੀ ਆਰ ਰੀਅਲੀ ਵੈਰੀ ਥੈਂਕਫੁਲ, ਤੇ ਹਰ ਵਾਰੀ ਸਾਡੇ ਨਾਲ ਸਾਂਝ ਪਾਇਆ ਕਰੋ। ਵੀਰ ਜੀ, ਸਾਡੇ ਕੋਲ ਇੱਕ ਦੋ ਸਵਾਲ ਨੇ। ਭੁਪਿੰਦਰ ਵੀਰ ਜੀ, ਤੁਹਾਡਾ ਕੈਮਰਾ ਆਫ ਹੈ। ਇੱਕ ਰਮਨੀਤ ਕੌਰ ਜੀ ਦਾ ਸਵਾਲ ਹੈਗਾ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਉਹ ਅਨਮਿਊਟ ਕਰਕੇ ਆਪਣੇ ਆਪ ਸਵਾਲ ਪੁੱਛਣ। ਹਾਂਜੀ ਰਮਨੀਤ ਕੌਰ ਜੀ, ਹਾਂਜੀ ਬੋਲੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਪੁੱਛਣਾ ਸੀ ਕਿ ਅਗਰ ਜਿਵੇਂ ਅਸੀਂ ਪਾਠ ਕਰਦੇ ਹਾਂ ਜਾਂ ਕੋਈ ਵੀ ਮੈਡੀਟੇਸ਼ਨ ਕਰਦੇ ਹਾਂ, ਤੇ ਉਸ ਵਕਤ ਮਾइंड मतलब इतना डिस्टर्ब क्यों रहता है? मतलब माइंड स्टिल क्यों नहीं रहता उस टाइम? ਜੇ ਅਸੀਂ ਉਹਦੇ ਚੋਂ ਮੈਸੇਜ ਨਹੀਂ ਲੈਂਦੇ ਔਰ ਪੈਰਟ ਰੀਡਿੰਗ ਕਰਦੇ ਆ ਤਾਂ ਫਿਰ ਮਾਈਂਡ ਬਾਦਰ ਕਰਦਾ, ਡਿਸਟਰਬ ਰਹਿੰਦਾ। ਔਰ ਜੇ ਅਸੀਂ ਉਹਦੇ ਚੋਂ ਮੈਸੇਜ ਲੈ ਲਈਏ ਕਿ ਮੈਂ ਗਲਤ ਕਿੱਥੋਂ ਹਾਂ, ਮੈਂ ਆਪਣੇ ਆਪ ਨੂੰ ਸਟੇਬਲ ਕਰਨਾ ਹੈ, ਤਾਂ ਆਪੇ ਉਹ ਡਿਸਟਰਬ ਨਹੀਂ ਕਰੇਗਾ, ਉਹ ਸਟੇਬਲ ਹੋ ਜਾਏਗਾ। ਜਿਹੜੀਆਂ ਮੇਰੀਆਂ ਇੰਪਿਉਰਿਟੀਜ਼ ਨੇ, ਜਿਸ ਤਰ੍ਹਾਂ ਸੋਨੇ ਦੀ ਇੰਪਿਉਰਿਟੀਜ਼ ਹੋਣ, ਉਹਨੂੰ ਅੱਗ ਉੱਤੇ ਰੱਖੋ ਤਾਂ ਉਹ ਭੁੜਕਦਾ ਹੈ ਨਾ, ਇਸ ਤਰ੍ਹਾਂ ਮੇਰਾ ਮਨ ਹੈ, ਇਟ ਇਜ਼ ਫੁੱਲ ਆਫ ਇੰਪਿਉਰਿਟੀਜ਼, ਵਾਈਸਿਸ।
ਤਾਂ ਜੇ ਮੈਂ ਉਹ ਥਾਟਸ ਨੂੰ ਠੀਕ ਕਰ ਲਵਾਂ, ਇੰਪਿਉਰਿਟੀਜ਼ ਨਿਕਲ ਗਈਆਂ, ਇਹ ਸਟੇਬਲ ਹੋ ਜਾਏਗਾ। ਪਰ ਥਾਟਸ ਨੂੰ ਫਿਕਸ ਅਪ ਕਰਨ ਵਾਸਤੇ, ਐਟੀਟਿਊਡ ਨੂੰ ਫਿਕਸ ਅਪ ਕਰਨ ਵਾਸਤੇ ਉਹਦੇ ਚੋਂ ਜਿਹੜਾ ਵਿਜ਼ਡਮ ਦਾ ਮੈਸੇਜ ਮਿਲਦਾ ਹੈ, ਉਹ ਨੌਨਿਤ ਨਾਮ ਮੈਨੂੰ ਲੈਣਾ ਹੈ ਔਰ ਆਪਣੇ ਤੇ ਅਪਲਾਈ ਕਰਨਾ ਹੈ। ਜੇ ਅਸੀਂ ਪਾਠ ਕੰਪਲੀਟ ਕਰਨ ਵਾਸਤੇ ਕਰਦੇ ਹਾਂ ਜਾਂ ਪਾਰਟਿਕੂਲਰ ਟਾਈਮ ਮਿੱਥ ਕੇ ਉਹਦੇ ਮੁਤਾਬਕ ਅਸੀਂ ਮੈਡੀਟੇਸ਼ਨ ਕਰਦੇ ਰਹਿੰਦੇ ਹਾਂ, ਤਾਂ ਸਾਡਾ ਮਨ ਕੰਟਰੋਲ ਨਹੀਂ ਹੋਏਗਾ। ਆਪਣੇ ਅਵਗੁਣਾਂ ਨੂੰ ਫਿਕਸ ਅਪ ਕਰਦੇ ਜਾਈਏ, ਮਨ ਆਪੇ ਸਟੇਬਲ ਹੁੰਦਾ ਜਾਏਗਾ। ਉਹਨੂੰ ਕਹਿੰਦੇ ਨੇ ਥਿਰ ਕਰ ਬੈਸੋ, ਹਰਜਨ ਪਿਆਰੇ, ਸਤਿਗੁਰ ਤੁਮਨੇ ਕਹਾ ਸੁਆਰੇ। किस तरह दुष्ट दूत परमेश्वर मारे, अपने ईवल्स ਨੂੰ ਖਤਮ ਕਰਨਾ, ਇੰਪਿਉਰਿਟੀਜ਼ ਨੂੰ ਖਤਮ ਕਰ। very simple. if I'm unstable, that means ਮੇਰੇ ਅੰਦਰ ਇੰਪਿਉਰਿਟੀਜ਼ ਹਨ, ਮੈਂ ਕੁੜਿਆਰ ਹਾਂ, ਮੈਂ ਸਚਿਆਰ ਨਹੀਂ ਹਾਂ, ਮੈਂ ਸਟੇਬਲ ਨਹੀਂ ਹਾਂ। ਆਨਸਰ ਹੋ ਗਿਆ ਤੁਹਾਡਾ ਕੁਐਸਚਨ? ਹਾਂਜੀ, ਥੈਂਕ ਯੂ। रमनीक जी? हाँ जी जी, हाँ जी हो गया आंसर। हाँ जी। थैंक यू। ਥੈਂਕ Thank you. ਵੀ ਜੀ ਇੱਕ ਸਵਾਲ ਆਇਆ ਹੈਗਾ ਚੈਟ ਵਿੱਚ, ਮਨਦੀਪ ਕੌਰ ਜੀ ਪੁੱਛ ਰਹੇ ਨੇ ਕਿ ਪਲੀਜ਼ ਐਕਸਪਲੇਨ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਉਹਾ ਨਾਮ ਤੇਰੇ ਸੰਗ ਸਾਈ। ਇਹਦੀ ਪਲੀਜ਼ ਵਿਚਾਰ ਕਰੋ। ਦੇਖੋ, ਆਮ ਤੌਰ ਤੇ ਤਾਂ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਅਸੀਂ ਮਰ ਜਾਂਦੇ ਹਾਂ, ਅਸੀਂ ਅੱਗੇ ਜਾਂਦੇ ਹਾਂ, ਹਨੇਰਾ ਹੁੰਦਾ ਹੈ, ਕੰਡਿਆਲਾ ਰਸਤਾ ਹੁੰਦਾ ਹੈ, ਨਦੀ ਹੁੰਦੀ ਹੈ, ਤਰਣੀ ਨਦੀ ਹੁੰਦੀ ਹੈ, ਉੱਥੇ ਜਾਮ ਆਉਂਦੇ ਨੇ, ਉਹ ਲੁੱਟਦੇ ਨੇ, ਉਹ ਤੰਗ ਕਰਦੇ ਨੇ। ਉੱਥੇ ਮੇਰੇ ਫਿਜ਼ੀਕਲ ਜਿਹੜੇ ਇੱਥੇ ਫੈਮਿਲੀ ਸੀ, ਮੇਰੇ ਮੰਮੀ ਪਾਪਾ ਭੈਣ ਭਰਾ, ਉਹ ਸਾਰੇ ਨਾਲ ਨਹੀਂ ਜਾ ਸਕਦੇ ਸੀ। ਤਾਂ ਇਸ ਕਰਕੇ ਕਹਿੰਦੇ ਨੇ ਉਹ ਜੀ ਤੁਸੀਂ ਇੱਥੇ ਨਾਮ ਜਪੋ ਤਾਂ ਤੁਹਾਡੇ ਨਾਲ ਅੱਗੇ ਨਾਮ ਜਾਏਗਾ ਤੇ ਤੁਹਾਡੀ ਹੈਲਪ ਕਰੇਗਾ। ਗੁਰਮਤ ਇਹ ਵਾਲਾ ਕਨਸੈਪਟ ਨਹੀਂ ਮੰਨਦੀ ਹੈ ਕਿ ਮਰਨ ਤੋਂ ਬਾਅਦ ਕੋਈ ਨੰਗੇ ਪੈਰ ਜਾਣਾ ਪੈਂਦਾ ਹੈ, ਕੋਈ ਹਨੇਰਾ ਰਸਤਾ ਹੁੰਦਾ ਹੈ, ਕੋਈ ਕੰਡਿਆਲਾ ਰਸਤਾ ਹੁੰਦਾ ਹੈ ਔਰ ਮੈਨੀ ਡੇਜ਼ ਜਾਣਾ ਪੈਂਦਾ ਹੈ। ਜਿਹੜੇ ਲੋਕ ਕੀ ਬਿਲੀਵ ਕਰਦੇ ਨੇ ਉਹ ਮੈਨੀ ਡੇਜ਼ ਦੇ ਹਿਸਾਬ ਦੇ ਨਾਲ ਵਰੀਣਾ ਵੀ ਕਰਦੇ ਨੇ ਕਿ ਬਈ 365 ਦਿਨ ਲੱਗਦੇ ਨੇ ਉੱਥੇ ਜਾਣ ਵਿੱਚ, ਤੇ ਫਿਰ ਉਹ ਸ਼ਰਾਧ ਵੀ ਮਨਾਉਂਦੇ ਨੇ ਔਰ ਵਰੀਣਾ ਕਰਕੇ ਫਿਰ ਉਹ ਦਾਨ ਪੁੰਨ ਕਰਦੇ ਨੇ ਤਾਂ ਕਿ ਜਿਹੜਾ ਬੰਦਾ ਮਰ ਗਿਆ ਉਹਨੂੰ ਅੱਗੇ ਜਾ ਕੇ ਪ੍ਰੋਬਲਮ ਨਾ ਹੋਏ। ਜੀ ਗੁਰਮਤ ਦਾ ਕਨਸੈਪਟ ਹੈ ਐਟ ਪ੍ਰੈਜ਼ੈਂਟ ਮੈਂ ਆਪਣੇ ਅੰਦਰ ਨੈਗੇਟਿਵ ਥਾਟ ਪ੍ਰੋਸੈਸ ਦਾ ਟੱਬਰ ਬਣਾਇਆ ਹੋਇਆ, ਉਹਨੂੰ ਮੇਰੇ ਮਾਤ ਪਿਤਾ ਕੁਮਤ ਕਹਿੰਦੇ ਨੇ, ਅਸੰਤੋਖ ਕਹਿੰਦੇ ਨੇ, ਨਾ ਸੇਵਾ ਕਰਨ ਵਾਲੇ ਭੈਣ ਭਰਾ ਕਹਿੰਦੇ ਨੇ, ਉਹ ਆਪਣਾ ਟੱਬਰ ਬਣਾਇਆ। ਜੈ ਮਾਤ ਪਿਤਾ ਸੁਤਮੀਤ ਨਾ ਪਾਈ, ਮਨ ਉਹਾ ਨਾਮ ਤੇਰੇ ਸੰਗ ਸਾਈ। ਜਿੱਥੇ ਤੈਨੂੰ ਤੇਰੇ ਇਹ ਨੈਗੇਟਿਵ ਕੀਤਾ ਹੋਇਆ ਟੱਬਰ ਇਕੱਠਾ ਕੀਤਾ ਹੋਇਆ, ਨੈਗੇਟਿਵ ਥਾਟਸ ਇਕੱਠੀਆਂ ਕੀਤੀਆਂ ਹੋਈਆਂ, ਨੈਗੇਟਿਵ ਐਟੀਟਿਊਡ ਇਕੱਠਾ ਕੀਤਾ ਹੋਇਆ, ਤੈਨੂੰ ਜਮਾ ਦੇ ਨਾਲ ਫਾਈਟ ਕਰਨ ਵਾਸਤੇ, ਵਾਈਸਿਸ ਦੇ ਨਾਲ ਫਾਈਟ ਕਰਨ ਵਾਸਤੇ ਹੈਲਪਫੁਲ ਨਹੀਂ ਨਾ ਹੁੰਦਾ, ਉੱਥੇ ਤੈਨੂੰ ਵਿਜ਼ਡਮ ਕੰਮ ਆਏਗੀ। ਕਿਉਂਕਿ ਅਸੀਂ ਅੱਜ ਸਮਝ ਚੁੱਕੇ ਹਾਂ ਵਿਜ਼ਡਮ ਨੂੰ ਨਾਮ ਕਹਿੰਦੇ। ਸੁਚੱਜੀ ਜੀਵਨ ਜਾਚ ਦਾ ਜਿਹੜਾ ਮੈਸੇਜ ਮਿਲਦਾ ਉਹਨੂੰ ਸਤਿਗੁਰ ਕਹਿੰਦੇ ਨੇ, ਸਤਿਗੁਰ ਨੂੰ ਨਾਮ ਕਹਿੰਦੇ ਨੇ। ਸਤਿਗੁਰ ਨਾਮ ਰੱਬ, ਉਹ ਸਾਰਾ ਜਿਹੜਾ ਮੈਸੇਜ ਹੈ ਉਹ ਤੈਨੂੰ ਕੰਮ ਆਏਗਾ। ਤੇਰੇ ਨੈਗੇਟਿਵ ਅੰਦਰ ਖਿਆਲ ਬਣਾਏ ਹੋਏ ਕੁਮਤ ਰੂਪੀ ਸਟੈਪ ਮਦਰ ਕੰਮ ਨਹੀਂ ਆਏਗੀ, ਅਸੰਤੋਖ ਰੂਪੀ ਡਿਸਕੰਟੈਂਟਿਡ ਫਾਦਰ ਕੰਮ ਨਹੀਂ ਆਏਗਾ। ਆਨਸਰ ਹੋ ਗਿਆ? ਹਾਂਜੀ, ਆਈ ਥਿੰਕ ਮਨਦੀਪ ਕੌਰ ਜੀ ਸਾਨੂੰ ਚੈਟ ਵਿੱਚ ਦੱਸ ਰਹੇ। ਹਾਂਜੀ ਥੈਂਕ ਯੂ। ਇੱਕ ਸਵਾਲ ਆਇਆ ਜੀ ਜਲੰਧਰ ਤੋਂ, ਮਤ ਥੋੜੀ ਸੇਵ ਕਮਾਈਏ ਨੂੰ ਐਕਸਪਲੇਨ। ਜੀ ਸਵਾਲ ਮਤ ਥੋੜੀ ਕਮਾਈਏ ਐਕਸਪਲੇਨ। ਮਤ ਥੋੜੀ ਸੇਵ ਗਵਾਈਏ, ਕਮਾਈਏ ਨਹੀਂ। ਹਾਂ, ਇਹ ਪੌੜੀ ਸਾਨੂੰ ਪੂਰੀ ਵਿਚਾਰਨ ਵਾਸਤੇ ਟਾਈਮ ਲੱਗੇਗਾ, ਪਰ
ਜਿਹੜੀ ਮੇਰੀ ਮੱਤ ਹੈ ਨਾ, ਇਹਨੂੰ ਗਵਾਉਣਾ ਪਏਗਾ। ਮੱਤ ਕੁਮੱਤ ਹੈ, ਮੱਤ ਮੈਲਾਈਂਡ ਹੈ, ਸੋ ਅਸੀਂ ਇਹਦਾ ਉਚਾਰਨ ਕਰਾਂਗੇ ਮੱਤ ਕੌਮਾ ਥੋੜੀ ਸੇਵ। ਥੋੜੀ ਸੇਵ ਹੁੰਦਾ ਕੀਮਤੀ ਸੇਵ, ਕੀਮਤੀ ਹੁੰਦੇ ਨੇ ਤਿਲ, ਹੈ ਨਾ। ਚੰਗੇ ਗੁਣ ਵੈਲਿਊਏਬਲ ਹੁੰਦੇ ਨੇ ਹੀਰੇ ਵਾਂਗੂ, ਤਿਲ ਵਾਂਗੂ। ਚੰਗੇ ਗੁਣਾਂ ਦੀ ਸੇਵਾ ਕਰਿਆ ਕਰ ਤਾਂ ਇਹ ਭੈੜੀ ਮੱਤ ਗਵਾਈ ਹੈ। ਸੋ ਉਚਾਰਨ ਕਰਨਾ ਮੱਤ ਥੋੜੀ ਸੇਵ ਗਵਾਈ ਹੈ। ਭੈੜੀ ਮੱਤ ਤੋਂ ਗੈਟ ਰਿਡ ਹੋ ਸਕਦੇ ਨੇ ਜੇ ਵਿਜ਼ਡਮ ਦੀ ਫੋਲੋ ਕਰਨ ਵਾਲੀ ਸੇਵਾ ਕੀਤੀ ਜਾਵੇ। ਵਿਜ਼ਡਮ ਦੀ ਸੇਵਾ ਕਰਨ ਵਾਸਤੇ ਕੋਈ ਰੁਮਾਲੇ ਨਹੀਂ ਚੜਾਣੇ ਪੈਂਦੇ, ਵਿਜ਼ਡਮ ਦੀ ਸੇਵਾ ਕਰਨ ਵਾਸਤੇ ਕੋਈ ਚੌਰ ਨਹੀਂ ਕਰਨੀ ਪੈਂਦੀ, ਵਿਜ਼ਡਮ ਦੀ ਸੇਵਾ ਕਰਨ ਵਾਸਤੇ ਕੋਈ ਬਾਹਰਲਾ ਕਰਮਕਾਂਡ ਨਹੀਂ ਕਰਨਾ ਪੈਂਦਾ। ਵਿਜ਼ਡਮ ਦੀ ਸੇਵਾ ਕਰਨ ਦਾ ਮਤਲਬ ਹੈ ਵਿਜ਼ਡਮ ਨੂੰ ਫੋਲੋ ਕਰਨਾ। ਭੈੜੀ ਮੱਤ ਚਲੀ ਗਈ, ਮੱਤ ਥੋੜੀ ਸੇਵ ਗਵਾਈ। ਵਰਸਿਸ ਆਮ ਤੌਰ ਤੇ ਇਹਦੇ ਅਰਥ ਕੀਤੇ ਜਾਂਦੇ ਨੇ ਜੇ ਤੈਨੂੰ ਅਕਲ ਘੱਟ ਹੈ ਨਾ ਤਾਂ ਕੀਤੀ ਹੋਈ ਸੇਵਾ ਵੀ ਬੇਕਾਰ ਹੋ ਜਾਂਦੀ ਹੈ। ਇਹ ਨਹੀਂ ਕਹਿ ਰਹੇ ਨੇ। ਮੱਤ ਥੋੜੀ ਸੇਵ ਗਵਾਈ ਹੈ। ਮਤ ਮਤਲਬ ਦੁਰਮਤ, ਦੁਰਮਤ मतलब ਭੈੜੀ ਮਤ, ਭੈੜੀ मतलब ਈਵਲ ਥਾਟਸ ਵਾਲੀ ਅਕਲ। यू कैन गेट रिड ऑफ दैट। थोड़ी सेव कर ले बस। थोड़ी मतलब जरा जी नहीं, थोड़ी मतलब वैल्यूएबल। हाँ जी, थैंक यू जी। ਸਾਡੇ ਕੋਲ ਗੁਰਪ੍ਰੀਤ ਕੌਰ ਜੀ ਉਹਨਾਂ ਨੇ ਹੈਂਡ ਰੇਜ਼ ਕੀਤਾ ਹੈ। ਪਲੀਜ਼ ਗੁਰਪ੍ਰੀਤ ਕੌਰ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛੋ ਸਵਾਲ। ਹਾਂਜੀ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪਣਾ ਜਿਵੇਂ ਕਹਿੰਦੇ ਆ ਨਾ ਗੁਰ ਮੰਤਰ, ਵਾਹਿਗੁਰੂ ਹੀ ਗੁਰ ਮੰਤਰ ਹੈ। ਤੇ ਇਹ ਸ਼ਬਦ ਜਿਵੇਂ ਦੱਸਿਆ ਹੋਇਆ ਵੀ ਮੈਂ ਸਮਝਦੀ ਹਾਂ ਵੀ ਗੁਰ ਮੰਤਰ ਤਾਂ ਆਪਾਂ ਨੂੰ ਇਹੀ ਹੋਇਆ ਨਾ, ਜਿਵੇਂ ਨਾਮ ਨੂੰ ਕਮਾਣਾ ਸਤਿਗੁਰ ਦੀ ਮੱਤ ਲੈ ਕੇ। ਜਿਵੇਂ ਸ਼ਬਦ ਵਿੱਚ ਵੀ ਆਉਂਦਾ ਜੋ ਇਹ ਮੰਤਰ ਕਮਾਵੇ ਨਾਨਕ ਸੋ ਭੋਜਲ ਪਾਰ ਉਤਾਰੀ। ਇਸੇ ਤਰ੍ਹਾਂ ਮਤਲਬ ਮੰਤਰ ਇਹੀ ਹੋ ਗਿਆ ਨਾ। ਮਤਲਬ ਜੇ ਆਪਾਂ ਗੁਰੂ ਦੀ ਮੱਤ ਲੈ ਕੇ ਉਸ ਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰੀਏ, ਇਸ ਨੂੰ ਮੰਤਰ ਵੈਸੇ ਕਹਿੰਦੇ ਆ ਨਾ। ਉਂਝ ਗੁਰ ਮੰਤਰ ਆਪਾਂ ਨੂੰ ਵਾਹਿਗੁਰੂ ਕਹਿੰਦੇ ਆ, ਗੁਰ ਮੰਤਰ ਵਾਹਿਗੁਰੂ ਹੁੰਦਾ ਜੀ। ਤੁਸੀਂ ਪਹਿਲਾਂ ਬਹੁਤ ਸੋਹਣਾ ਐਕਸਪਲੇਨ ਕਰ ਲਿਆ। ਸਤਿਗੁਰ ਦੀ ਮੱਤ ਲੈਣਾ, ਫੋਲੋ ਕਰਨਾ ਹੀ ਗੁਰ ਮੰਤਰ ਕਹਿਲਾਂਦਾ ਹੈ। ਔਰ ਬਾਣੀ ਨੂੰ ਫੋਲੋ ਕਰਨਾ, ਬਾਣੀ ਮੰਤਰ ਮਹਾਪੁਰਖਨ ਕੀ ਮੰਨੈ ਉਤਾਰਨ ਮਾਨ ਕੋ, यही मंत्र है, यही मंत्रा दा मंत्र है। हाँ जी, ये मंत्र वैसे कहते ना वाहिगुरु मंत्र कहते, वाहिगुरु ही मंत्र है। अब गुरु मंत्र आप कहते गुरु मंत्र केड़ा अपना वाहिगुरु यही याद करांदे आ बच्चों नूं भी। ते पर आपां तुहाडा नाम की है? हाँ जी गुरप्रीत जी। हाँ जी गुरप्रीत कौर जी, असीं जदों सिखदे आ ना, हाँ जी, ਤਾਂ ਸਿੱਖਣ ਵੇਲੇ ਅਸੀਂ ਕਹਿੰਦੇ ਹਨ ਨੂੰ ਫੋਲੋ ਨਹੀਂ ਕਰਦੇ। ਹਾਂਜੀ, ਫਰਜ਼ ਕਰੋ ਮੈਂ ਡਾਕਟਰ ਕੋਲ ਜਾਂਦਾ ਹਾਂ, ਡਾਕਟਰ ਮੈਨੂੰ ਡਾਇਗਨੋਸ ਕਰਦਾ ਔਰ ਸਹੀ ਦਵਾਈ ਦਿੰਦਾ ਹੈ, ਉਸ ਤੋਂ ਬਾਅਦ ਦਵਾਈ ਲੈ ਕੇ ਮੈਂ ਠੀਕ ਹੋ ਜਾਂਦਾ। ਹਾਂਜੀ, ਇਹਦਾ ਮਤਲਬ ਡਾਕਟਰ ਨੇ ਡਾਇਗਨੋਸ ਕਰਨ ਦੀ ਅਕਲ ਲਈ ਹੋਈ ਹੈ। ਹਾਂਜੀ, ਪੜ੍ਹਾਈ ਕੀਤੀ ਹੋਈ ਹੈ ਨਾ। ਹਾਂਜੀ, जो पूरी पढ़ाई सतगुर दे कोल है, सतगुर मेरा सुजान है, सतगुर मेरा वैद है, मेरा वैद गुरु गोबिंदा है, हर हर नाम औखद मुख देव है, घट है जम की फंदा, वो मनु सुमत बख्शदा है, मेरे वाइसिस तो मेरी जान छुट जाती है ना। हाँ जी, हाँ जी। पर जे फर्ज करो मेरा गला खराब है, हाँ, कोई मनु कवे भुपिंदर सिंह जी फटकड़ी चूसिया करो, हाँ जी कहंदे, कोई मनु कहे भुपिंदर सिंह जी हल्दी चूसिया करो। हाँ, वो मैं फटकड़ी और हल्दी चूसनी शुरू कर दी, मेरा गला और खुश्क हो गया। हाँ जी, पर मैं पता की कह रहा, कहंदे हन जदों गला खराब हो जाए फटकड़ी चूसनी चाहिए, कहंदे हन के हल्दी चूसनी चाहिए। हाँ जी,
ਇਹਦਾ ਮਤਲਬ ਜਿਹੜਾ ਕਹਿੰਦੇ ਹਨ ਨਾ, ਅਸੀਂ ਉਸ ਤੋਂ ਆਪਣੇ ਆਪ ਨੂੰ ਛੁਡਾ ਕੇ ਸਤਿਗੁਰ ਭਾਵ ਵਿਜ਼ਡਮ ਭਾਵ ਟਰੂਥਫੁਲ ਲਿਵਿੰਗ ਵਾਲਾ ਮੈਸੇਜ ਕੀ ਕਹਿੰਦਾ ਉਹਨੂੰ ਸੁਣਨਾ ਹੈ। ਕਹਿੰਦੇ ਹਨ ਲੋਕ ਫੋਰਗੇਟ ਇਟ। ਠੀਕ ਹੈ ਜੀ, ਹਾਂਜੀ, ਥੈਂਕ ਯੂ। ਥੈਂਕ ਯੂ। ਹਾਂਜੀ, ਸਾਡੇ ਨਾਲ ਨਾ ਦਿਲਮੋਹਨ ਦੇ ਫਾਦਰ ਹੈਗੇ ਨੇ ਗੁਰਬਖਸ਼ ਸਿੰਘ ਜੀ, ਉਹ ਤੁਹਾਡੇ ਨਾਲ ਕੋਈ ਸਵਾਲ ਪੁੱਛਣਾ ਚਾਹੁੰਦੇ। ਅੰਕਲ ਅਨਮਿਊਟ ਕਰੋ ਆਪਣੇ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗुरु जी की फतेह। ਹਾਂਜੀ, ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਵਾਲ ਮੇਰਾ ਅੱਜ ਦੇ ਟੌਪਿਕ ਤੇ ਨਹੀਂ ਹੈ, ਪਰ ਮੈਂ ਪੁੱਛਿਆ ਕਿ ਅਰਦਾਸ ਦੇ ਬਾਰੇ ਕਿਸੇ ਨੇ ਮੈਨੂੰ ਸਵਾਲ ਕੀਤਾ ਸੀ, ਉਹ ਪੁੱਛਣਾ ਚਾਹੁੰਦਾ ਮੈਂ। ਪੁੱਛ ਸਕਦਾ ਹਾਂ? ਬੋਲੋ ਜੀ। ਮਾਨਯੋਗ ਡੈਡੀ ਜੀ, ਮੰਮੀ ਜੀ, ਤੁਸੀਂ ਪਿਆਰ ਕਰਦੇ ਹੋ ਸਾਨੂੰ, ਤੁਹਾਡਾ ਸਤਿਕਾਰ ਹੈ, ਤੁਸੀਂ ਹੁਕਮ ਕਰੋ ਨਾ। ਵੀਰ ਜੀ, ਆਫਿਸ 'ਚ ਬੜੇ ਦੋਸਤ ਸੀ, ਸਿੰਧੀ ਬੜੇ ਲੋਕ ਸੀ, ਤੇ ਉਹ ਵੀ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ, ਗੁਰਦੁਆਰੇ ਆਉਂਦੇ ਜਾਂਦੇ। ਉਹ ਕਈ ਵਾਰ ਕਹਿੰਦੇ ਸੀ ਕਿ ਬਈ ਜਿਤਨੇ ਵੀ ਸਾਡੇ ਗੁਰੂ ਹੈ ਉਹ ਸਾਰੇ ਭਗਵਤੀ ਮਾਂ ਦੇ ਉਪਾਸਕ ਸੀ। ਮੈਂ ਕਿਹਾ ਵੀ ਉਹ ਕਿਸ ਤਰ੍ਹਾਂ? ਉਹ ਦਿਨ ਦੇ ਐਗਜ਼ਾਮਪਲ ਲਿਖਿਆ ਹੁੰਦਾ ਅਰਦਾਸ ਵਿੱਚ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਦੇ ਧਿਆਏ। ਭਗਵਤੀ ਨੂੰ ਮੰਨਦੇ ਸੀ, ਭਗਵਤੀ ਮਾਂ ਜਿਹੜੀ ਉਹਨਾਂ ਦੇ ਹਿੰਦੂ ਮੈਥੋਲੋਜੀ ਅਕੋਰਡਿੰਗ ਮਾਤਾ ਹੋਈ ਹੈ, 33 ਕਰੋੜ ਦੇਵਤਾ ਦੀ ਦੇਵੀ ਹੋਈ ਹੈ, ਉਹਨੂੰ ਮੰਨਦੇ ਸੀ। ਇਹਦੇ ਬਾਰੇ ਕੁਝ ਕਲੀਅਰ ਕਰ ਦਿਓ ਵੀਰ ਜੀ। ਉਹਨਾਂ ਨੇ ਇਹਦੇ ਉੱਤੇ ਪੜ੍ਹਾਈ ਕੀਤੀ ਹੋਏਗੀ, ਮੈਂ ਕੀਤੀ ਨਹੀਂ। ਮੈਂ ਤਾਂ ਹੁਣੇ ਸਾਨੂੰ ਤਾਂ ਪਤਾ ਕਿ ਨਹੀਂ ਹੈ, ਲੇਕਿਨ ਉਹਨਾਂ ਕਹਿਣਦੇ ਥੋੜਾ ਨਹੀਂ, ਮੈਂ ਹੁਣੇ ਗੁਰੂ ਗ੍ਰੰਥ ਸਾਹਿਬ ਚੋਂ ਆਪਣੀ ਜੀਵਨ ਜਾਚ ਸਿੱਖ ਰਿਹਾ ਨਾ। ਹਾਂਜੀ, ਤਾਂ ਮੈਨੂੰ ਇਹਦੇ ਬਾਰੇ ਸਮਝ ਨਹੀਂ ਹੈ। ਜਿਹੜੇ ਕਹਿੰਦੇ ਨੇ ਉਹਨਾਂ ਨੇ ਪੜ੍ਹਾਈ ਕੀਤੀ ਹੋਏਗੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੋਏਗਾ। ਮੈਂ ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਸਿੱਖ ਰਿਹਾ ਔਰ ਜੀਵਨ ਜਾਚ ਸਿੱਖ ਰਿਹਾ। ਹਾਂਜੀ, ਠੀਕ ਹੈ। ਆਮ ਸੌਰੀ, ਮੈਨੂੰ ਸਮਝ ਨਹੀਂ। ਠੀਕ ਹੈ, ਠੀਕ। ਥੈਂਕ ਯੂ। ਹਾਂਜੀ ਜੋਗੀ ਵੀਰ ਜੀ, ਹੁਣ ਤੁਸੀਂ ਟਰਾਈ ਕਰੋਗੇ ਆਪਣੇ ਆਪ ਨੂੰ ਅਨਮਿਊਟ ਕਰਨ ਦੀ? दो डिवाइसेस है, एक डिवाइस में कनेक्ट करना है, इसको बंद हो जाएगी और तो ऑडियो डिस्कनेक्ट कर दो। हाँ जी, फोन ठीक है। ਜੀ ਮੈਂ ਇੱਕ ਵਾਰੀ ਫਿਰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਸਾਡਾ ਕੱਲ ਦਾ ਇਵੈਂਟ ਸੀਗਾ ਸਾਈਕਲਿੰਗ ਦਾ, ਉਹ ਇਟ ਹੈਜ਼ ਬੀਨ ਪੋਸਟਪੋਨ ਬਿਕਾਜ਼ ਕਰੋਨਾ ਕਰਕੇ ਸਾਨੂੰ ਅਥਾਰਟੀਜ਼ ਤੋਂ, ਦਿੱਲੀ ਪੁਲਿਸ ਤੋਂ ਪਰਮਿਸ਼ਨਸ ਨਹੀਂ ਮਿਲੀਆਂ। ਸੋ ਵੀ ਹੈਵ ਪੋਸਟਪੋਨ ਇਟ ਟਿਲ ਫਰਦਰ, ਜਦ ਤੱਕ ਸਾਨੂੰ ਪਰਮਿਸ਼ਨਸ ਨਹੀਂ ਮਿਲਦੀਆਂ। ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ ਉਹ ਜਦ ਵੀ ਨੈਕਸਟ ਟਾਈਮ ਹੋਏਗਾ ਇਵੈਂਟ। ਸੋ ਜਿਹੜਾ ਕੱਲ ਸਵੇਰੇ ਬਿੰਦਰਾ ਪਾਰਕ ਰਜੌਰੀ ਗਾਰਡਨ ਸਵੇਰੇ 6:30 ਵਜੇ ਦਾ ਪ੍ਰੋਗਰਾਮ ਹੈਗਾ ਸਾਈਕਲਿੰਗ ਦਾ, ਉਹ ਕੈਂਸਲ ਹੈਗਾ। ਸੋ ਉਹਦੇ ਵਾਸਤੇ ਵੀ ਆਰ ਸੌਰੀ ਫॉर द ਇਨਕਨਵੀਨੀਅੰਸ। ਹਾਂਜੀ ਜੋਗੀ ਵੀਰ ਜੀ, ਪਲੀਜ਼ ਸਪੀਕ ਨਾਓ। वाहिगुरू जी खालसा, वाहिगुरू जी की फतेह जी। आवाज क्लियर है? हूँ क्रिस्टल क्लियर प्लीज। सब ने बड़ा सोहना बोलिया, भुपिंदर होरां ने भी, जसप्रीत होरां ने भी, बिंदरी भूआ जी ने भी बड़ा ही अच्छा जो डिफरेंस एक्सप्लेन किया बिटवीन नेम एंड नाम, जिन्हों कि असी गलत इंटरप्रेट करके कन्फ्यूज हो जाते हैं और लोगों को कन्फ्यूज करते रहते हैं। आप कन्फ्यूज रहते हैं ना, लोगों को कन्फ्यूज करते रहते हैं तो दुखी रहते हैं। तो अज उन्होंने बड़ा ही परोपकार किया एक्चुअली साडे ते एक्सप्लेन करके बड़ा क्लीयरली कि नेम और नाम में फर्क है। ਅਸੀਂ ਉਹਨੂੰ ਇੰਟਰਚੇਂਜ ਕਰਕੇ ਯੂਜ਼ ਨਹੀਂ ਕਰ ਸਕਦੇ। ਇੱਕ ਮੇਰੇ ਵਾਸਤੇ ਬੜੀ ਨਵੀਂ ਚੀਜ਼ ਸੀ, ਤੇ ਮੈਂ ਕਿਹਾ ਜ਼ਰੂਰ ਥੈਂਕਸ ਟੂ them, ਥੈਂਕਸ ਟੂ ਹੋਲ ਟੀਮ ਐਕਚੁਅਲੀ। ਇੰਨੇ ਐਫਰਟਸ ਨਾਲ ਤੁਸੀਂ ਕਰਦੇ ਹੋ ਤਾਂ ਇਹ ਭੁਲੇਖਾ ਕਲੀਅਰ ਹੋ ਗਿਆ ਕਿ ਨੇਮ ਔਰ ਨਾਮ ਵਿੱਚ ਫਰਕ ਹੈ। ਅਸੀਂ ਇਹਨੂੰ ਇੰਟਰਚੇਂਜ ਨਹੀਂ ਕਰ ਸਕਦੇ, ਇੰਨਾ ਹੀ ਕਰਨਾ ਸੀ। ਵਾਹਿਗੁਰੂ ਜੀ ਖਾਲਸਾ, ਫਤਿਹ ਜੀ। ਹਾਂਜੀ ਜੋਗੀ ਜੀ, ਥੈਂਕ ਯੂ, ਥੈਂਕਸ ਫॉर ਸ਼ੇਅਰਿੰਗ। ਜਿਹੜਾ ਇਹ ਲਫ਼ਜ਼ ਹੈ ਨਾ ਵਾਹਿਗੁਰੂ, ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਤਾਂ ਅਸੀਂ ਅਗਲੀ ਵਾਰੀ ਇਸ ਟੌਪਿਕ ਨੂੰ ਇੱਥੋਂ ਸਮਝਾਂਗੇ ਕਿ ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਆਉਂਦਾ ਹੈ, ਜਿੱਥੇ ਇਹ ਪੰਕਤੀ 'ਚ ਲਿਖਿਆ ਵਾਹਿਗੁਰੂ ਵਾਹਿਗੁਰੂ ਵਾਹ ਜੀਓ, ਤਾਂ ਫਿਰ ਉੱਥੇ ਉਸ ਦਾ ਥੀਮ ਕੀ ਹੈ, ਉਹਦਾ ਮੀਨਿੰਗ ਕੀ ਹੈ, ਅਗਲੀ ਵਾਰੀ ਅਸੀਂ ਇਸੇ ਟੌਪਿਕ ਨੂੰ ਇੰਝ ਹੀ ਲਵਾਂਗੇ। ਥੈਂਕ ਯੂ ਜੀ, ਥੈਂਕ ਯੂ, ਵੈਲਕਮ। ਥੈਂਕ ਯੂ ਜੀ।
So we are well in time. ਅੱਜ ਸਾਡੇ ਕੋਲ ਪੂਰੇ 8 ਵਜੇ we are winding up the class. ਤੇ ਪੂਰੇ ਟੌਪਿਕ ਵਿੱਚ ਸਾਨੂੰ ਜੋ ਸਮਝ ਆਇਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਹ ਹਰਿਆਵਲ ਮੇਰੇ ਅੰਦਰ ਆਏਗੀ ਜਦੋਂ ਅਸੀਂ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ, ਆਪਣੀ ਜਿਹੜੀਆਂ 9 ਇੰਦਰੀਆਂ ਨੇ ਉਹਨਾਂ ਦੇ ਉੱਤੇ ਕੰਮ ਕਰਾਂਗੇ ਕਿ ਵੀ ਅਸੀਂ ਰੱਬੀ ਗੁਣਾਂ ਦੇ ਨਾਲ ਉਹਨੂੰ ਅਟਿਊਨ ਕਰਨਾ ਹੈਗਾ। ਸੋ ਪੂਰਾ ਟੌਪਿਕ ਬਹੁਤ ਖੂਬਸੂਰਤੀ ਨਾਲ ਜਸਮੀਤ ਜੀ ਨੇ, ਵਿੰਦਰੀ ਭੂਆ ਜੀ ਨੇ, ਤੁਸੀਂ ਸਭ ਨੇ ਐਕਸਪਲੇਨ ਕੀਤਾ। ਰੀਅਲੀ ਥੈਂਕਫੁਲ ਟੂ एवरीवन ਐਂਡ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਰੇ ਹਰ ਵੀਕ ਸਾਡੇ ਨਾਲ ਕਨੈਕਟ ਹੁੰਦੇ ਹੋ। ਕੋਈ ਵੀ ਗਲਤੀ ਹੁੰਦੀ ਹੈ ਤੇ ਉਹਦੇ ਵਾਸਤੇ ਅਸੀਂ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਐਵਰੀ ਸੰਡੇ ਜਸਮੀਤ ਸਿੰਘ ਬੰਬੇ ਇੰਡੀਅਨ ਟਾਈਮ ਤੇ ਜਿਹੜੀ ਕਲਾਸ ਲਗਾਉਂਦੇ ਨੇ ਉਹ 11:30 ਸ਼ੁਰੂ ਹੁੰਦੀ ਹੈ ਮਾਰਨਿੰਗ, ਤਾਂ ਉਹ ਵੀ ਸਾਰੇ ਉਸ ਲਿੰਕ ਨੂੰ ਲੈ ਕੇ ਉੱਥੇ ਜੁਆਇਨ ਕਰ ਸਕਦੇ ਨੇ, ਕਿਉਂਕਿ ਉੱਥੇ ਨੌਜਵਾਨ ਬੱਚੇ ਡਿਸਕਸ ਕਰਦੇ ਨੇ। ਸਾਰਿਆਂ ਨੂੰ ਉਹ ਲਿੰਕ ਭੇਜ ਦਿਓ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। थल्ले मेरे को दे दो।